ਜੇ ਸਾਡੀ ਹੁਣ ਨਾੜੀਆਂ ਜਿਹੜੀਆਂ ਹੈਗੀਆਂ ਇੰਨੀ ਚੌੜੀਆਂ ਹੈਗੀਆਂ ਹੈ ਨਾ, ਪਰ ਜੇ ਮੰਨ ਲਓ ਬਲੋਕੇਜ ਬਣ ਗਈ ਤੇ ਉਹ ਛੋਟੀ ਹੋ ਜਾਏਗੀ, ਤੇ ਛੋਟੀ ਹੋ ਗਈ ਤੇ ਉੱਥੇ ਲੰਘਣ ਦੀ ਥਾਂ ਘਟ ਜਾਏਗੀ। ਸੋ ਜੇ ਉੱਥੇ ਬਲੋਕੇਜ ਬਣ ਗਈ, ਖੂਨ ਨੂੰ ਪਾਸ ਹੋਣਾ ਔਖਾ ਹੋ ਗਿਆ, ਤੇ ਜੇ ਉਹ ਜ਼ਿਆਦਾ ਹੀ ਬਲੋਕੇਜ ਹੋ ਗਈ ਐਂਡ ਖੂਨ ਪਾਸ ਨਹੀਂ ਹੋਇਆ ਤੇ ਉਹ ਦੈਟ ਕੈਨ ਬੀ ਦ ਰੀਜ਼ਨ ਆਫ ਹਾਰਟ ਅਟੈਕ। ਤੇ ਉੱਥੇ ਸਾਨੂੰ ਹਾਰਟ ਅਟੈਕ ਹੋ ਸਕਦਾ ਹੈ, ਪੇਨ, ਹੈਵੀਨੈਸ ਚੈਸਟ ਵਿੱਚ, ਤੇ ਕਈ ਵਾਰ ਬਹੁਤ ਸੀਰੀਅਸ ਵੀ ਹੋ ਜਾਂਦਾ ਹੈ। ਕਿ ਜਿਹੜਾ ਕੋਲੈਸਟਰੋਲ ਅਸੀਂ ਐਨੀਮਲ ਪ੍ਰੋਡਕਟਸ ਤੋਂ ਲੈ ਰਹੇ ਹੈਗੇ ਆ, ਰਿਫਾਈਨਡ ਪ੍ਰੋਡਕਟਸ ਦੇ ਵਿੱਚੋਂ ਲੈ ਰਹੇ ਹੈਗੇ ਆ, ਉਹ ਜਿਹੜਾ ਹੈਗਾ ਉਹ ਸਾਡੀ ਬੋਡੀ ਜਿਹੜੀ ਹੈ ਪ੍ਰੋਪਰਲੀ ਅਬਜ਼ੌਰਬ ਨਹੀਂ ਕਰ ਪਾਉਂਦੀ, ਉਹ ਸਾਨੂੰ ਯੂਟਿਲਾਈਜ਼ ਨਹੀਂ ਕਰ ਪਾਉਂਦੀ। ਉਹ ਐਕਸੈਸ ਫੈਟ ਦੇ ਵਾਂਗ ਉੱਥੇ ਸਾਡੀ ਸਟਿੱਕੀ ਐਂਡੋਥੀਲੀਅਲ ਲੇਅਰ ਤੇ ਚਿਪਕ ਜਾਂਦਾ ਹੈਗਾ, ਮਿਊਕਸ ਬਣ ਜਾਂਦਾ ਹੈਗਾ, ਐਜ਼ ਅ ਰਿਜ਼ਲਟ ਬਲੱਡ ਦਾ ਫਲੋ ਡਿਸਟਰਬਟ ਹੋ ਜਾਂਦਾ ਹੈਗਾ, ਐਂਡ ਉੱਥੇ ਉਸ ਕਰਕੇ ਹਾਰਟ ਡਿਜ਼ੀਜ਼ ਆ ਸਕਦੀ ਹੈ। ਐਜ਼ ਅ ਰਿਜ਼ਲਟ ਫਿਰ ਬਾਈਪਾਸ ਸਰਜਰੀ ਦੀ ਗੱਲ ਕੀਤੀ ਜਾਂਦੀ ਹੈਗੀ, ਬਟ ਦਿਸ ਇਜ਼ ਨਾਟ ਅ ਪਰਮਾਨੈਂਟ ਸੋਲੂਸ਼ਨ। ਪਲੱਸ ਇਹ ਵੀ ਦੇਖਿਆ ਗਿਆ ਹੈਗਾ ਕਿ ਜਿਹੜੇ ਵੀ ਬਾਈਪਾਸ ਸਰਜਰੀ ਕਰਾਉਂਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਹੈਲਥ ਰਿਲੇਟਡ ਕੰਪਲਿਕੇਸ਼ਨ ਅੱਗੇ ਰਹਿੰਦੇ ਹੀ ਨੇ, ਪਲੱਸ ਹਾਰਟ ਦੀ ਮੈਡੀਸਿਨ ਵੀ ਪੂਰੀ ਲਾਈਫ ਲੌਂਗ ਉਹਨਾਂ ਨੂੰ ਲਗਾ ਦਿੱਤੀਆਂ ਜਾਂਦੀਆਂ ਨੇ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਦਿਲ ਦੀਆਂ ਬਿਮਾਰੀਆਂ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਕਮਲਪ੍ਰੀਤ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ। ਕੀ ਹਾਲ ਚਾਲ ਨੇ? ਮੈਂ ਬਿਲਕੁਲ ਠੀਕ ਹਾਂ, ਤੁਸੀਂ ਕਿਵੇਂ ਹੋ? ਬਹੁਤ ਵਧੀਆ ਜੀ। ਸੋ ਅੱਜ ਦਿਲ ਦੀਆਂ ਬਿਮਾਰੀਆਂ ਉੱਤੇ ਆਪਾਂ ਗੱਲਬਾਤ ਕਰਨੀ ਆ। ਸੋ ਬਹੁਤ ਜ਼ਰੂਰੀ ਹਿੱਸਾ ਆ, ਦਿਲ ਧੜਕਦਾ ਰਹੇ ਤਾਂ ਅਸੀਂ ਵੀ ਜ਼ਿੰਦਾ ਰਹਿੰਦੇ ਹਾਂ, ਦਿਲ ਦੀ ਧੜਕਣ ਬੰਦ ਹੋ ਜਾਵੇ ਤਾਂ ਬੰਦਾ ਵੀ ਕਹਿੰਦੇ ਆ ਜਿਉਂਦਾ ਨਹੀਂ ਰਹਿੰਦਾ ਹੈਗਾ। ਸੋ ਕਿੰਨਾ ਕੁ ਜ਼ਰੂਰੀ ਹੈ ਦਿਲ ਦਾ ਧੜਕਦੇ ਰਹਿਣਾ ਤੇ ਦਿਲ ਨੂੰ ਇੱਕ ਹੈਲਦੀ ਹਾਰਟ ਰੱਖਣਾ? ਹਾਂਜੀ, ਹੈਲਦੀ ਹਾਰਟ ਰੱਖਣਾ ਬਹੁਤ ਜ਼ਰੂਰੀ ਹੈਗਾ, ਕਿਉਂਕਿ ਇਹਦਾ ਬੇਸਿਕ ਫੰਕਸ਼ਨ ਜਿਹੜਾ ਹੈਗਾ ਸਾਡੇ ਬੋਡੀ ਵਿੱਚ ਹਰ ਸੈੱਲ ਨੂੰ ਹੁਣ ਖੂਨ ਦੀ ਰਿਕੁਆਇਰਮੈਂਟ ਹੈਗੀ ਤਾਂ ਕਿ ਉਹਦੇ ਵਿੱਚ ਫੂਡ ਪਹੁੰਚੇ, ਨਿਊਟ੍ਰੀਸ਼ਨ ਪਹੁੰਚੇ, ਆਕਸੀਜਨ ਪਹੁੰਚੇ। ਇਹ ਫੰਕਸ਼ਨ ਜਿਹੜਾ ਹੈਗਾ ਹਾਰਟ ਦਾ ਹੈਗਾ। ਤੋ ਹਾਰਟ ਜਦ ਸਕਵੀਜ਼ ਕਰਦਾ ਹੈ, ਰਿਲੈਕਸ ਕਰਦਾ ਹੈਗਾ, ਤੇ ਆਕਸੀਜਨੇਟਡ ਬਲੱਡ ਨੂੰ ਇਹ ਪੰਪ ਕਰਦਾ ਹੈਗਾ ਸਾਡੇ ਬਲੱਡ ਵੈਸਲਸ ਵਿੱਚ। ਹੁਣ ਆਰਟਰੀਜ਼ ਹੋ ਗਈ, ਵੇਨਸ ਹੋ ਗਈ, ਬਲੱਡ ਕੈਪੀਲਰੀਜ਼ ਹੋ ਗਈ, ਇਹਨਾਂ ਦੇ ਥਰੂ ਸਾਡੇ ਬਲੱਡ ਵਿੱਚ ਇੱਕ ਨੈਟਵਰਕ ਬਣਿਆ ਹੋਇਆ ਹੈ ਜਿਹਦੇ ਨਾਲ ਪੂਰਾ ਖੂਨ ਸਾਡੇ ਏਰੀਆ ਵਿੱਚ ਪਹੁੰਚਦਾ ਹੈਗਾ ਤੇ ਸਾਡੀ ਬੋਡੀ ਦੀ ਸਾਰੀ ਫੰਕਸ਼ਨਿੰਗ ਚੱਲਦੀ ਰਹਿੰਦੀ ਹੈ। ਜੇ ਸਾਡਾ ਹਾਰਟ ਵੀਕ ਹੋਏਗਾ, ਸਾਡਾ ਹਾਰਟ ਕਮਜ਼ੋਰ ਹੋਏਗਾ, ਤਾਂ ਐਜ਼ ਅ ਰਿਜ਼ਲਟ ਸਾਡੀ ਓਵਰਆਲ ਬੋਡੀ ਦੀ ਜਿਹੜੀ ਫੰਕਸ਼ਨਿੰਗ ਹੈਗੀ ਉਹ ਕਿਤੇ ਨਾ ਕਿਤੇ ਹੈਂਪਰ ਹੋ ਜਾਏਗੀ। ਸੋ ਇਟਸ ਵੈਰੀ ਇੰਪੋਰਟੈਂਟ ਕਿ ਅਸੀਂ ਆਪਣੇ ਦਿਲ ਦੀ ਸਿਹਤ ਬਾਰੇ ਜ਼ਰੂਰ ਸੋਚੀਏ। ਬਿਲਕੁਲ ਸਰ, ਤੁਸੀਂ ਦਿਲ ਦੀ ਸਿਹਤ ਦੇ ਬਾਰੇ ਵਿੱਚ ਗੱਲ ਕੀਤੀ ਹੈ। ਆਮ ਤੌਰ ਤੇ ਅੱਜ ਦੇ ਸਮੇਂ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਹੁਤ ਖਬਰਾਂ ਵੀ ਅਸੀਂ ਸਾਂਝੀਆਂ ਕੀਤੀਆਂ ਨੇ ਕਿ ਛੋਟੀ ਉਮਰੇ ਹੀ ਹਾਰਟ ਅਟੈਕ ਬਹੁਤ ਜ਼ਿਆਦਾ ਹੋ ਰਿਹਾ ਵਾ, ਵੱਧ ਰਿਹਾ ਵਾ। ਹਾਰਟ ਅਟੈਕ ਹੁੰਦਾ ਕੀ ਹੈ ਐਕਚੁਅਲ ਦੇ ਵਿੱਚ ਜਿਹੜਾ ਇੰਨਾ ਜਾਨਲੇਵਾ ਤੱਕ ਹੋ ਸਕਦਾ ਆ? ਹਾਂਜੀ, ਸੋ ਹਾਰਟ ਅਟੈਕ ਦੇ ਪਿੱਛੇ ਅਗਰ ਆਪਾਂ ਸਾਇੰਸ ਨੂੰ ਸਮਝਣਾ ਹੋਵੇ ਤਾਂ ਸਾਨੂੰ ਸਮਝਣਾ ਪਏਗਾ ਆਪਣੀ ਬੋਡੀ ਦੇ ਵਿੱਚ ਸਰਕੂਲੇਟਰੀ ਸਿਸਟਮ ਦੇ ਬਾਰੇ। ਇੱਕ ਸਾਡਾ ਹਾਰਟ ਹੁੰਦਾ ਹੈ ਜਿਹੜਾ ਖੂਨ ਨੂੰ ਪੰਪ ਕਰਦਾ ਹੈਗਾ ਡਿਫਰੈਂਟ ਪਾਰਟਸ ਆਫ ਦਾ ਬੋਡੀ ਨੂੰ ਤੱਕ ਪਹੁੰਚਾਉਣ ਵਾਸਤੇ। ਇਹ ਪਹੁੰਚਾਉਣ ਦਾ ਕੰਮ ਕਿਹਦਾ ਹੁੰਦਾ ਹੈਗਾ? ਇਹ ਹੁੰਦਾ ਸਾਡੇ ਬਲੱਡ ਵੈਸਲਸ ਦਾ। ਉਹਦੇ ਵਿੱਚ ਆਰਟਰੀਜ਼ ਹੁੰਦੀਆਂ ਨੇ, ਵੇਨਸ ਹੁੰਦੀਆਂ ਨੇ, ਬਲੱਡ ਕੈਪੀਲਰੀਜ਼ ਹੁੰਦੀਆਂ ਨੇ। ਤੋ ਜਿਹੜੀ ਆਰਟਰੀਜ਼ ਨੇ ਇਹ ਦਿਲ ਤੋਂ ਖੂਨ ਬਾਕੀ ਸਾਰੇ ਏਰੀਆਜ਼ ਵਿੱਚ ਲੈ ਕੇ ਜਾਂਦੀਆਂ ਨੇ, ਡਿਫਰੈਂਟ ਪਾਰਟਸ ਆਫ ਦਾ ਬੋਡੀ ਇੰਕਲੂਡਿੰਗ ਬ੍ਰੇਨ ਐਂਡ ਅਦਰ ਵਾਈਟਲ ਆਰਗਨਸ। ਤੇ ਇਸ ਤੋਂ ਇਲਾਵਾ ਜਿਹੜੇ ਵੇਨਸ ਨੇ ਉਹ ਖੂਨ ਨੂੰ ਵਾਪਸ ਲੈ ਕੇ ਹਾਰਟ ਦੀ ਤਰਫ ਆਉਂਦੀਆਂ ਨੇ। ਹੁਣ ਹਾਰਟ ਵਿੱਚ ਕੁਝ ਮੇਨ ਜਿਹੜੀ ਆਰਟਰੀਜ਼ ਹੈਗੀਆਂ ਨੇ ਉਹ ਕੀ ਕਰਦੀਆਂ ਨੇ, ਇਸ ਖੂਨ ਨੂੰ ਹਾਰਟ ਮਸਲਸ ਤੱਕ ਪਹੁੰਚਾਉਂਦੀਆਂ ਨੇ। ਹੁਣ ਜਦ ਇਹਨਾਂ ਕੋਰੋਨਰੀ ਆਰਟਰੀਜ਼ ਦੇ ਵਿੱਚ ਕਿਤੇ ਨਾ ਕਿਤੇ ਕੋਈ ਬਲੋਕੇਜ ਬਣ ਜਾਂਦੀ ਹੈਗੀ, ਇਹ ਜਿਹੜੀ ਬਲੋਕੇਜ ਬਣਦੀ ਹੈਗੀ ਦੈਟ ਇਜ਼ ਬਿਕਾਜ਼ ਆਫ ਪਲੈਕ। ਤੇ ਸਾਡੇ ਅੰਦਰ ਐਕਸਟਰਾ ਕੋਲੈਸਟਰੋਲ ਜੰਮਣਾ ਸ਼ੁਰੂ ਹੋ ਜਾਵੇ, ਜਾਂ ਕੋਈ ਸਾਡੀ ਐਂਡੋਥੀਲੀਅਲ ਲੇਅਰ ਜਿਹੜੀ ਹੁੰਦੀ ਹੈਗੀ, ਐਂਡੋਥੀਲੀਅਲ ਲੇਅਰ ਬੇਸਿਕਲੀ ਕੀ ਹੁੰਦਾ ਹੈ, ਸਾਡੀ ਜਿਹੜੀ ਬਲੱਡ ਵੈਸਲਸ ਨੇ ਉਹਨਾਂ ਦੇ ਵਿੱਚ ਜਿਹੜੀ ਟੌਪ ਮੋਸਟ ਲੇਅਰ ਹੁੰਦੀ ਹੈ ਉਹਨੂੰ ਐਂਡੋਥੀਲੀਅਲ ਲੇਅਰ ਕਹਿੰਦੇ ਹੈਗੇ। ਉਹ ਕੀ ਕਰਦੀ ਹੈਗੀ, ਉਹ ਹੀ ਅਸਲ ਵਿੱਚ ਖੂਨ ਨੂੰ ਅੱਗੇ ਅੱਗੇ ਪੁਸ਼ ਕਰਦੀ ਜਾਂਦੀ ਹੈ। ਜਦ ਉਹਦੀ ਹੈਲਥ ਖਰਾਬ ਹੁੰਦੀ ਹੈ ਜਾਂ ਉਹਦੇ ਵਿੱਚ ਕੋਈ ਇਨਫਲੇਮੇਸ਼ਨ ਘਾਵ ਬਣਦਾ ਹੈਗਾ ਤੇ ਉੱਥੇ ਪਲੈਕ ਜਮਾ ਹੋ ਸਕਦੀ ਹੈਗੀ, ਕੋਲੈਸਟਰੋਲ, ਫੈਟਸ, ਲਿਪਿਡਸ, ਇਹ ਸਾਰੀ ਚੀਜ਼ਾਂ ਉੱਥੇ ਚਿਪਕ ਸਕਦੀਆਂ ਨੇ। ਇਸ ਤੋਂ ਇਲਾਵਾ ਵੇਸਟ ਪ੍ਰੋਡਕਟਸ ਜਿਹੜੀ ਸਾਡੀ ਬੋਡੀ ਦੇ ਹੈਗੇ, ਕੈਲਸ਼ੀਅਮ ਡਿਪੋਜ਼ਿਟਸ ਹੈਗੇ, ਉਹ ਬਣ ਸਕਦੇ ਹੈ। ਐਂਡ ਐਜ਼ ਅ ਰਿਜ਼ਲਟ ਜੇ ਸਾਡੀ ਹੁਣ ਨਾੜੀਆਂ ਜਿਹੜੀਆਂ ਹੈਗੀਆਂ ਇੰਨੀ ਚੌੜੀਆਂ ਹੈਗੀਆਂ ਹਨਾ, ਪਰ ਜੇ ਮੰਨ ਲਓ ਬਲੋਕੇਜ ਬਣ ਗਈ ਤੇ ਉਹ ਛੋਟੀ ਹੋ ਜਾਏਗੀ, ਤੇ ਛੋਟੀ ਹੋ ਗਈ ਤੇ ਉੱਥੇ ਲੰਘਣ ਦੀ ਥਾਂ ਘਟ ਜਾਏਗੀ। ਸੋ ਜੇ ਉੱਥੇ ਬਲੋਕੇਜ ਬਣ ਗਈ, ਖੂਨ ਨੂੰ ਪਾਸ ਹੋਣਾ ਔਖਾ ਹੋ ਗਿਆ, ਤੇ ਜੇ ਉਹ ਜ਼ਿਆਦਾ ਹੀ ਬਲੋਕੇਜ ਹੋ ਗਈ ਐਂਡ ਖੂਨ ਪਾਸ ਨਹੀਂ ਹੋਇਆ ਤੇ ਉਹ ਦੈਟ ਕੈਨ ਬੀ ਦ ਰੀਜ਼ਨ ਆਫ ਹਾਰਟ ਅਟੈਕ। ਤੇ ਉੱਥੇ ਸਾਨੂੰ ਹਾਰਟ ਅਟੈਕ ਹੋ ਸਕਦਾ ਹੈ, ਪੇਨ, ਹੈਵੀਨੈਸ ਚੈਸਟ ਵਿੱਚ, ਤੇ ਕਈ ਵਾਰ ਬਹੁਤ ਸੀਰੀਅਸ ਵੀ ਹੋ ਜਾਂਦਾ ਹੈ। ਕੋਰੋਨਰੀ ਡਿਜ਼ੀਜ਼ਸ ਦੀ ਗੱਲ ਕਰੀਏ, ਕੀ ਹੋ ਸਕਦੇ ਨੇ ਇਹ? ਹਾਂ, ਕੋਰੋਨਰੀ ਡਿਜ਼ੀਜ਼ਸ ਜਿਹੜੀਆਂ ਹੈਗੀਆਂ, ਆਪਾਂ ਕੋਰੋਨਰੀ ਹਾਰਟ ਡਿਜ਼ੀਜ਼ ਦੀ ਗੱਲ ਕਰਦੇ ਹਾਂ, ਦੈਟ ਇਜ਼ ਆਲਸੋ ਇਕੁਇਵਲੈਂਟ ਟੂ ਕੋਰੋਨਰੀ ਆਰਟਰੀ ਡਿਜ਼ੀਜ਼। ਸਾਡੀ ਹਾਰਟ ਵਿੱਚ ਕੁਝ ਮੇਨ 3-4 ਕੋਰੋਨਰੀ ਆਰਟਰੀਜ਼ ਹੈਗੀਆਂ। ਕੋਰੋਨਰੀ ਇਸ ਕਰਕੇ ਕਿਹਾ ਜਾਂਦਾ ਹੈ, ਕੋਰੋਨਾ ਦਾ ਅਰਥ ਕੀ ਹੁੰਦਾ? ਕਰਾਊਨ। ਲੈਟਿਨ ਦਾ ਵਰਡ ਹੈਗਾ ਜਿਹਦਾ ਮਤਲਬ ਹੁੰਦਾ ਕਰਾਊਨ। ਜਿਵੇਂ ਆਪਾਂ ਕੋਰੋਨਾ ਵਾਇਰਸ ਦੀ ਗੱਲ ਕਰਦੇ ਹਾਂ ਤੇ ਕੋਰੋਨਾ ਵਾਇਰਸ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਜਦੋਂ ਉਹਨੂੰ ਮਾਈਕਰੋਸਕੋਪਿਕਲੀ ਦੇਖਿਆ ਜਾਂਦਾ ਹੈ ਤੇ ਉਹ ਕਰਾਊਨ ਸ਼ੇਪ ਵਿੱਚ ਬਣਦਾ ਹੈਗਾ। ਇਸ ਪ੍ਰਕਾਰ ਸਾਇੰਟਿਸਟ ਕਹਿੰਦੇ ਹੈਗੇ। ਸੋ ਸਿਮਿਲਰਲੀ ਜਿਹੜੀ ਹਾਰਟ ਵਿੱਚ ਜਿਹੜੀ ਕੋਰੋਨਰੀ ਆਰਟਰੀਜ਼ ਨੇ ਉਹ ਇਸ ਤਰ੍ਹਾਂ ਸ਼ੇਪ ਕਰਦੀਆਂ ਨੇ ਕਿ ਉਹ ਕਰਾਊਨ ਵਰਗੀ ਸ਼ੇਪ ਦਿੰਦੀ ਹੈ, ਲੁੱਕ ਦਿੰਦੀ ਹੈਗੀ। ਤੇ ਐਜ਼ ਅ ਰਿਜ਼ਲਟ ਉਹਨੂੰ ਕੋਰੋਨਰੀ ਆਰਟਰੀਜ਼ ਕਹਿ ਦਿੱਤਾ ਜਾਂਦਾ ਹੈ। ਸੋ ਜਦ ਇਹਨਾਂ ਕੋਰੋਨਰੀ ਆਰਟਰੀਜ਼ ਵਿੱਚ ਬਲੋਕੇਜ ਹੋ ਜਾਂਦੀ ਹੈ ਤੇ ਖੂਨ ਦਾ ਫਲੋ ਹੋਣਾ ਜਿਹੜਾ ਹੈਗਾ ਔਖਾ ਹੋ ਜਾਂਦਾ ਹੈਗਾ, ਤਾਂ ਇਹ ਕੋਰੋਨਰੀ ਹਾਰਟ ਡਿਜ਼ੀਜ਼ ਬਣ ਜਾਂਦੀ ਹੈ। ਤੁਸੀਂ ਜਿਵੇਂ ਇਹਨਾਂ ਡਿਸੀਜ਼ਸ ਦੀ ਗੱਲ ਕਰ ਰਹੇ ਹੋ, ਪਤਾ ਕਿੱਦਾਂ ਲੱਗੇ ਕਿ ਜਿਵੇਂ ਕਈਆਂ ਨੂੰ ਪੇਨ ਹੁੰਦਾ ਆ ਤੇ ਪਤਾ ਨਹੀਂ ਲੱਗਦਾ ਕਿ ਸਾਨੂੰ ਕਦੇ ਮਾਈਨਰ ਹਾਰਟ ਅਟੈਕ ਵੀ ਹੋਇਆ, ਜਦੋਂ ਕਦੇ ਡਾਕਟਰ ਦੀ ਜਾਂਚ ਕਰਵਾਉਣ ਜਾਂਦੇ ਆ ਫਿਰ ਪਤਾ ਲੱਗਦਾ ਇਹ ਸੈਕਿੰਡ ਜਾਂ ਇਹ ਤੁਹਾਡਾ ਜਿਹੜਾ ਮੇਜਰ ਹਾਰਟ ਅਟੈਕ ਸੀ, ਇਸ ਤੋਂ ਪਹਿਲਾਂ ਵੀ ਤੁਹਾਨੂੰ ਹੋ ਕੇ ਹਟਿਆ।
ਹਾਰਟ ਅਟੈਕ ਦੇ ਬਾਰੇ ਵਿੱਚ ਪਤਾ ਕਿਵੇਂ ਲੱਗੇ ਕਿ ਇਹ ਇੰਡੀਕੇਸ਼ਨ ਦਿੱਤਾ ਬੋਡੀ ਨੇ ਕਿ ਸਾਨੂੰ ਹੁਣੀ ਹਾਰਟ ਅਟੈਕ ਹੋਇਆ? ਹਾਂ, ਹਾਰਟ ਅਟੈਕ ਦੇ ਇੰਡੀਕੇਸ਼ਨ ਜਿਹੜਾ ਹੈਗਾ ਉਹ ਸਭ ਤੋਂ ਪਹਿਲਾਂ ਜਿਹੜਾ ਮੇਨ ਸਿੰਪਟਮ ਹੈਗਾ ਚੈਸਟ ਵਿੱਚ ਹੈਵੀਨੈਸ ਲੱਗਣੀ ਹੈ ਨਾ, ਪੇਨ ਵੀ ਹੋ ਸਕਦਾ ਹੈਗਾ, ਟਾਈਟਨੈਸ, ਪ੍ਰੈਸ਼ਰ ਫੀਲ ਹੋਣਾ, ਜਾਂ ਥੋੜਾ ਵੀ ਕੁਝ ਫਿਜ਼ੀਕਲ ਵਰਕ ਕੀਤਾ ਤੇ ਅਚਾਨਕ ਤੋਂ ਦਿਲ ਪਕੜਨਾ ਪੈ ਗਿਆ ਹੈ ਨਾ, ਜੇ ਮੰਨ ਲਓ ਆਪਾਂ ਚੱਲਣ ਵਾਕ ਕਰਨ ਗਏ ਤੇ ਅਚਾਨਕ ਤੋਂ ਰੁਕਣਾ ਪੈ ਗਿਆ ਕਿ ਵੀ ਸਾਨੂੰ ਕੁਝ ਹਾਰਟ ਵਿੱਚ ਪ੍ਰੈਸ਼ਰ ਦਾ ਫੀਲ ਹੋ ਰਿਹਾ ਹੈਗਾ, ਸੋ ਇਟ ਕੈਨ ਬੀ ਅ ਸਾਈਨ ਐਂਡ ਸਿੰਪਟਮ। ਦੂਜੀ ਚੀਜ਼ ਜਿਹੜੀ ਹੈਗੀ ਸਾਹ ਚੜਨਾ, ਥੋੜਾ ਬਹੁਤ ਹੀ ਸੀੜੀਆਂ ਚੜੀਆਂ ਆਪਾਂ ਨੂੰ ਸਾਹ ਚੜ ਗਿਆ, ਫਿਰ ਥੋੜਾ ਜਿਹਾ ਜਿਹੜਾ ਸਾਹ ਚੜ ਗਿਆ, ਦੈਟ ਮੀਨਸ ਕਿ ਕਿਤੇ ਨਾ ਕਿਤੇ ਸਾਡੀ ਹਾਰਟ ਦੀ ਹੈਲਥ ਜਿਹੜੀ ਹੈਗੀ ਉਹ ਕਮਜ਼ੋਰ ਹੋ ਰਹੀ ਹੈ। ਸੋ ਤੁਸੀਂ ਕਿਹਾ ਹਾਰਟ ਦੀ ਹੈਲਥ ਕਮਜ਼ੋਰ ਹੋ ਰਹੀ ਹੈ, ਇਸ ਤੋਂ ਇਲਾਵਾ ਕੀ ਹੋਰ ਇੰਡੀਕੇਸ਼ਨਸ ਹੋ ਸਕਦੇ ਕਿ ਸਾਡਾ ਦਿਲ ਹੁਣ ਸਾਨੂੰ ਇੰਡੀਕੇਸ਼ਨ ਦੇ ਰਿਹਾ ਵਾ ਕਿ ਕੁਝ ਠੀਕ ਨਹੀਂ ਚੱਲ ਰਿਹਾ ਹੈਗਾ, ਸੋ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ? ਹਾਂ, ਸੋ ਮੇਨ ਜਿਹੜੇ ਸਿੰਪਟਮਸ ਨੇ ਦੈਟ ਇਜ਼ ਪੇਨ, ਟਾਈਟਨੈਸ, ਪ੍ਰੈਸ਼ਰ, ਸ਼ਾਰਟਨੈਸ ਆਫ ਬ੍ਰੈਥ। ਇਸ ਤੋਂ ਇਲਾਵਾ ਵੀ ਫੀਮੇਲਸ ਵਿੱਚ ਖਾਸ ਕਰਕੇ ਹੁੰਦਾ ਕਈ ਵਾਰੀ ਵੀਕਨੈਸ ਰਹਿਣਾ, ਡਿਜ਼ੀਨੈਸ ਹੋ ਜਾਣੀਆਂ, ਇਹ ਸਾਰੇ ਸਿੰਪਟਮਸ ਹੁੰਦੇ, ਇਹ ਵੀ ਮੋਨੀਟਰ ਕਰਨ ਵਾਲੇ ਹੈਗੇ, ਕਿਉਂਕਿ ਅਗਰ ਇਸ ਤਰ੍ਹਾਂ ਦੇ ਸਿੰਪਟਮਸ ਹੈਗੇ, ਬਹੁਤ ਲੋ એનર્ਜੀ ਰਹਿਣੀ, ਥੱਕ ਜਾਣਾ ਬਹੁਤ ਜਲਦੀ ਹੈ ਨਾ, ਇਸ ਤੋਂ ਇਲਾਵਾ ਡਿਜ਼ੀਨੈਸ, ਚੱਕਰ ਆ ਜਾਣੇ, ਦੈਟ ਮੀਨਸ ਕਿ ਸਾਨੂੰ ਧਿਆਨ ਦੇਣਾ ਚਾਹੀਦਾ ਆਪਣੀ ਹੈਲਥ ਤੇ। ਤੁਸੀਂ ਜਿਵੇਂ ਧਿਆਨ ਦੀ ਗੱਲ ਕੀਤੀ ਹੈ, ਕੋਲੇਸਟ੍ਰੋਲ ਅੱਜ ਦੇ ਟਾਈਮ 'ਚ ਬੜੀ ਆਮ ਬਿਮਾਰੀ ਹੈਗੀ ਆ, ਅਸੀਂ ਕਹਿੰਦੇ ਹਾਂ ਕਿ ਖਾਣ ਪੀਣ ਵੱਲ ਧਿਆਨ ਦਿੱਤਾ ਜਾਵੇ। ਕੀ ਕੋਲੇਸਟ੍ਰੋਲ ਵੀ ਅੱਗੇ ਜਾ ਕੇ ਹਾਰਟ ਡਿਜ਼ੀਜ਼ ਵਧਾ ਸਕਦਾ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਹਾਰਟ ਅਟੈਕ ਦਾ ਕਾਰਨ ਹੋ ਸਕਦਾ ਹੈ? ਹਾਂ, ਇਹ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਕਿ ਕੋਲੇਸਟ੍ਰੋਲ ਜਿਹੜਾ ਹੈਗਾ ਹਾਰਟ ਡਿਜ਼ੀਜ਼ ਕੰਟਰੀਬਿਊਟ ਕਰਦਾ ਹੈਗਾ ਕਿ ਨਹੀਂ ਕਰਦਾ ਹੈਗਾ। ਸੋ ਮੈਡੀਕਲ ਇੰਡਸਟਰੀ ਵਿੱਚ ਇੱਕ ਗੱਲ ਬੜੀ ਮੰਨੀ ਹੋਈ ਹੈਗੀ ਹੈ ਕਿ ਕੋਲੇਸਟ੍ਰੋਲ ਕੈਨ ਬੀ ਅ ਲੀਡਿੰਗ ਫੈਕਟਰ ਆਫ ਹਾਰਟ ਡਿਜ਼ੀਜ਼, ਲੇਕਿਨ ਜਿਹੜੇ ਸਾਇੰਟੀਫਿਕ ਸਟੱਡੀਜ਼ ਆ ਰਹੀਆਂ ਨੇ, ਜਿਹੜੀ ਲੇਟੈਸਟ ਸਾਇੰਸ ਰਿਸਰਚਸ ਹੋ ਰਹੀਆਂ ਨੇ, ਉਹਦੇ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਕੋਲੇਸਟ੍ਰੋਲ ਜਿਹੜਾ ਹੈਗਾ ਸਾਡੀ ਬੋਡੀ ਵਾਸਤੇ ਜ਼ਰੂਰੀ ਹੈਗਾ। ਮਤਲਬ ਕਿਤੇ ਇਹ ਵੀ ਦੇਖਿਆ ਗਿਆ ਹੈਗਾ ਕਿ ਲੋ ਕੋਲੇਸਟ੍ਰੋਲ ਇਜ਼ ਮਚ ਮੋਰ ਡੇਂਜਰਸ ਦੈਨ ਹਾਈ ਕੋਲੇਸਟ੍ਰੋਲ। ਮਤਲਬ ਕਿ ਅਗਰ ਤੁਹਾਡਾ ਕੋਲੇਸਟ੍ਰੋਲ ਜ਼ਰੂਰਤ ਤੋਂ ਲੋ ਹੈਗਾ, ਦੈਟ ਮੀਨਸ ਕਿ ਤੁਹਾਨੂੰ ਜ਼ਿਆਦਾ ਸੀਰੀਅਸ ਪ੍ਰੋਬਲਮ ਹੋ ਸਕਦੀ ਹੈਗੀ ਹੈ। ਸੋ ਜ਼ਰੂਰੀ ਨਹੀਂ ਹੈਗਾ ਕਿ ਕੋਲੇਸਟ੍ਰੋਲ ਬੈਡ ਹੈਗਾ, ਬਟ ਦ ਥਿੰਗ ਇਜ਼ ਕਿ ਜਿਹੜਾ ਕੋਲੇਸਟ੍ਰੋਲ ਅਸੀਂ ਐਨੀਮਲ ਪ੍ਰੋਡਕਟਸ ਤੋਂ ਲੈ ਰਹੇ ਹੈਗੇ ਆ, ਰਿਫਾਈਨਡ ਪ੍ਰੋਡਕਟਸ ਦੇ ਵਿੱਚੋਂ ਲੈ ਰਹੇ ਹੈਗੇ ਆ, ਉਹ ਜਿਹੜਾ ਹੈਗਾ ਉਹ ਸਾਡੀ ਬੋਡੀ ਜਿਹੜੀ ਹੈ ਪ੍ਰੋਪਰਲੀ ਅਬਜ਼ੌਰਬ ਨਹੀਂ ਕਰ ਪਾਉਂਦੀ, ਉਹ ਸਾਨੂੰ ਯੂਟਿਲਾਈਜ਼ ਨਹੀਂ ਕਰ ਪਾਉਂਦੀ, ਉਹ ਐਕਸੈਸ ਫੈਟ ਦੇ ਵਾਂਗ ਉੱਥੇ ਸਾਡੀ ਸਟਿੱਕੀ ਐਂਡੋਥੀਲੀਅਲ ਲੇਅਰ ਤੇ ਚਿਪਕ ਜਾਂਦਾ ਹੈਗਾ, ਮਿਊਕਸ ਬਣ ਜਾਂਦਾ ਹੈਗਾ, ਐਜ਼ ਅ ਰਿਜ਼ਲਟ ਬਲੱਡ ਦਾ ਫਲੋ ਡਿਸਰਪਟ ਹੋ ਜਾਂਦਾ ਹੈਗਾ, ਐਂਡ ਉੱਥੇ ਉਸ ਕਰਕੇ ਹਾਰਟ ਡਿਜ਼ੀਜ਼ ਆ ਸਕਦੀ ਹੈ। ਜਿਵੇਂ ਤੁਹਾਡਾ ਕਈ ਵਾਰੀ ਅਸੀਂ ਖਾਸ ਤੌਰ ਤੇ ਫੀਮੇਲਸ ਦੇਖਦੇ ਹਾਂ ਕਿ ਉਂਗਲੀਆਂ ਸੌਣ ਲੱਗ ਗਈਆਂ, ਹੱਥ ਪੈਰ ਸੁੰਨ ਹੋਣ ਲੱਗ ਗਏ, ਇਹ ਕੀ ਮਤਲਬ? ਇਹਦਾ ਮਤਲਬ ਇਹ ਹੈ ਕਿ ਤੁਹਾਡੀਆਂ ਨਰਵਸ ਦੇ ਵਿੱਚ ਪ੍ਰੋਪਰ ਬਲੱਡ ਸਰਕੂਲੇਟ ਨਹੀਂ ਕਰ ਰਿਹਾ ਹੈਗਾ ਤੇ ਮਤਲਬ ਤੁਹਾਨੂੰ ਦਿਲ ਦੀ ਪ੍ਰੋਬਲਮ ਕੋਈ ਸ਼ੁਰੂ ਹੋ ਰਹੀ ਹੈ? ਹਾਂ, ਇਟ ਕੈਨ ਬੀ ਇੰਡੀਕੇਟਿਵ ਆਫ ਹਾਰਟ ਡਿਜ਼ੀਜ਼ ਜਾਂ ਫਿਰ ਇਟ ਕੈਨ ਬੀ ਐਨ ਇੰਡੀਕੇਟਡ ਆਫ ਵੈਸਕੂਲਰ ਡਿਜ਼ੀਜ਼, ਕਿ ਜਿਹੜੀ ਸਾਡੀ ਨਰਵਸ ਦੀ ਜਿਹੜਾ ਨੈਟਵਰਕ ਹੈਗਾ ਉਹਦੇ ਵਿੱਚ ਕਿਤੇ ਨਾ ਕਿਤੇ ਬਲੱਡ ਫਲੋ ਜਿਹੜਾ ਹੈਗਾ ਪ੍ਰੋਪਰ ਨਹੀਂ ਹੋ ਪਾ ਰਿਹਾ, ਉਹਦੇ ਵਿੱਚ ਕੋਈ ਬਲੋਕੇਜ ਹੈਗੀ, ਜਿਸ ਕਰਕੇ ਮਤਲਬ ਨਮਨੈਸ ਫੀਲ ਹੋਣਾ ਹੈ ਨਾ, ਅਚਾਨਕ ਟਿੰਗਲਿੰਗ ਹੋ ਜਾਣੀ, ਇਹ ਸਾਰੀ ਚੀਜ਼ਾਂ ਇਸ ਕਰਕੇ ਇੰਡੀਕੇਟਿਵ ਹੋ ਸਕਦੀਆਂ ਨੇ। ਹਾਈ ਬੀਪੀ ਨੂੰ ਵੀ ਹਾਰਟ ਡਿਜ਼ੀਜ਼ ਨਾਲ ਜੋੜ ਕੇ ਦੇਖਿਆ ਜਾਂਦਾ ਕਿ ਹਾਈ ਬਲੱਡ ਪ੍ਰੈਸ਼ਰ ਹੈਗੀ ਆ ਤਾਂ ਉਹਨੇ ਤੁਹਾਡੇ ਚਾਂਸਸ ਹਾਰਟ ਅਟੈਕ ਦੇ ਜ਼ਿਆਦਾ ਵੱਧ ਸਕਦੇ ਆ, ਇਜ਼ ਦੈਟ ਟਰੂ? ਹਾਂ, ਇਹ ਵੀ ਇੰਪੋਰਟੈਂਟ ਕੁਐਸਚਨ ਹੈਗਾ ਕਿ ਅਗਰ ਬੀਪੀ ਹਾਈ ਹੈਗਾ ਤਾਂ ਸਾਡੇ ਨੂੰ ਹਾਰਟ ਅਟੈਕ ਹੋਣ ਦੇ ਚਾਂਸਸ ਜਾਂ ਹਾਰਟ ਡਿਜ਼ੀਜ਼ ਹੋਣ ਦੇ ਚਾਂਸਸ ਹੈ ਕਿ ਨਹੀਂ। ਪਰ ਮੈਨੂੰ ਜਿੰਨਾ ਸਮਝ ਆਇਆ ਹੁਣ ਤੱਕ ਮੈਡੀਕਲ ਲਿਟਰੇਚਰ ਪੜ੍ਹ ਕੇ, ਉਹ ਇਹ ਹੈਗਾ ਕਿ ਜੇ ਸਾਨੂੰ ਹਾਰਟ ਡਿਜ਼ੀਜ਼ ਹੈਗੀ, ਯਾਨੀ ਸਾਡੀ ਹਾਰਟ ਦੀ ਜਾਂ ਸਾਡੀ ਐਂਡੋਥੀਲੀਅਲ ਲੇਅਰ ਆਫ ਦਾ ਜਿਹੜੀ ਹਾਰਟ ਆਪਣੀ ਆਰਟਰੀਜ਼ ਹੈਗੀਆਂ, ਉਹ ਅਗਰ ਕਮਜ਼ੋਰ ਹੈਗੀ, ਉਹ ਇੰਨੀ ਸਟਰੋਂਗ ਨਹੀਂ ਹੈਗੀ, ਤਾਂ ਸਾਨੂੰ ਆਪਣਾ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਸਕਦੀ ਹੈ। ਯਾਨੀ ਕਿ ਸਮਝਾਉਣ ਦੀ ਮੈਂ ਸਿੰਪਲ ਜੀ ਕੋਸ਼ਿਸ਼ ਕਰਦਾ ਹੈਗਾ। ਹੁਣ ਜੇ ਮੰਨ ਲਓ ਇੱਕ ਪਾਈਪ ਦਾ ਐਗਜ਼ਾਮਪਲ ਲਈਏ, ਹੁਣ ਪਾਈਪ ਵਿੱਚੋਂ ਪਾਣੀ ਫਲੋ ਹੋ ਰਿਹਾ ਹੈਗਾ, ਤੇ ਜਿਵੇਂ ਆਪਾਂ ਅਗਰ ਪਾਣੀ ਦਾ ਪ੍ਰੈਸ਼ਰ ਵਧਾਉਣਾ ਹੋਵੇ ਤੇ ਆਪਾਂ ਅੱਗੇ ਹੱਥ ਰੱਖ ਦਿੰਦੇ ਆ ਤੇ ਉਹ ਪਾਣੀ ਦਾ ਪ੍ਰੈਸ਼ਰ ਤੇਜ਼ ਹੋ ਕੇ ਨਿਕਲਦਾ ਹੈਗਾ। ਤੇ ਉਹ ਕਾਰਨ ਕੀ ਬਣਿਆ ਪਾਣੀ ਤੇਜ਼ ਹੋਣ ਦਾ? ਕਿਉਂਕਿ ਜਿਵੇਂ ਆਪਾਂ ਨੂੰ ਦਬਾਇਆ, ਅੰਦਰ ਜਗ੍ਹਾ ਘੱਟ ਰਹਿ ਗਈ, ਜਗ੍ਹਾ ਘੱਟ ਰਹਿਣ ਕਰਕੇ ਪਾਣੀ ਪ੍ਰੈਸ਼ਰ ਦੇ ਨਾਲ ਨਿਕਲਿਆ। ਸਿਮਿਲਰਲੀ ਸਾਡੀ ਜਿਹੜੀ ਹਾਰਟ ਦੀ ਵੈਸਲਸ ਹੈਗੀਆਂ, ਜਿਹੜੀ ਬਲੱਡ ਦੀ ਵੈਸਲਸ ਹੈਗੀਆਂ, ਜਦੋਂ ਉਹਨਾਂ ਵਿੱਚ ਬਲੋਕੇਜ ਬਣ ਜਾਂਦੀ ਹੈਗੀ ਤੇ ਜਗ੍ਹਾ ਘੱਟ ਰਹਿ ਜਾਂਦੀ ਹੈ, ਐਜ਼ ਅ ਰਿਜ਼ਲਟ ਜਿਹੜਾ ਹੈਗਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈਗਾ। ਸੋ ਦੈਟ ਮੀਨਸ ਕਿ ਬਲੋਕੇਜ ਹੈਗੀ, ਯਾਨੀ ਕਿ ਉਹ ਹਾਰਟ ਡਿਜ਼ੀਜ਼ ਹੈਗੀ, ਤਾਂ ਸਾਨੂੰ ਹਾਈਪਰਟੈਂਸ਼ਨ ਹੋ ਰਿਹਾ, ਬਲੱਡ ਪ੍ਰੈਸ਼ਰ। ਸੋ ਬਲੱਡ ਪ੍ਰੈਸ਼ਰ ਆਪਣੇ ਆਪ ਵਿੱਚ ਬਿਮਾਰੀ ਨਹੀਂ ਹੈਗੀ ਹੈ, ਬਟ ਬਲੱਡ ਪ੍ਰੈਸ਼ਰ ਇਜ਼ ਅ ਕਾਜ਼, ਇਜ਼ ਅ ਸਿੰਪਟਮ, ਸ਼ੋ ਕਰ ਰਿਹਾ ਹੈ ਕਿ ਤੁਹਾਡੇ ਅੰਦਰ ਹਾਰਟ ਦੀ ਡਿਜ਼ੀਜ਼ ਹੋ ਸਕਦੀ ਹੈ। ਮਤਲਬ ਹਾਈਪਰਟੈਂਸ਼ਨ ਵੀ ਇਹਦਾ ਹੀ ਇੱਕ ਰੀਜ਼ਨ ਹੋ ਸਕਦਾ ਹੈ ਕਿ ਹਾਈਪਰਟੈਂਸ਼ਨ ਦੇ ਕਰਕੇ ਤੁਹਾਡੀ ਜਿਹੜੀ ਆ ਅੱਗੇ ਹਾਰਟ ਡਿਜ਼ੀਜ਼ ਵਧਣੀਆਂ ਸ਼ੁਰੂ ਹੋ ਚੁੱਕੀਆਂ ਨੇ? ਹਾਂਜੀ, ਇਟਸ ਰਿਲੇਟਡ ਟੂ ਦੈਟ। ਜੇਕਰ ਕਿਸੇ ਨੂੰ ਹਾਰਟ ਦੀ ਬਿਮਾਰੀ ਹੈਗੀ ਆ, ਕੋਈ ਪ੍ਰੋਬਲਮ ਹੈਗੀ ਆ, ਤਾਂ ਇਹ ਫਿਰ ਕਿਵੇਂ ਡਾਇਗਨੋਸ ਕੀਤੀ ਜਾਂਦੀ ਆ? ਹਾਰਟ ਦੀ ਬਿਮਾਰੀ ਜੇ ਉਹਨੂੰ ਡਾਇਗਨੋਸ ਕਰਨਾ ਹੋਏਗਾ, ਉਹਦੇ ਵਾਸਤੇ ਮੈਡੀਕਲ ਇੰਡਸਟਰੀ ਵਿੱਚ ਜਿਹੜੇ ਟੈਸਟ ਹੈਗੇ ਉਹਦੇ ਵਿੱਚ ECG ਆ ਜਾਂਦਾ ਹੈਗਾ, ਈਕੋ ਆ ਜਾਂਦਾ ਹੈਗਾ, ਐਂਜੀਓਗ੍ਰਾਫੀ ਆ ਜਾਂਦੀ ਹੈ। ਉਹ ਦੇਖਦੇ ਹੈਗੇ ਤੁਹਾਡੀ ਕਿਹੜੇ ਨਾੜੀਆਂ ਵਿੱਚ ਕਿੱਥੇ ਕਿੱਥੇ ਬਲੋਕੇਜ ਹੈਗੀ, ਉਹਦਾ ਇੱਕ ਪੂਰਾ ਡਾਇਗਰਾਮ ਬਣ ਕੇ ਐਂਜੀਓਗ੍ਰਾਮ ਬਣ ਜਾਂਦਾ ਹੈ, ਜਿਹਨੂੰ ਸਟੱਡੀ ਕਰਕੇ ਦੇਖਿਆ ਜਾ ਸਕਦਾ ਹੈ ਕਿ ਹਾਂ ਕਿੰਨੀ ਪਰਸੈਂਟੇਜ ਬਲੋਕੇਜ ਹੈਗੀ, ਤੇ ਉਸ ਦੇ ਬੇਸਿਸ ਤੇ ਡਿਸਾਈਡ ਕੀਤਾ ਜਾਂਦਾ ਹੈ ਕਿ ਅੱਗੇ ਕੀ ਟ੍ਰੀਟਮੈਂਟ ਦੇਣੀ ਹੈਗੀ ਹੈ। ਲੇਕਿਨ ਅਗਰ ਟੈਸਟ ਨਹੀਂ ਕਰਵਾਈਏ, ਉਸ ਤੋਂ ਪਹਿਲਾਂ ਵੀ ਦੇਖੀਏ ਤੇ ਸਿੰਪਟਮ ਸਾਨੂੰ ਦੱਸ ਦਿੰਦੇ ਹੈਗੇ, ਜਿਵੇਂ ਅਸੀਂ ਗੱਲ ਕੀਤੀ ਸੀ ਪਹਿਲਾਂ ਕਿ ਨਮਨੈਸ ਹੋਣੀ, ਡਿਜ਼ੀਨੈਸ ਹੋਣੀ ਤੇ ਵੀਕਨੈਸ ਲੱਗਣੀ, ਇਸ ਤੋਂ ਇਲਾਵਾ ਸਾਹ ਚੜ ਜਾਣਾ, ਚੈਸਟ ਵਿੱਚ ਪੇਨ ਹੋਣਾ, ਦੈਟ ਕੈਨ ਬੀ ਇੰਡੀਕੇਟਿਵ ਆਫ ਹਾਰਟ ਡਿਜ਼ੀਜ਼।
ਲੇਕਿਨ ਕਈ ਵਾਰੀ ਕੀ ਹੁੰਦਾ ਸਾਨੂੰ ਇਨਡਾਈਜੈਸ਼ਨ ਦੀ ਪ੍ਰੋਬਲਮ ਹੁੰਦੀ ਹੈ, ਐਸਿਡਿਟੀ ਦੀ ਪ੍ਰੋਬਲਮ ਹੁੰਦੀ ਹੈ, ਉਹ ਗੈਸ ਜਦੋਂ ਉੱਤੇ ਚੜਦੀ ਹੈਗੀ ਛਾਤੀ ਵੱਲ ਤੇ ਕਈ ਵਾਰ ਚੈਸਟ ਪੇਨ ਹੋ ਜਾਂਦਾ ਹੈ, ਸਾਨੂੰ ਲੱਗਦਾ ਕਿ ਹਾਰਟ ਅਟੈਕ ਤਾਂ ਨਹੀਂ ਆਏਗਾ, ਕਿ ਪੇਨ ਬਰਾਬਰ ਆਲਮੋਸਟ ਸਿਮਿਲਰ ਹੁੰਦਾ ਹੈਗਾ, ਚੈਸਟ ਪੇਨ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈਗਾ ਤੇ ਲੱਗਦਾ ਕਿ ਹਾਰਟ ਅਟੈਕ ਆ ਗਿਆ, ਪਰ ਜਦ ਚੈੱਕ ਕਰਵਾਉਂਦੇ ਆ ਤਾਂ ਪੂਰਾ ਕਲੀਅਰ ਨਿਕਲਦਾ ਹੈ, ਹਾਰਟ ਵਿੱਚ ਕੁਝ ਨਹੀਂ ਆਉਂਦਾ ਹੈਗਾ। ਸੋ ਉਹ ਕਈ ਵਾਰ ਇਨਡਾਈਜੈਸ਼ਨ ਵੀ ਹੁੰਦੀ ਹੈਗੀ। ਸੋ ਸਾਨੂੰ ਸਮਝਣਾ ਪਏਗਾ ਕਿ ਹਾਰਟ ਡਿਜ਼ੀਜ਼ ਤੇ ਇਨਡਾਈਜੈਸ਼ਨ ਵਿੱਚ ਥੋੜਾ ਜਿਹਾ ਫਰਕ ਹੁੰਦਾ ਹੈਗਾ ਤੇ ਉਹ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਆਪਾਂ ਨੂੰ ਸਮਝ ਲੈਣਾ ਚਾਹੀਦਾ। ਮਤਲਬ ਉਹ ਡਾਕਟਰ ਦੀ ਸਲਾਹ ਦੇ ਨਾਲ ਹੀ ਪਤਾ ਲੱਗ ਸਕਦਾ, ਅਦਰਵਾਈਜ਼ ਆਮ ਤੌਰ ਤੇ ਕਈ ਲੋਕ ਇਸ ਚੀਜ਼ ਨੂੰ ਸੋਚਦੇ ਆ ਕਿ ਜੇਕਰ ਪੇਨ ਹੋ ਗਈ ਹੈ ਸ਼ਾਇਦ ਇਹ ਹਾਰਟ ਅਟੈਕ ਦਾ ਹਾਂ, ਯੂਜ਼ੂਅਲੀ ਮੈਂ ਆਪਣੇ ਐਕਸਪੀਰੀਅੰਸ ਜੋ ਦੇਖਿਆ ਕਿ ਪਹਿਲਾਂ ਹਾਰਟ ਡਿਜ਼ੀਜ਼ ਨਹੀਂ ਆਉਂਦੀ, ਯੂਜ਼ੂਅਲੀ ਲੋਕਾਂ ਨੂੰ ਇੰਡਾਈਜੈਸ਼ਨ ਦੀ ਪ੍ਰੋਬਲਮ ਪਹਿਲਾਂ ਸ਼ੁਰੂ ਹੁੰਦੀ ਹੈਗੀ। ਸੋ ਜੇ ਲਗਾਤਾਰ ਕਾਫੀ ਟਾਈਮ ਤੱਕ ਇੰਡਾਈਜੈਸ਼ਨ ਰਹਿਣ ਲੱਗ ਪਵੇ, ਐਜ਼ ਅ ਰਿਜ਼ਲਟ ਸਾਡੀ ਬੋਡੀ ਦੀ ਜਿਹੜੇ ਬਲੱਡ ਵੈਸਲਸ ਹੈਗੇ ਉਹਦੇ ਵਿੱਚ ਉਹ ਜਮਾ ਹੋ ਜਾਂਦੀ ਹੈਗੀ ਬਲੋਕੇਜ, ਐਜ਼ ਅ ਰਿਜ਼ਲਟ ਉਹ ਹਾਰਟ ਡਿਜ਼ੀਜ਼ ਬਣ ਜਾਂਦੀ ਹੈਗੀ। ਕੀ ਇਹ ਪ੍ਰੋਬਲਮ ਜੈਨੇਟਿਕ ਵੀ ਹੋ ਸਕਦੀ ਆ ਜਾਂ ਫਿਰ ਤੁਸੀਂ ਜੇ ਆਪਣੇ ਆਪ ਨੂੰ ਸਹੀ ਰੱਖੋ ਤਾਂ ਮਤਲਬ ਇਸ ਚੀਜ਼ ਤੋਂ ਛੁਟਕਾਰਾ ਪਾ ਸਕਦੇ? ਹਾਂਜੀ, ਸੋ ਜੈਨੇਟਿਕ ਫੈਕਟਰ ਜਿਵੇਂ ਆਪਾਂ ਪਹਿਲਾਂ ਵੀ ਵੀਡੀਓਜ਼ ਵਿੱਚ ਗੱਲ ਕੀਤੀਆਂ ਹੈਗੀਆਂ ਕਿ ਜੈਨੇਟਿਕ ਫੈਕਟਰ ਇਸ ਕਰਕੇ ਹੁੰਦਾ ਹੈਗਾ ਕਿਉਂਕਿ ਕੋਈ ਵੀ ਪੇਰੈਂਟਸ ਹੁੰਦੇ ਨੇ ਉਹਨਾਂ ਦੇ ਬੱਚਿਆਂ ਵਿੱਚ ਲਗਭਗ ਸਿਮਿਲਰ ਕਾਈਂਡ ਆਫ ਕੈਰੈਕਟਰਿਸਟਿਕਸ ਜਾਂਦੀਆਂ ਨੇ, ਬੋਡੀ ਆਰਗਨਸ ਵੀ ਉਸ ਤਰ੍ਹਾਂ ਦੀ ਰਿਜ਼ੈਂਬਲਿੰਗ ਹੁੰਦੀਆਂ ਨੇ ਕਿਉਂਕਿ ਉਹਨਾਂ ਦੇ ਆਫਸਪ੍ਰਿੰਗ ਹੁੰਦੇ ਹੈਗੇ। ਸੋ ਇੱਥੇ ਗੱਲ ਸਮਝਣ ਵਾਲੀ ਇਹ ਹੈਗੀ ਹੈ ਕਿ ਸਾਡੀ ਬੋਡੀ ਵਿੱਚ ਕੋਈ ਨਾ ਕੋਈ ਆਰਗਨ ਜਿਹੜੀ ਹੈਗੀ ਬਾਕੀ ਆਰਗਨਸ ਦੇ ਮੁਕਾਬਲੇ ਵਿੱਚ ਥੋੜੀ ਜਿਹੀ ਕਮਜ਼ੋਰ ਹੁੰਦੀ ਹੈਗੀ। ਜਦ ਵੀ ਸਾਡੀ ਬੋਡੀ ਵਿੱਚ ਕਿਤੇ ਵੀ ਟੌਕਸਿਨਸ ਜਮਾ ਹੁੰਦੇ ਨੇ, ਵੇਸਟ ਮੈਟਰ ਜਮਾ ਹੁੰਦਾ ਹੈਗਾ ਤੇ ਉਸ ਏਰੀਆ ਨੂੰ ਪਹਿਲਾਂ ਅਫੈਕਟ ਕਰ ਜਾਂਦਾ ਹੈਗਾ। ਜੇ ਸਾਡੇ ਪੇਰੈਂਟਸ ਦੇ ਉਹ ਵਾਲੇ ਏਰੀਆਜ਼ ਵੀਕ ਸੀਗੇ ਤਾਂ ਸਾਡੇ ਵੀ ਉਹ ਵਾਲੇ ਏਰੀਆਜ਼ ਹੋ ਸਕਦੇ ਨੇ ਵੀਕ ਹੋਣ। ਲੇਕਿਨ ਇੱਥੇ ਮੋਸਟ ਇੰਪੋਰਟੈਂਟ ਥਿੰਗ ਇਜ਼ ਕਿ ਜੇ ਸਾਡਾ ਲਾਈਫ ਸਟਾਈਲ ਐਂਡ ਡਾਈਟ ਸਹੀ ਹੋਵੇ, ਜਿਹਦੇ ਵਿੱਚ ਟੌਕਸਿਨ ਐਕਿਊਮੂਲੇਸ਼ਨ ਸਾਡੀ ਬੋਡੀ ਵਿੱਚ ਹੋਵੇ ਹੀ ਨਾ, ਤਾਂ ਸਾਡੀ ਬੋਡੀ ਵਿੱਚ ਬਿਮਾਰੀਆਂ ਤੇ ਉਹ ਹਾਰਟ ਡਿਜ਼ੀਜ਼ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ। ਸੋ ਅਗਰ ਆਪਣਾ ਡਾਈਟ ਐਂਡ ਲਾਈਫ ਸਟਾਈਲ ਠੀਕ ਕਰ ਲਈਏ ਤਾਂ ਪ੍ਰੋਬਲਮ ਠੀਕ ਹੋ ਜਾਂਦੀ ਹੈ। ਤੁਸੀਂ ਡਾਈਟ ਐਂਡ ਲਾਈਫ ਸਟਾਈਲ ਦੀ ਗੱਲ ਕੀਤੀ ਆ ਕਿ ਡਾਈਟ ਐਂਡ ਲਾਈਫ ਸਟਾਈਲ ਵੀ ਇਹਦੇ ਵਿੱਚ ਇੱਕ ਮੇਜਰ ਭੂਮਿਕਾ ਅਦਾ ਕਰਦੇ ਨੇ? ਹਾਂ, ਡਾਈਟ ਐਂਡ ਲਾਈਫ ਸਟਾਈਲ ਬਹੁਤ ਇੰਪੋਰਟੈਂਟ ਭੂਮਿਕਾ ਅਦਾ ਕਰਦਾ ਹੈਗਾ ਕਿਉਂਕਿ ਦੇਖੋ ਜਿਸ ਤਰ੍ਹਾਂ ਦਾ ਅੱਜ ਕੱਲ੍ਹ ਆਪਾਂ ਡਾਈਟ ਐਂਡ ਲਾਈਫ ਸਟਾਈਲ ਖਾ ਰਹੇ ਹਾਂ, ਰਿਫਾਈਨਡ ਪ੍ਰੋਡਕਟਸ ਕਿੰਨੇ ਜ਼ਿਆਦਾ ਹੋ ਚੁੱਕੇ ਨੇ, ਪੈਕੇਜ ਪ੍ਰੋਡਕਟਸ ਕਿੰਨੇ ਜ਼ਿਆਦਾ ਹੋ ਚੁੱਕੇ ਨੇ, ਪ੍ਰੋਸੈਸਡ ਫੂਡ ਕਿੰਨੇ ਜ਼ਿਆਦਾ ਹੋ ਚੁੱਕੇ ਨੇ। ਇਹਨਾਂ ਵਿੱਚ ਕਦੇ ਵੀ ਕੋਈ ਵੀ ਚੰਗੀ ਚੀਜ਼ ਦੀ ਵੀ ਅਗਰ ਪ੍ਰੋਸੈਸਿੰਗ ਹੁੰਦੀ ਹੈਗੀ ਫੈਕਟਰੀ ਵਿੱਚ ਤੇ ਉਹਦੇ ਵਿੱਚ ਕੁਝ ਡਾਈਆਕਸਿਨ ਲਾਈਕ ਸਬਸਟੈਂਸ ਇਕੱਠੇ ਹੋ ਜਾਂਦੇ ਆ। ਜਦ ਆਪਾਂ ਉਹਨੂੰ ਕੰਜ਼ਿਊਮ ਕਰਦੇ ਆ ਤੇ ਉਹ ਡਾਈਆਕਸਿਨ ਲਾਈਕ ਸਬਸਟੈਂਸ ਸਾਡੀ ਬੋਡੀ ਵਿੱਚ ਜਾਂਦੇ ਹੈਗੇ ਤੇ ਬੋਡੀ ਉਹਨੂੰ ਪੂਰੀ ਤਰ੍ਹਾਂ ਫਿਲਟਰ ਨਹੀਂ ਕਰ ਪਾਉਂਦੀ ਹੈ, ਉਹ ਕਿਤੇ ਨਾ ਕਿਤੇ ਸਾਡੀ ਬੋਡੀ ਵਿੱਚ ਵੇਸਟ ਦੇ ਰੂਪ ਵਿੱਚ ਸਟੋਰ ਹੋ ਜਾਂਦੇ ਨੇ। ਸੋ ਜੇ ਸਾਡੀ ਬਲੱਡ ਵੈਸਲਸ ਵਿੱਚ ਉਹ ਸਟੋਰ ਹੋਣ ਲੱਗ ਪੈਣ, ਸਾਡੀ ਐਂਡੋਥੀਲੀਅਲ ਲੇਅਰ ਨੂੰ ਡੈਮੇਜ ਕਰਨ ਲੱਗ ਪੈਣ ਤੇ ਉੱਥੇ ਬਲੋਕੇਜ ਬਣ ਸਕਦੀ ਹੈਗੀ ਹੈ ਐਂਡ ਦੈਟ ਕੈਨ ਕਾਜ਼ ਹਾਰਟ ਡਿਜ਼ੀਜ਼। ਇਸ ਤੋਂ ਇਲਾਵਾ ਇੱਕ ਜਿਹੜਾ ਮੇਨ ਇੰਪੋਰਟੈਂਟ ਫੈਕਟਰ ਹੈ ਉਹ ਹੈਗਾ ਐਕਸਰਸਾਈਜ਼। ਜਦ ਵੀ ਅਸੀਂ ਐਕਸਰਸਾਈਜ਼ ਕਰਦੇ ਹਾਂ ਉਹਦੇ ਵਿੱਚ ਸਾਡੀ ਬੋਡੀ ਦੀ ਮਸਲਸ ਤਾਂ ਯੂਜ਼ ਹੁੰਦੀਆਂ ਹੀ ਹੁੰਦੀਆਂ ਨੇ, ਪਲੱਸ ਸਾਡਾ ਹਾਰਟ ਐਂਡ ਸਾਡਾ ਲੰਗ ਜਿਹੜਾ ਹੈਗਾ ਉਹ ਮੋਰ ਕੈਪੈਸਿਟੀ ਤੇ ਵਰਕ ਕਰਦਾ ਹੈਗਾ। ਜਦੋਂ ਮੋਰ ਵਰਕ ਕਰਦਾ ਹੈਗਾ ਐਜ਼ ਅ ਰਿਜ਼ਲਟ ਸਾਡੀ ਬੋਡੀ ਦਾ ਟੈਂਪਰੇਚਰ ਵੀ ਰਾਈਜ਼ ਹੁੰਦਾ ਹੈਗਾ, ਟੈਂਪਰੇਚਰ ਰਾਈਜ਼ ਹੁੰਦਾ ਹੈ, ਬੋਡੀ ਵਿੱਚ ਮਸਕੂਲਰ ਐਕਟੀਵਿਟੀ ਵੱਧਦੀ ਹੈਗੀ, ਹੋਰ ਕਈ ਸਾਰੇ ਕੈਮੀਕਲ ਚੇਂਜਸ ਆਉਂਦੇ ਨੇ ਜਿਸ ਕਰਕੇ ਜਿਹੜਾ ਉਹ ਟੌਕਸਿਨ ਬੋਡੀ ਵਿੱਚ ਇਕੱਠਾ ਹੋਇਆ ਸੀਗਾ ਦੈਟ ਸਟਾਰਟਸ ਮੈਲਟਿੰਗ, ਦੈਟ ਸਟਾਰਟਸ ਬਰਨਿੰਗ। ਸੋ ਜੇ ਆਪਾਂ ਰੈਗੂਲਰਲੀ ਐਕਸਰਸਾਈਜ਼ ਕਰੀਏ ਤੇ ਜੋ ਥੋੜਾ ਬਹੁਤ ਆਪਾਂ ਖਾਣ ਪੀਣ ਖਰਾਬ ਹੈਗਾ ਵੀ ਤੇ ਉਹ ਵੀ ਸਾਫ਼ ਹੋ ਕੇ ਸਾਡੇ ਪਸੀਨੇ ਦੇ ਤਰੀਕੇ ਨਾਲ ਬਾਹਰ ਨਿਕਲ ਜਾਂਦਾ ਹੈ। ਇਹਦੇ ਬਾਰੇ ਮੈਂ ਇੱਕ ਜ਼ਰੂਰ ਜਾਣਨਾ ਚਾਹੁੰਦੀ ਹਾਂ। ਬੀਤੇ ਦਿਨੀ ਅਸੀਂ ਦੇਖਿਆ ਕਿ ਕਈ ਸੈਲੀਬ੍ਰਿਟੀਜ਼ ਦੀ ਵੀ ਪ੍ਰੋਪਰ ਡਾਈਟ ਹੋਣ ਦੇ ਬਾਵਜੂਦ, ਸਭ ਕੁਝ ਹੋਣ ਦੇ ਬਾਵਜੂਦ ਹਾਰਟ ਅਟੈਕ ਤੇ ਚਲਦਿਆਂ ਮੌਤ ਹੋਈ ਹੈ। ਸੋ ਜਿਮ ਵੀ ਪ੍ਰੋਪਰ ਜਾ ਰਹੇ ਨੇ, ਸਭ ਕੁਝ ਲੈ ਰਹੇ ਨੇ, ਉਹਦੇ ਬਾਵਜੂਦ ਇੱਕਦਮ ਐਵੇਂ ਦਾ ਰੀਜ਼ਨ ਕੀ ਹੋ ਸਕਦਾ ਆ? ਆਮ ਤੌਰ ਤੇ ਜਦੋਂ ਵੀ ਕੋਈ ਐਵੇਂ ਦੀ ਗੱਲ ਹੁੰਦੀ ਹੈ ਕਿ ਇੱਕ ਜਿਮ ਦੇ ਵਿੱਚ ਜਾਣ ਵਾਲਾ ਪਰਸਨ ਨੂੰ ਹਾਰਟ ਅਟੈਕ ਹੋ ਗਿਆ, ਹੈਲਦੀ ਡਾਈਟ ਸੀ ਉਹਦੀ, ਪ੍ਰੋਟੀਨ ਸ਼ੇਕਸ ਵਗੈਰਾ ਇਹਨਾਂ ਚੀਜ਼ਾਂ ਦੇ ਉੱਤੇ ਜਾਂ ਸਪਲੀਮੈਂਟਸ ਦੇ ਉੱਤੇ ਹਮੇਸ਼ਾ ਜਿਹੜੇ ਆ ਸਵਾਲ ਖੜੇ ਹੋ ਜਾਂਦੇ ਨੇ। ਸੋ ਕੀ ਇਹ ਵਾਕਈ ਸਾਡੇ ਲਈ ਖਤਰਨਾਕ ਹੋ ਸਕਦੇ ਆ? ਜੀ ਬਿਲਕੁਲ। ਜਦ ਵੀ ਅਸੀਂ ਕੋਈ ਵੀ ਸਿੰਥੈਟਿਕ ਪ੍ਰੋਟੀਨਸ ਲੈਂਦੇ ਹੈਗੇ ਆ ਜਾਂ ਕੋਈ ਵੀ ਵੇ ਪ੍ਰੋਟੀਨ ਹੋ ਗਿਆ ਜਾਂ ਨਿਊਟ੍ਰੀਸ਼ਨਲ ਸਪਲੀਮੈਂਟਸ ਹੋ ਗਏ, ਉਹ ਕਿਤੇ ਨਾ ਕਿਤੇ ਸਾਡੀ ਬੋਡੀ ਨੂੰ ਜਾ ਕੇ ਸਪੈਸ਼ਲੀ ਲਿਵਰ ਐਂਡ ਕਿਡਨੀ ਨੂੰ ਐਂਡ ਹਾਰਟ ਨੂੰ ਅਫੈਕਟ ਕਰਦੇ ਹੈਗੇ ਆ ਕਿਉਂਕਿ ਉਹ ਕੰਪਲੀਟ ਫੂਡ ਨਹੀਂ ਹੁੰਦੇ ਹੈਗੇ। ਜਦ ਵੀ ਅਸੀਂ ਫੂਡ ਖਾਂਦੇ ਆ ਉਹਦੇ ਰॉ ਸਟੇਟ ਵਿੱਚ, ਫੋਰ ਐਗਜ਼ਾਮਪਲ ਆਪਾਂ ਕਹਿ ਲਓ ਸੋਇਆਬੀਨ ਜਾਂ ਤੁਸੀਂ ਸਮਝੋ ਮੂੰਗਫਲੀ ਖਾਧੀ, ਹੁਣ ਮੂੰਗਫਲੀ ਵਿੱਚ ਸਿਰਫ ਪ੍ਰੋਟੀਨ ਨਹੀਂ ਹੋਏਗਾ, ਮੂੰਗਫਲੀ ਵਿੱਚ ਬਹੁਤ ਸਾਰੇ ਤਰੀਕੇ ਦੇ ਨਿਊਟ੍ਰੀਐਂਟਸ ਹੋਣਗੇ ਐਂਡ ਉਹ ਕੰਪਲੀਟ ਹੋਲ ਫੂਡ ਦੇ ਰੂਪ ਵਿੱਚ ਹੈਗੇ ਜਿਸ ਤਰ੍ਹਾਂ ਗੋਡ ਨੇ ਬਣਾਇਆ ਹੈਗਾ। ਪਰ ਜਦ ਅਸੀਂ ਉਸ ਮੂੰਗਫਲੀ ਵਿੱਚੋਂ ਸਿਰਫ ਪ੍ਰੋਟੀਨ ਕੱਢ ਲੈਂਦੇ ਹੈਗੇ ਤੇ ਉਹਨੂੰ ਆਪਣੇ ਪ੍ਰੋਟੀਨ ਪਾਊਡਰ ਵਿੱਚ ਪਾ ਦਿੰਦੇ ਹੈਗੇ ਤੇ ਉਹ ਹੋਲ ਫੂਡ ਨਹੀਂ ਰਹਿੰਦਾ ਹੈਗਾ। ਫਿਰ ਜਦ ਅਸੀਂ ਉਹਨੂੰ ਕੰਜ਼ਿਊਮ ਕਰਦੇ ਆ ਤੇ ਬੋਡੀ ਉਸਨੂੰ ਪ੍ਰੋਪਰਲੀ ਮੈਟਾਬੋਲਾਈਜ਼ ਨਹੀਂ ਕਰ ਪਾਉਂਦੀ ਐਂਡ ਐਜ਼ ਅ ਰਿਜ਼ਲਟ ਉਹ ਕਿਤੇ ਨਾ ਕਿਤੇ ਜਾ ਕੇ ਉਹ ਟੌਕਸਿਕ ਮੈਟਰ ਦੇ ਫਾਰਮ ਵਿੱਚ ਸਟੋਰ ਹੋ ਜਾਂਦਾ ਹੈ। ਸੋ ਹੋ ਸਕਦਾ ਸਾਡਾ ਸਾਈਜ਼ ਤਾਂ ਵੱਡਾ ਹੋ ਜਾਵੇ ਲੇਕਿਨ ਅੰਦਰ ਸਾਡੀ ਬਿਮਾਰੀ ਵੀ ਜਮਾ ਹੋ ਸਕਦੀ ਹੈਗੀ ਹੈ। ਐਸਪੈਸ਼ਲੀ ਜਦ ਆਪਾਂ ਐਨੀਮਲ ਪ੍ਰੋਟੀਨ ਦੀ ਗੱਲ ਕਰਦੇ ਆ, ਐਨੀਮਲ ਫੂਡ ਦੀ ਗੱਲ ਕਰਦੇ ਆ, ਡੇਅਰੀ ਪ੍ਰੋਡਕਟਸ ਲੈ ਕੇ ਜਾਂ ਫਿਰ ਐਨੀਮਲ ਫੂਡ ਖਾ ਕੇ ਸਾਡਾ ਸਰੀਰ ਦਾ ਸਾਈਜ਼ ਬਾਹਰੋਂ ਤਾਂ ਦੇਖਣ ਨੂੰ ਹੋ ਸਕਦਾ ਹੈ ਕਿ ਵੱਡਾ ਹੋ ਜਾਵੇ ਪਰ ਅੰਦਰ ਬਿਮਾਰੀ ਸਟੋਰ ਹੋ ਰਹੀ ਹੈ ਉਹ ਸਾਨੂੰ ਦਿਖਦੀ ਨਹੀਂ ਹੈਗੀ ਐਂਡ ਉਹ ਫਿਰ ਬਾਅਦ ਵਿੱਚ ਸਾਨੂੰ ਕਿਡਨੀ, ਲਿਵਰ, ਹਾਰਟ ਦੀ ਬਿਮਾਰੀਆਂ ਕਰ ਦਿੰਦੀ ਹੈਗੀ। ਤੁਸੀਂ ਜਿਵੇਂ ਕਿਹਾ ਕਿ ਬਾਹਰੋਂ ਦੇਖਣ ਨੂੰ ਬੰਦਾ ਹੈਲਦੀ ਲੱਗਦਾ ਪਰ ਅੰਦਰੋਂ ਪ੍ਰੋਬਲਮਸ ਸ਼ੁਰੂ ਹੋ ਜਾਂਦੀਆਂ ਨੇ। ਫਿਰ ਆਪਾਂ ਓਵਰਆਲ ਹੈਲਥ ਦੇ ਬਾਰੇ ਵਿੱਚ ਕਿਵੇਂ ਜਾਣਿਆ ਜਾਵੇ ਕਿ ਮੈਂ ਅੰਦਰੋਂ ਫਿੱਟ ਆ ਜਾਂ ਨਹੀਂ ਹੈ? ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਕਿ ਜਦੋਂ ਅਸੀਂ ਅੰਦਰੋਂ ਹੈਲਦੀ ਹੈਗੇ ਤੇ ਸਾਡੀ ਬੋਡੀ ਕੀ ਸਾਨੂੰ ਸਾਈਨਸ ਐਂਡ ਸਿੰਪਟਮਸ ਦੱਸੇਗੀ। ਪਹਿਲੀ ਗੱਲ ਤਾਂ ਸਾਡੀ ਬੋਡੀ એનર્ਜੀ ਬਹੁਤ ਰਹੇਗੀ। ਜਦ ਵੀ ਅਸੀਂ ਕੋਈ ਵੀ ਕੰਮ ਕਰ ਰਹੇ ਹਾਂ ਸਾਨੂੰ ਥਕਾਨ ਮਹਿਸੂਸ ਨਹੀਂ ਹੋਏਗੀ, ਸਾਡੀ ਬੋਡੀ ਹਰ ਵੇਲੇ એનર્ਜੈਟਿਕ ਰਹੇਗੀ। ਈਵਨ ਸਾਡੀ ਅਗਰ
ਅਗਰ ਏਜ ਵੀ ਜ਼ਿਆਦਾ ਹੈਗੀ ਤੇ ਅੱਜ ਕੱਲ੍ਹ ਲੋਕ ਕਹਿੰਦੇ ਕਿ ਚਲੋ ਏਜ ਥੋੜੀ ਬੰਦੇ ਦੀ ਵੱਧ ਗਈ ਹੈ ਤਾਂ ਉਹ ਥੱਕਿਆ ਰਹਿੰਦਾ ਹੈਗਾ, ਬਟ ਸੱਚਾਈ ਇਹ ਨਹੀਂ ਹੈਗੀ। ਜੇ ਸਾਡੀ ਬੋਡੀ ਅੰਦਰੋਂ ਅੱਛੀ ਹੋਵੇ, ਅੰਦਰੋਂ ਸਾਫ਼ ਹੋਵੇ ਤੇ ਹਰ ਏਜ ਵਿੱਚ ਸਾਡੀ ਅੰਦਰ ਇੱਕ એનર્ਜੀ ਬਣੀ ਰਹਿੰਦੀ ਹੈ, ਅਸੀਂ ਕਦੇ ਵੀ ਆਲਸੀ ਜਾਂ ਲੇਜ਼ੀ ਇਸ ਤਰ੍ਹਾਂ ਫੀਲ ਨਹੀਂ ਕਰਦੇ ਹੈਗੇ। ਤੁਸੀਂ ਜਿਵੇਂ ਕਿਹਾ ਕਿ ਅਸੀਂ ਆਹ ਸਾਡੀ ਬੋਡੀ ਆ ਜਿਹੜੀ ਅੰਦਰੋਂ ਸਾਨੂੰ ਇੰਡੀਕੇਸ਼ਨ ਦਿੰਦੀ ਆ ਕਿ ਅਸੀਂ ਬਿਮਾਰ ਆ ਜਾਂ ਅਸੀਂ ਬਿਲਕੁਲ ਹੈਲਦੀ ਹੈਗੇ ਆ। ਸੋ ਮੂਡਸ ਵਗੈਰਾ ਤੇ ਵੀ ਪਤਾ ਲੱਗ ਜਾਂਦਾ ਹੈ ਕਿ ਬੰਦਾ ਖੁਸ਼ ਹੈ ਜਾਂ ਬੰਦਾ ਕਿਸ ਤਰੀਕੇ ਦੇ ਨਾਲ ਹੈ। ਪਰ ਆਮ ਤੌਰ ਤੇ ਅਸੀਂ ਦੇਖਿਆ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵੈਕਸੀਨਸ ਦਾ ਬਹੁਤ ਪ੍ਰਚਲਨ ਹੋ ਚੁੱਕਿਆ ਵਾ। ਸੋ ਵੈਕਸੀਨਸ ਵੀ ਕਿਤੇ ਨਾ ਕਿਤੇ ਕੋਈ ਸਾਈਡ ਇਫੈਕਟ ਪਾਉਂਦੀਆਂ ਨੇ। ਜਿਵੇਂ ਆਮ ਤੌਰ ਤੇ ਕਈ ਹੁੰਦਾ ਕਿ ਸਾਨੂੰ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ, ਅਸੀਂ ਵੈਕਸੀਨ ਲਗਵਾਈ ਹੈ ਜਾਂ ਅਸੀਂ ਵੈਕਸੀਨ ਲੈਣੀ ਸ਼ੁਰੂ ਕੀਤੀ ਹੈ ਤਾਂ ਉਸ ਤੋਂ ਬਾਅਦ ਕਦੇ ਸਾਨੂੰ ਕੋਈ BP ਦੀ ਪ੍ਰੋਬਲਮ ਹੋ ਗਈ, ਕੋਈ ਹਾਰਟ ਦੀ ਪ੍ਰੋਬਲਮ ਹੋ ਗਈ। ਕੀ ਵਾਕਈ ਵੈਕਸੀਨ ਇਸ ਦੇ ਵਿੱਚ ਕੋਈ ਕਰਦੀ ਹੈ ਰੋਲ ਅਦਾ? ਹਾਂ, ਇਸ ਤਰ੍ਹਾਂ, ਕਿਉਂਕਿ ਜਿਵੇਂ ਹੁਣ ਦੇਖੋ ਕਈ ਸਾਰੀ ਵੈਕਸੀਨਸ ਇਸ ਤਰ੍ਹਾਂ ਵੀ ਹੈਗੀਆਂ ਜਿਹੜੀ ਬੈਨ ਵੀ ਹੋਈਆਂ ਨੇ ਕਿਉਂਕਿ ਬਲੱਡ ਕਲੌਟਿੰਗ ਦੀ ਬਹੁਤ ਰਿਪੋਰਟਸ ਉਹਨਾਂ ਵਿੱਚ ਸਾਹਮਣੇ ਆ ਰਹੀ ਸੀਗੀਆਂ। ਖਾਸ ਕਰ ਸਭ ਤੋਂ ਪਹਿਲਾਂ ਐਸਟਰਾਜ਼ੇਨੇਕਾ ਦੀ ਵੈਕਸੀਨ ਬੈਨ ਹੋ ਗਈ ਸੀਗੀ। ਉਸ ਤੋਂ ਇਲਾਵਾ ਅਗਰ ਆਪਾਂ ਅਮਰੀਕਾ ਦਾ ਵੈਕਸੀਨ ਐਡਵਰਸ ਇਵੈਂਟ ਰਿਪੋਰਟਿੰਗ ਸਿਸਟਮ ਦੇਖੀਏ ਤੇ ਹੁਣ ਤੱਕ ਉਹਦੇ ਵਿੱਚ ਐਟਲੀਸਟ 12,000 ਤੋਂ ਉੱਤੇ ਹਾਰਟ ਅਟੈਕ ਦੇ ਕੇਸ ਜਿਹੜੇ ਹੈਗੇ ਰਿਪੋਰਟ ਹੋ ਚੁੱਕੇ ਨੇ ਕਿ ਮਤਲਬ ਵੈਕਸੀਨ ਲੈਣ ਤੋਂ ਬਾਅਦ ਇੱਕ ਚੰਗੇ ਭਲੇ ਬੰਦੇ ਦੀ ਹਾਰਟ ਅਟੈਕ ਉਹਨੂੰ ਹੋ ਗਿਆ। ਸੋ ਇਸ ਤਰ੍ਹਾਂ 12,000 ਤੋਂ ਉੱਤੇ ਰਿਪੋਰਟਾਂ ਆਈਆਂ ਨੇ। ਇਸ ਤੋਂ ਇਲਾਵਾ ਲਗਭਗ 33,000 ਜਿਹੜੀ ਹੈਗੀ ਮਾਇਓਕਾਰਡਾਈਟਿਸ ਤੇ ਪੈਰੀਕਾਰਡਾਈਟਿਸ ਦੀ ਵੀ ਰਿਪੋਰਟਾਂ ਆਈਆਂ ਨੇ। ਇਹ ਕੀ ਹੁੰਦਾ ਹੈਗਾ, ਸਾਡੇ ਹਾਰਟ ਵਿੱਚ ਨਾ ਇੱਕ ਮਾਇਓਕਾਰਡੀਅਮ ਨਾਮ ਦਾ ਮੈਂਬਰੇਨ ਹੁੰਦਾ ਹੈਗਾ। ਜਦੋਂ ਉਹਦੇ ਵਿੱਚ ਘਾਅ ਹੋ ਜਾਂਦੇ ਨੇ, ਇਨਫਲੇਮੇਸ਼ਨ ਹੋ ਜਾਂਦੀ ਹੈਗੀ ਤੇ ਉਹਨੂੰ ਮਾਇਓਕਾਰਡਾਈਟਿਸ ਕਹਿ ਦਿੱਤਾ ਜਾਂਦਾ ਹੈ। ਸੋ ਇਹਦੇ ਵੀ ਬਹੁਤ ਸਾਰੀ ਰਿਪੋਰਟਾਂ ਸਾਹਮਣੇ ਆਈਆਂ ਨੇ। ਤੇ ਜਿਵੇਂ ਤੁਸੀਂ ਪਹਿਲਾਂ ਸਵਾਲ ਪੁੱਛਿਆ ਸੀਗਾ, ਅੱਜ ਕੱਲ੍ਹ ਕਾਫੀ ਸਾਰੇ ਯੰਗਸਟਰਸ ਵਿੱਚ ਵੀ ਆਪਾਂ ਹਾਰਟ ਅਟੈਕ ਦੇਖ ਰਹੇ ਹਾਂ, ਜਿਮ ਕਰਨ ਵਾਲਿਆਂ ਵਿੱਚ ਦੇਖ ਰਹੇ ਹਾਂ। ਉਹਦੇ ਵਿੱਚ ਮੈਨੂੰ ਇਦਾਂ ਲੱਗਦਾ ਹੈ ਕਿ ਇਹ ਵੀ ਇੱਕ ਕਾਰਨ ਹੈਗਾ ਕਿਉਂਕਿ ਬਲੱਡ ਕਲੌਟਿੰਗ ਮਾਈਕਰੋਸਕੋਪਿਕ ਲੈਵਲ ਤੇ ਅੰਦਰ ਹੁੰਦੀ ਹੈਗੀ। ਜਦ ਆਪਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਐਗਜ਼ਰਟ ਕਰਦੇ ਹਾਂ ਫਿਜ਼ੀਕਲ ਐਕਟੀਵਿਟੀ ਵਿੱਚ ਤੇ ਕਈ ਵਾਰ ਉਹ ਕਾਰਡੀਅਕ ਅਰੈਸਟ ਦੇ ਰੂਪ ਵਿੱਚ ਸਾਹਮਣੇ ਆ ਜਾਂਦਾ ਹੈਗਾ। ਇਸ ਤਰ੍ਹਾਂ ਹੀ ਕਾਫੀ ਸਾਰੇ ਲਗਭਗ ਕਿੰਨੇ ਸਾਰੇ ਐਥਲੀਟਸ, ਫੁੱਟਬਾਲ ਪਲੇਅਰਸ ਇਸ 2021 ਵਿੱਚ ਤੇ ਹੁਣ 22 ਦੇ ਬਿਗਿਨਿੰਗ ਵਿੱਚ ਵੀ ਕਿੰਨੇ ਸਾਰੇ ਐਥਲੀਟਸ ਫੀਲਡ ਵਿੱਚ ਹੀ ਸਪੋਰਟਸ ਖੇਡਦੇ ਡਿੱਗ ਗਏ। ਇਸ ਤੋਂ ਪਹਿਲਾਂ 2021 ਤੋਂ ਪਹਿਲਾਂ ਇੰਨੇ ਜ਼ਿਆਦਾ ਹਾਈ ਨੰਬਰ ਵਿੱਚ ਇਸ ਤਰ੍ਹਾਂ ਦੀ ਕਦੇ ਵੀ ਇਵੈਂਟ ਸਾਹਮਣੇ ਨਹੀਂ ਆਇਆ ਹੈਗਾ। ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਨਾ ਕਿ ਅੱਜ ਕੱਲ੍ਹ ਇਸ ਤਰ੍ਹਾਂ ਦਾ ਕੀ ਹੋ ਗਿਆ ਹੈਗਾ ਤੇ ਉਹਦੇ ਵਿੱਚ ਮੈਂ ਵੈਕਸੀਨਸ ਨੂੰ ਵੀ ਇੱਕ ਕਾਰਨ ਮੰਨਦਾ ਹੈਗਾ ਕਿ ਅੱਜ ਤੋਂ ਕਾਫੀ ਸਾਲ ਪਹਿਲਾਂ ਹਾਰਟ ਡਿਜ਼ੀਜ਼ ਇੰਨੀ ਨਹੀਂ ਹੁੰਦੀਆਂ ਸੀਗੀਆਂ। ਫਿਰ ਰਿਫਾਈਨਡ ਐਂਡ ਪੈਕੇਜ ਪ੍ਰੋਸੈਸਡ ਫਾਸਟ ਫੂਡ ਦਾ ਜ਼ਮਾਨਾ ਆ ਗਿਆ, ਫਿਰ ਹਾਰਟ ਦੀ ਕੰਡੀਸ਼ਨਸ ਵਧਣੀ ਸ਼ੁਰੂ ਹੋ ਗਈਆਂ। ਬਟ 2021 ਤੋਂ ਬਾਅਦ ਇਹ ਬਹੁਤ ਜ਼ਿਆਦਾ ਵਧ ਗਈਆਂ ਨੇ। ਐਟਲੀਸਟ 2 and 5 ਟਾਈਮਸ, ਕਈ ਹਸਪੀਟਲਸ ਵਿੱਚ 5 ਟਾਈਮਸ ਵਧ ਗਈਆਂ ਨੇ, ਕਿਤੇ ਵਿੱਚ 10 ਟਾਈਮਸ ਵਧ ਗਈਆਂ ਨੇ ਬਿਕੋਜ਼ ਆਫ ਥੀਸ ਵੈਕਸੀਨਸ। ਇਸ ਤਰ੍ਹਾਂ ਮੈਂ ਜਿੰਨਾ ਆਪਣੇ ਐਕਸਪੀਰੀਅੰਸ ਵਿੱਚ ਦੇਖਿਆ, ਪਲੱਸ ਮੇਰੇ ਵੀ ਕਈ ਕਲਾਇੰਟਸ ਹੈਗੇ ਦੁਨੀਆ ਵਿੱਚ ਜਿਨ੍ਹਾਂ ਨੂੰ ਵੈਕਸੀਨ ਲੈਣ ਤੋਂ ਬਾਅਦ ਡਾਇਬੀਟੀਜ਼ ਹੋ ਗਈ, ਵੈਕਸੀਨ ਲੈਣ ਤੋਂ ਬਾਅਦ BP ਦੀ ਪ੍ਰੋਬਲਮ ਸ਼ੁਰੂ ਹੋ ਗਈ ਤੇ ਓਵਰਲੀ ਜਿਹੜੀ ਕੰਡੀਸ਼ਨ ਹੈਗੀ ਜੋ ਵੈਕਸੀਨ ਇੰਡਿਊਸਡ ਹੈਗੀ ਉਹਨੂੰ ਪ੍ਰੋਪਰਲੀ ਠੀਕ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈਗਾ। ਆਮ ਤੌਰ ਤੇ ਕਈਆਂ ਤੋਂ ਸੁਣਦੇ ਆ ਕਿ ਬਲੱਡ ਥਿਨਰ ਲੈ ਰਹੇ ਨੇ ਹੋ ਜਾਂ ਕੁਝ ਐਵੇਂ ਦੀਆਂ ਦਵਾਈਆਂ ਖਾ ਰਹੇ ਨੇ ਆਪਣੀ ਹਾਰਟ ਨਾਲ ਰਿਲੇਟਡ ਜਾਂ ਬਲੱਡ ਨਾਲ ਰੈਲੀਵੈਂਟ। ਸੋ ਇਹ ਵੀ ਕੀ ਆਉਣ ਵਾਲੇ ਟਾਈਮ 'ਚ ਲੌਂਗ ਟਰਮ ਦੇ ਵਿੱਚ ਇਹਨਾਂ ਦੇ ਕੋਈ ਨੁਕਸਾਨ ਹੋ ਸਕਦੇ ਨੇ? ਹਾਂ, ਇਹ ਇੰਪੋਰਟੈਂਟ ਕੁਐਸਚਨ ਹੈਗਾ ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਸੀਗੀ ਸਾਨੂੰ ਬਲੱਡ ਪ੍ਰੈਸ਼ਰ ਬਣ ਕਿਉਂ ਰਿਹਾ ਜ਼ਿਆਦਾ, ਕਿਉਂਕਿ ਸਾਡੇ ਹਾਰਟ ਵਿੱਚ ਬਲੋਕੇਜ ਸੀਗੀ। ਜਦ ਤੱਕ ਉਹ ਬਲੋਕੇਜ ਠੀਕ ਨਹੀਂ ਹੋਏਗੀ ਤਦ ਤੱਕ ਸਾਡਾ ਬਲੱਡ ਪ੍ਰੈਸ਼ਰ ਨਾਰਮਲ ਨੈਚੁਰਲੀ ਹੋਏਗਾ ਨਹੀਂ। ਲੇਕਿਨ ਉਹ ਦਵਾਈ ਕੀ ਕਰਦੀ ਹੈਗੀ, ਉਹ ਦਵਾਈ ਜਦ ਅੰਦਰ ਜਾਂਦੀ ਹੈ ਤੇ ਸਾਡੇ ਬਲੱਡ ਪ੍ਰੈਸ਼ਰ ਦਾ ਨੰਬਰ ਤਾਂ ਘਟਾ ਦਿੰਦੀ ਹੈ ਪਰ ਬਲੋਕੇਜ ਨੂੰ ਰਿਮੂਵ ਨਹੀਂ ਕਰਦੀ। ਹੁਣ ਬਲੋਕੇਜ ਰਿਮੂਵ ਨਹੀਂ ਹੋਈ, ਸਾਡਾ ਨੰਬਰ ਰਿਡਿਊਸ ਹੋ ਗਿਆ। ਇਹਦਾ ਮਤਲਬ ਹੈ ਸਾਡੀ ਮੈਡੀਸਿਨ ਨੇ ਕੁਝ ਇਸ ਤਰ੍ਹਾਂ ਦਾ ਬੋਡੀ ਵਿੱਚ ਚੇਂਜ ਕਰ ਦਿੱਤਾ ਜਿਹਦੇ ਕਰਕੇ ਉਹ ਬਲੱਡ ਪ੍ਰੈਸ਼ਰ ਦਾ ਨੰਬਰ ਘਟ ਗਿਆ। ਉਹ ਨੰਬਰ ਕਿਵੇਂ ਘਟ ਗਿਆ? ਉਸ ਸਾਡੀ ਮੈਡੀਸਿਨ ਨੇ ਐਂਡੋਥੀਲੀਅਲ ਲੇਅਰ ਨੂੰ ਤੇ ਸਾਡੇ ਹਾਰਟ ਨੂੰ ਤੇ ਸਰਕੂਲੇਟਰੀ ਸਿਸਟਮ ਨੂੰ ਮੈਨੂਪੂਲੇਟ ਕਰ ਦਿੱਤਾ ਇਸ ਤਰ੍ਹਾਂ ਕਿ ਸਾਡੀ ਜਿਹੜੇ ਹਾਰਟ ਦੀ ਫੋਰਸ ਹੈਗੀ ਉਹ ਘਟ ਲੱਗੇ ਜਾਂ ਫਿਰ ਉਹ ਜਿਹੜਾ ਪੁਸ਼ ਹੋ ਰਿਹਾ ਹੈਗਾ ਉਹਦੇ ਵਿੱਚ ਪੁਸ਼ ਵਿੱਚ ਪ੍ਰੈਸ਼ਰ ਮਤਲਬ ਫੋਰਸ ਘਟ ਲੱਗੇ। ਐਜ਼ ਅ ਰਿਜ਼ਲਟ ਨੰਬਰ ਘਟ ਗਿਆ ਲੇਕਿਨ ਉਹ ਬਲੋਕੇਜ ਠੀਕ ਨਹੀਂ ਹੋਈ। ਜੇ ਲਗਾਤਾਰ ਆਪਾਂ ਹਾਰਟ ਦੀ BP ਵਾਸਤੇ ਗੋਲੀਆਂ ਖਾਂਦੇ ਰਵਾਂਗੇ, ਬਲੋਕੇਜ ਠੀਕ ਨਹੀਂ ਹੋਏਗੀ ਤੇ ਅਚਾਨਕ ਤੋਂ ਫਿਰ ਉਹ ਕਾਰਡੀਅਕ ਇਵੈਂਟ ਆਉਣ ਦੀ ਕੰਡੀਸ਼ਨ ਬਣ ਸਕਦੀ ਹੈਗੀ। ਕਿਉਂਕਿ ਜਿਹੜੀ ਸਾਇੰਟੀਫਿਕ ਸਟੱਡੀਜ਼ ਆਪਾਂ ਦੇਖੀਏ, ਕੋਕਰੇਨ ਕੋਲੈਬੋਰੇਸ਼ਨ ਇੱਕ ਇੰਡੀਪੈਂਡੈਂਟ ਸਾਇੰਟਿਸਟ ਐਂਡ ਰਿਸਰਚਰਸ ਦਾ ਗਰੁੱਪ ਹੈਗਾ। ਤਾਂ ਉਹਨਾਂ ਨੇ 2018 ਵਿੱਚ ਇਹ ਰਿਸਰਚ ਕੀਤਾ ਸੀਗਾ। 2 ਗਰੁੱਪਸ ਬਣਾ ਲਏ, ਇੱਕ ਉਹ ਜਿਹੜੇ ਆਪਣੇ ਬਲੱਡ ਪ੍ਰੈਸ਼ਰ ਨੂੰ 140 to 160 ਰੱਖ ਰਹੇ ਨੇ, ਦੂਜਾ ਗਰੁੱਪ ਜੋ 140 ਤੋਂ ਥੱਲੇ ਰੱਖ ਰਿਹਾ ਹੈਗਾ। ਲੇਕਿਨ ਜੋ ਥੱਲੇ ਰੱਖ ਰਿਹਾ 140 ਤੋਂ ਉਹ ਕਿਵੇਂ ਰੱਖ ਰਿਹਾ? ਦਵਾਈਆਂ ਦੇ ਸਹਾਰੇ, ਮਤਲਬ ਦਵਾਈਆਂ ਬਹੁਤ ਖਾ ਰਹੇ ਨੇ। ਸੋ 9484 ਪੀਪਲ ਵਰ ਸਟੱਡੀ ਤੇ ਦੇਖਿਆ ਕੀ ਗਿਆ, ਦੋਨਾਂ ਗਰੁੱਪਸ ਵਿੱਚ ਹੀ ਉਨੇ ਹੀ ਆਲਮੋਸਟ ਹਾਰਟ ਦੀ ਬਿਮਾਰੀਆਂ ਹੋਈਆਂ, ਉਨੇ ਹੀ ਹਾਰਟ ਅਟੈਕਸ ਆਏ, ਉਨੇ ਹੀ ਲੋਕਾਂ ਦੀ ਮੋਰਟੈਲਿਟੀ ਡੈਥ ਹੋਈਆਂ। ਸੋ ਇਹ ਕੰਕਲੂਜਨ ਨਿਕਲਿਆ ਕਿ ਦਵਾਈਆਂ ਖਾ ਕੇ ਆਪਣਾ BP ਨੂੰ ਘਟਾਉਣ ਦਾ ਕੋਈ ਖਾਸ ਫਾਇਦਾ ਤਾਂ ਹੈਗਾ ਨਹੀਂ। ਅਗਰ ਫਾਇਦਾ ਹੁੰਦਾ ਦੈਟ ਮੀਨਸ ਤਾਂ ਲੋਕਾਂ ਦੀ ਮ੍ਰਿਤਿੂ ਘੱਟ ਹੁੰਦੀ, ਬਟ ਇਸ ਤਰ੍ਹਾਂ ਹੋਇਆ ਨਹੀਂ। ਪਰ ਇੱਕ ਫੈਕਟ ਹੋਰ ਬਾਹਰ ਨਿਕਲ ਕੇ ਆਇਆ ਕਿ ਜਿਹੜੇ ਲੋਕ ਦਵਾਈ ਖਾ ਰਹੇ ਸੀ ਉਹਨਾਂ ਵਿੱਚ ਸਾਈਡ ਇਫੈਕਟ ਜ਼ਿਆਦਾ ਹੋਣ ਲੱਗ ਪਏ ਤੇ ਉਹਨਾਂ ਨੇ ਸਟੱਡੀ ਛੱਡਣੀ ਸ਼ੁਰੂ ਕਰ ਦਿੱਤੀ। ਓਕੇ, ਜਿਵੇਂ ਤੁਸੀਂ ਦਵਾਈਆਂ ਦੀ ਗੱਲ ਕੀਤੀ ਹੈ, ਪਹਿਲਾਂ ਹੁੰਦਾ ਹੈ ਕਿ ਥੋੜਾ ਜਿਹਾ ਡੋਜ਼ ਲਿਆ ਜਾਂਦਾ, ਜਿਵੇਂ ਹਾਈ BP ਦਾ, ਹੌਲੀ ਹੌਲੀ ਉਹਨੂੰ ਡੋਜ਼ ਨੂੰ ਵਧਾਉਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਨਾਰਮਲ ਡੋਜ਼ ਦੇ ਉੱਤੇ ਫਿਰ ਰੈਗੂਲਰ ਹੋਣ ਕਰਕੇ ਉਹ ਅਸਰ ਨਹੀਂ ਕਰਦੀ ਹੈਗੀ। ਕਿ ਇਹ ਡੋਜ਼ ਵਧਾਉਣਾ ਕੋਈ ਇਸ ਚੀਜ਼ ਦਾ ਸੋਲਿਊਸ਼ਨ ਹੈਗਾ? ਕਿਉਂਕਿ BP ਦੇ ਬਹੁਤ ਸਾਰੇ ਇਸ ਵਕਤ ਪੇਸ਼ੈਂਟਸ ਹੋਣਗੇ ਜਿਹੜੇ ਰੈਗੂਲਰ ਗੋਲੀਆਂ ਖਾ ਰਹੇ ਨੇ। ਹਾਂ, ਸੋ
ਡੋਜ਼ ਵਧ ਰਹੀ ਹੈ ਨਾ, ਦੈਟ ਮੀਨਸ ਕਿ ਦਵਾਈ ਕੰਮ ਨਹੀਂ ਕਰ ਰਹੀ ਹੈਗੀ ਹੈ, ਕਿਉਂਕਿ ਅਗਰ ਦਵਾਈ ਕੰਮ ਕਰ ਰਹੀ ਹੁੰਦੀ ਤਾਂ ਉਹ ਬਲੱਡ ਪ੍ਰੈਸ਼ਰ ਸਾਡਾ ਨਾਰਮਲ ਹੋ ਜਾਂਦਾ, ਫਿਰ ਦਵਾਈ ਖਾਣ ਦੀ ਲੋੜ ਨਹੀਂ ਪੈਂਦੀ। ਜੇ ਸਾਨੂੰ ਰੈਗੂਲਰਲੀ ਦਵਾਈ ਖਾਣ ਦੀ ਲੋੜ ਪੈ ਰਹੀ ਹੈ ਪਲੱਸ ਸਾਨੂੰ ਆਪਣਾ ਡੋਜ਼ ਵਧਾਉਣਾ ਪੈ ਰਿਹਾ, ਦੈਟ ਮੀਨਸ ਕਿ ਉਹ ਮੈਡੀਸਿਨ ਸੋਲੂਸ਼ਨ ਨਹੀਂ ਹੈਗਾ। ਉਹ ਟੈਂਪਰੇਰੀਲੀ ਸਾਡਾ ਨੰਬਰ ਤਾਂ ਇੱਕ ਅੰਕੜੇ ਵਿੱਚ ਲਿਆ ਸਕਦੀ ਹੈ ਬਟ ਸਾਨੂੰ ਅੰਦਰੋਂ ਠੀਕ ਨਹੀਂ ਕਰ ਸਕਦੀ। ਤੁਸੀਂ ਕਈ ਇਸ ਤੋਂ ਪਹਿਲਾਂ ਟੈਸਟ ਦੀ ਗੱਲ ਕੀਤੀ ਸੀ ਕਿ ਬਹੁਤ ਸਾਰੇ ਟੈਸਟ ਹੁੰਦੇ ਨੇ ਜਿਹੜੇ ਕਿ ਅਲੱਗ-ਅਲੱਗ ਪਾਰਟਸ ਸਾਨੂੰ ਦੱਸਦੇ ਆ ਕਿ ਸਾਨੂੰ ਕੀ ਪ੍ਰੋਬਲਮ ਹੋ ਸਕਦੀ ਹੈ ਸਾਡੇ ਹਾਰਟ ਦੇ ਵਿੱਚ। ਐਂਜੀਓਗ੍ਰਾਫੀ ਉਹਦੇ ਵਿੱਚੋਂ ਇੱਕ ਤੁਸੀਂ ਦੱਸਿਆ ਸੀ ਕਿ ਜਿਨ੍ਹਾਂ ਨੂੰ ਐਂਜੀਓਗ੍ਰਾਫੀ ਦੇ ਵਿੱਚ ਇਹ ਆਵੇ ਕਿ 100% ਤੁਹਾਡੀ ਆਰਟਰੀ ਬਲੌਕ ਹੋ ਚੁੱਕੀ ਹੈ, ਨੈਚੁਰਲ ਤਰੀਕੇ ਨਾਲ ਕੀ ਇਸ ਬਲੌਕੇਜ ਨੂੰ ਹਟਾਇਆ ਜਾ ਸਕਦਾ ਹੈ ਜਾਂ ਫਿਰ ਇਹਦੇ ਲਈ ਆਪਰੇਸ਼ਨ ਤੱਕ ਦੀ ਜ਼ਰੂਰਤ ਹੋਏਗੀ? ਹਾਂ, ਸੋ ਇਹ ਇੱਕ ਬੜਾ ਇੰਟਰਸਟਿੰਗ ਕੁਐਸਚਨ ਹੈਗਾ। ਕਈ ਵਾਰੀ ਕੀ ਹੁੰਦਾ ਐਂਜੀਓਗ੍ਰਾਫੀ ਵਿੱਚ 70% ਬਲੌਕੇਜ ਡਾਕਟਰ ਕਹਿੰਦਾ, ਕਦੀ 80%, ਕਈ ਵਾਰ ਕਹਿੰਦਾ 100% ਬਲੌਕੇਜ ਹੈਗੀ ਹੈ। तो उत्ते दिमाग ये चलना चाहिए कि अगर 100% ब्लॉकेज हैगी तो ਆਪਾਂ ਜ਼ਿੰਦਾ ਕਿਵੇਂ ਹੈਗੇ ਹੈ ਨਾ, ਖੂਨ ਪਾਸ ਕਿਵੇਂ ਹੋ ਗਿਆ। ਉੱਥੇ ਇੱਕ ਬੜਾ ਇੰਪੋਰਟੈਂਟ ਫਿਨੋਮੀਨਨ ਹੈਗਾ, ਜਦ ਸਾਡੀ ਬੋਡੀ ਦੀ ਕਿਸੇ ਵੀ ਬਲੱਡ ਵੈਸਲ ਵਿੱਚ 100% ਬਲੌਕੇਜ ਆ ਜਾਂਦੀ ਹੈਗੀ ਹੈ ਤੇ ਬੋਡੀ ਕੀ ਕਰਦੀ ਹੈ, ਇੱਕ ਸਟੈਪਨੀ ਯੂਜ਼ ਕਰਦੀ ਹੈ। ਜਿਵੇਂ ਸਾਡੀ ਗੱਡੀ ਦਾ ਕੋਈ ਟਾਇਰ ਖਰਾਬ ਹੋ ਜਾਏ ਤੇ ਆਪਾਂ ਸਟੈਪਨੀ ਕੱਢ ਕੇ ਤੇ ਟਾਇਰ ਕੱਢ ਕੇ ਤੇ ਉਹਨੂੰ ਲਗਾ ਦਿੰਦੇ ਹੈਗੇ ਆ। ਇਸੇ ਤਰ੍ਹਾਂ ਸਾਡੀ ਬੋਡੀ ਵਿੱਚ ਵੀ ਇੱਕ ਹਿਡਨ ਨੈਟਵਰਕ ਹੈਗਾ ਬਲੱਡ ਵੈਸਲਸ ਦਾ, ਜਿਹਨੂੰ ਕਹਿੰਦੇ ਆ ਕੋਲੈਟਰਲ ਆਰਟਰੀਜ਼। ਇੱਕ ਨੋਬਲ ਪ੍ਰਾਈਜ਼ ਵਿਨਿੰਗ ਸਾਇੰਸ ਹੈਗੀ। ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਸਾਡੀ ਜਿਹੜੀ ਕੋਲੈਟਰਲ ਆਰਟਰੀਜ਼ ਨੇ, ਜਿਹੜੀ ਹਿਡਨ ਆਰਟਰੀਜ਼ ਨੇ, ਉਹ ਕੀ ਕਰਦੀਆਂ ਨੇ, ਬੋਡੀ ਉਸ ਨੂੰ ਐਕਟੀਵੇਟ ਕਰ ਦਿੰਦੀ ਹੈ ਜਦ ਸਾਡੀ ਕੋਈ ਮੇਨ ਆਰਟਰੀ ਜਿਹੜੀ ਹੈਗੀ ਬਲੌਕ ਹੋਣ ਲੱਗ ਪੈਂਦੀ ਹੈ। ਤਾਂ ਸਾਈਡ ਤੋਂ ਰਸਤਾ ਬਣਾ ਕੇ ਖੂਨ ਨੂੰ ਟਰਾਂਸਪੋਰਟ ਕਰ ਦਿੱਤਾ ਜਾਂਦਾ ਹੈਗਾ। ਲੇਕਿਨ ਉਹ ਤਾਂ ਹੁੰਦਾ ਹੈ ਜੇ ਸਾਡੀ ਬੋਡੀ ਵਿੱਚ ਕੁਝ ਇੰਪੋਰਟੈਂਟ ਰੋਲ ਪਲੇ ਕਰਨ ਵਾਲੀ ਕੈਮੀਕਲਸ ਹੋਣ, ਕੁਝ ਗੈਸਸ ਹੋਣ, ਤਾਂ ਉਹ ਹੋ ਪਾਉਂਦਾ ਹੈਗਾ। ਸੋ ਜੇ ਆਪਾਂ ਗੱਲ ਕਰੀਏ ਹੁਣ ਬਲੌਕੇਜ ਰਿਮੂਵਲ ਦੀ, ਉਹ ਰਿਮੂਵਲ ਜਿਹੜਾ ਹੈਗਾ ਉਹ ਸਰਜਰੀਜ਼ ਤੋਂ ਸਟੈਂਟ ਪਾ ਕੇ ਉਹ ਵੱਡਾ ਜਗ੍ਹਾ ਤਾਂ ਖੁੱਲ ਜਾਂਦੀ ਹੈਗੀ ਹੈ, ਪਰ ਉਹ ਕਈ ਵਾਰ ਦੇਖਿਆ ਜਾਂਦਾ ਕਿ ਉਹ ਫਿਰ ਬਲੌਕੇਜ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਕਿਉਂਕਿ ਮੰਨ ਲਓ ਜੇ ਬਲੌਕੇਜ ਬਣ ਗਈ, ਜਗ੍ਹਾ ਘੱਟ ਹੋ ਗਈ, ਉੱਥੇ ਸਟੈਂਟ ਪਾ ਕੇ ਫਿਰ ਜਗ੍ਹਾ ਵੱਡੀ ਕਰ ਦਿੱਤੀ। ਹੁਣ ਜਿਹੜਾ ਬਲੌਕੇਜ ਬਣਨ ਦਾ ਕਾਰਨ ਸੀਗਾ ਉਹ ਫਿਰ ਦੁਬਾਰਾ ਆ ਗਿਆ ਤੇ ਫਿਰ ਉਹ ਬਲੌਕੇਜ ਉੱਥੇ ਬਣ ਜਾਂਦੀ ਹੈਗੀ ਹੈ। ਐਜ਼ ਅ ਰਿਜ਼ਲਟ ਫਿਰ ਬਾਈਪਾਸ ਸਰਜਰੀ ਦੀ ਗੱਲ ਕੀਤੀ ਜਾਂਦੀ ਹੈਗੀ, ਬਟ ਦਿਸ ਇਜ਼ ਨਾਟ ਅ ਪਰਮਾਨੈਂਟ ਸੋਲੂਸ਼ਨ। ਪਲੱਸ ਇਹ ਵੀ ਦੇਖਿਆ ਗਿਆ ਹੈਗਾ ਕਿ ਜਿਹੜੇ ਵੀ ਬਾਈਪਾਸ ਸਰਜਰੀ ਕਰਾਉਂਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਹੈਲਥ ਰਿਲੇਟਡ ਕੰਪਲਿਕੇਸ਼ਨ ਅੱਗੇ ਰਹਿੰਦੇ ਹੀ ਨੇ। ਪਲੱਸ ਹਾਰਟ ਦੀ ਮੈਡੀਸਿਨ ਵੀ ਪੂਰੀ ਲਾਈਫ ਲੌਂਗ ਉਹਨਾਂ ਨੂੰ ਲਗਾ ਦਿੱਤੀਆਂ ਜਾਂਦੀਆਂ ਨੇ। ਆਮ ਤੌਰ ਤੇ ਸਟੰਟ ਪਾਉਣਾ ਤਾਂ ਬਹੁਤ ਸੌਖਾ ਕਹਿ ਦਿੱਤਾ ਜਾਂਦਾ ਹੈ। ਹਰ ਦੂਸਰੇ ਜਾਂ ਤੀਸਰੇ ਪਰਸਨ ਜਦੋਂ ਕੋਈ ਆਪਣਾ ਚੈੱਕ ਕਰਵਾਉਣ ਜਾਂਦਾ ਹੈ, ਕਿਹਾ ਜਾਂਦਾ ਕਿ ਤੁਹਾਡੇ ਸਟੰਟ ਪਏਗਾ, ਤੁਹਾਡੇ ਇਸ ਤੋਂ ਬਾਅਦ ਜਾਂ ਫਿਰ ਤੁਹਾਡੀ ਬਾਈਪਾਸ ਸਰਜਰੀ ਹੋਏਗੀ। ਸੋ ਇਹ ਅੱਜ ਕੱਲ੍ਹ ਸਟੰਟ ਪਾਉਣਾ ਇੱਕ ਬੜਾ ਸਟੇਟਸ ਸਿੰਬਲ ਹੀ ਮੰਨ ਲਓ ਕਿ ਮੰਨ ਗਿਆ ਕਿ ਉਹ ਫਲਾਣੇ ਪੇਸ਼ੈਂਟ ਦੇ ਸਟੰਟ ਪਿਆ ਵਾ। ਸੋ ਇਹਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੇ ਕਿ ਹਰ ਕੇਸ ਦੇ ਵਿੱਚ ਸਟੰਟ ਪਾਉਣਾ ਜ਼ਰੂਰੀ ਹੈ ਜਾਂ ਇਸ ਨੂੰ ਅਸੀਂ ਨੈਚੁਰਲੀ ਤਰੀਕੇ ਨਾਲ ਵੀ ਆਪਣੀ ਡਾਈਟ ਨੂੰ ਕੰਟਰੋਲ ਕਰਕੇ ਵੀ ਇਹਨੂੰ ਠੀਕ ਕਰ ਸਕਦੇ ਹਾਂ? ਹਾਂਜੀ, ਜਦ ਮੈਜੋਰਿਟੀ ਆਫ ਦਾ ਕੇਸਿਸ ਵਿੱਚ ਕੀ ਹੁੰਦਾ ਹੈਗਾ ਕਿ ਜੇ ਆਪਾਂ ਡਾਈਟ ਐਂਡ ਲਾਈਫ ਸਟਾਈਲ ਠੀਕ ਕਰ ਲਈਏ ਤਾਂ ਜਿਹੜੀ ਬਲੌਕੇजेस ਸੀ ਉਹ ਖੁੱਲ ਜਾਂਦੀਆਂ ਨੇ। ਇੱਕ ਵਾਰ ਬਲੌਕੇਜ ਖੁੱਲ ਗਈ ਤੇ ਹਾਰਟ ਡਿਜ਼ੀਜ਼ ਖਤਮ ਹੋ ਗਈ, ਫਿਰ ਸਟੰਟ ਪਾਉਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਇਹਦੇ ਵਾਸਤੇ ਮੈਂ ਇੱਕ ਐਗਜ਼ਾਮਪਲ ਦਿੰਦਾ। ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਬਿਲ ਕਲਿੰਟਨ ਨੂੰ ਮੇਰੇ ਖਿਆਲ 3 ਜਾਂ 4 ਵਾਰ ਹਾਰਟ ਦੀ ਸਰਜਰੀਆਂ ਕਰਵਾਉਣੀਆਂ ਪਈਆਂ ਸੀਗੀਆਂ, ਪਲੱਸ ਉਹਨਾਂ ਨੂੰ 2 ਸਟੰਟ ਵੀ ਪਏ ਸੀਗੇ। ਸੋ ਹੋਇਆ ਕਿ ਇੱਕ ਵਾਰ ਉਹਨਾਂ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ, ਉਹਨਾਂ ਨੇ ਕਿਹਾ ਹੁਣ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਹੁਣ ਕੀ ਕਰਾਂ, ਇੰਨੀ ਵਾਰ ਮੇਰੀ ਸਰਜਰੀ ਹੋ ਚੁੱਕੀ ਹੈ, ਹੁਣ ਤਾਂ ਮੇਰੀ ਬਿਲਕੁਲ ਹੀ ਮੌਤ ਦਾ ਹੀ ਟਾਈਮ ਆ ਗਿਆ ਹੈਗਾ। ਲੇਕਿਨ ਕਿਸੇ ਤਰ੍ਹਾਂ ਉਹਨਾਂ ਨੇ ਨਾ, ਉਹ ਥੋੜੇ ਆਊਟ ਆਫ ਬਾਕਸ ਸੋਚਣ ਵਾਲੇ ਬੰਦੇ ਸੀਗੇ, ਉਹਨਾਂ ਨੇ ਪੜ੍ਹਨਾ ਸ਼ੁਰੂ ਕੀਤਾ, ਰਿਸਰਚ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਕੁਝ ਡਾਕਟਰਸ ਮਿਲ ਗਏ ਜਿਨ੍ਹਾਂ ਤੋਂ ਮੈਂ ਵੀ ਪੜ੍ਹਾਈ ਕੀਤੀ ਹੈਗੀ, ਜਿਨ੍ਹਾਂ ਤੋਂ ਮੈਂ ਵੀ ਸਿੱਖਿਆ ਹੈਗਾ, ਜਿਵੇਂ ਡਾਕਟਰ ਟਿਮ ਕੋਲਿਨ ਕੈਂਪਬੈਲ ਹੋ ਗਏ, ਡਾਕਟਰ ਡੀਨ ਔਰਨਿਸ਼, ਡਾਕਟਰ ਕਾਰਡਵੈਲ ਐਸਲਸਟੀਨ। ਇਹ ਅਮਰੀਕਾ ਦੇ ਬਹੁਤ ਵੱਡੇ ਡਾਕਟਰਸ ਹੈਗੇ। ਇਹਨਾਂ ਨੇ ਹਾਰਟ ਡਿਜ਼ੀਜ਼ ਨੂੰ ਰਿਵਰਸ ਕਰਨ ਦੀ ਸਾਇੰਟੀਫਿਕ ਸਟੱਡੀਜ਼ ਕੀਤੀਆਂ ਨੇ। ਸੋ ਜਦ ਇਹਨਾਂ ਦੀ ਗਾਈਡੈਂਸ ਵਿੱਚ ਡਾਕਟਰ ਆਪਣਾ ਬਿਲ ਕਲਿੰਟਨ ਜੀ ਨੇ ਜਦ ਇਹ ਫੋਲੋ ਕਰਨਾ ਸ਼ੁਰੂ ਕੀਤਾ ਡਾਈਟ, ਆਪਣੇ ਪਲਾਂਟ ਬੇਸਡ ਡਾਈਟ, ਮਤਲਬ ਕਿ ਆਪਣੇ ਡਾਈਟ ਵਿੱਚੋਂ ਬਿਲਕੁਲ ਨੌਨ ਵੈਜ ਖਤਮ ਕਰ ਦਿੱਤਾ, ਡੇਰੀ ਪ੍ਰੋਡਕਟਸ ਬੰਦ ਕਰ ਦਿੱਤੇ, ਆਇਲ ਪੀਣਾ ਬਿਲਕੁਲ ਬੰਦ ਕਰ ਦਿੱਤਾ, ਸਿਰਫ ਸਬਜ਼ੀਆਂ ਤੇ ਫਰੂਟਸ ਤੇ ਆ ਗਏ। ਥੋੜੇ ਟਾਈਮ ਬਾਅਦ ਕੀ ਹੋਇਆ, ਉਹਨਾਂ ਦੀ ਜਿਹੜੀ ਹਾਰਟ ਦੀ ਪ੍ਰੋਬਲਮ ਸੀਗੀਆਂ ਸੋਲਵ ਹੋਣੀ ਸ਼ੁਰੂ ਹੋ ਗਈਆਂ, ਪਲੱਸ ਸਟੰਟ ਜਿਹੜੇ ਪਏ ਸੀ ਉਹ ਨਿਕਲਵਾ ਵੀ ਲਏ ਉਹਨਾਂ ਨੇ। ਸੋ ਦੈਟ ਮੀਨਸ ਕਿ ਨੈਚੁਰਲੀ ਹੀ ਆਪਣੇ ਆਪ ਨੂੰ ਹਾਰਟ ਡਿਜ਼ੀਜ਼ ਨੂੰ ਠੀਕ ਕੀਤਾ ਜਾ ਸਕਦਾ ਹੈਗਾ। ਸੋ ਤੁਸੀਂ ਗੱਲ ਕੀਤੀ ਸੀ ਕਿ ਰਿਵਰਸ ਕਰਨ ਦੀ ਸਿਚੁਏਸ਼ਨ ਦੀ ਗੱਲ ਕੀਤੀ ਹੈ ਕਿ ਹਾਰਟ ਡਿਜ਼ੀਜ਼ ਨੂੰ ਰਿਵਰਸ ਕੀਤਾ ਜਾ ਸਕਦਾ ਹੈ। ਕੋਈ ਅਜਿਹਾ, ਜਿਵੇਂ ਕਹਿੰਦੇ ਆ ਕਿ ਕਈ ਆਰਗਨਸ ਹੁੰਦੇ ਜਿਨ੍ਹਾਂ ਨੂੰ ਰਿਵਰਸ ਨਹੀਂ ਕੀਤਾ ਜਾ ਸਕਦਾ, ਹਾਰਟ ਦੀ ਕੰਡੀਸ਼ਨ ਨੂੰ ਕੀਤਾ ਜਾ ਸਕਦਾ ਹੈ? ਹਾਂਜੀ, ਹਾਰਟ ਡਿਜ਼ੀਜ਼ ਜਿਹੜੀ ਕੋਰੋਨਰੀ ਆਰਟਰੀ ਡਿਜ਼ੀਜ਼ ਹੈਗੀ, ਜਿਹੜੀ ਕੋਰੋਨਰੀ ਹਾਰਟ ਡਿਜ਼ੀਜ਼ ਹੈਗੀ, ਦਿਸ ਇਜ਼ ਰਿਵਰਸਿਬਲ। ਇਹਨੂੰ ਰਿਵਰਸ ਕੀਤਾ ਜਾ ਸਕਦਾ ਹੈਗਾ। ਉਹਦੇ ਪਿੱਛੇ ਸਾਇੰਸ ਹੈਗੀ ਹੈ। ਇਹ ਸਾਇੰਸ ਹੈ ਕਿ ਨਾਈਟ੍ਰਿਕ ਆਕਸਾਈਡ ਦੀ, ਇਹ ਮਤਲਬ ਨੋਬਲ ਪ੍ਰਾਈਜ਼ ਵਿਨਿੰਗ ਸਾਇੰਸ ਹੈਗੀ, ਯਾਨੀ ਪੂਰੀ ਮੈਡੀਕਲ ਕਮਿਊਨਿਟੀ ਇਸ ਨੂੰ ਐਕਸੈਪਟ ਕਰਦੀ ਹੈਗੀ। ਇਹਦੇ ਵਿੱਚ ਦੇਖਿਆ ਕੀ ਜਾਂਦਾ ਹੈਗਾ, ਜਦ ਸਾਡੀ ਬੋਡੀ ਵਿੱਚ ਐਂਪਲ ਅਮਾਊਂਟਸ ਆਫ ਨਾਈਟ੍ਰਿਕ ਆਕਸਾਈਡ ਪ੍ਰੋਡਿਊਸ ਹੁੰਦੀ ਹੈਗੀ ਤੇ ਇਹ ਨਾਈਟ੍ਰਿਕ ਆਕਸਾਈਡ ਸਾਡੀ ਬੋਡੀ ਦੀ ਜਿਹੜੀ ਬਲੱਡ ਵੈਸਲਸ ਹੈਗੀਆਂ, ਬਲੱਡ ਵੈਸਲਸ ਦੇ ਅੰਦਰ ਐਂਡੋਥੀਲੀਅਲ ਲੇਅਰ ਜਿਹੜੀ ਹੈਗੀ, ਜਿਹੜੀ ਬੇਸਿਕਲੀ ਸਾਡੀ ਹਾਰਟ ਦੀ, ਸਾਡੀ ਬੋਡੀ ਦੀ ਹੈਲਥ ਹੈਗੀ, ਉਸ ਦੇ ਵਿੱਚ ਜਿਹੜੀ ਇਨਫਲੇਮੇਸ਼ਨ ਆਉਂਦੀ ਹੈਗੀ, ਜਿਹੜੀ ਬਲੌਕੇजेस ਆਉਂਦੀਆਂ ਨੇ, ਉਹਨੂੰ ਖੋਲ ਦਿੰਦੀ ਹੈਗੀ, ਉਹਨੂੰ ਰਿਵਰਸ ਕਰ ਦਿੰਦੀ ਹੈਗੀ, ਜਿਹੜੀ ਇਨਫਲੇਮੇਸ਼ਨ ਹੈਗੀ ਉਹਨੂੰ ਹੀਲ ਕਰ ਦਿੰਦੀ ਹੈਗੀ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਕਰਦੀ ਹੈ ਨਾਈਟ੍ਰਿਕ ਆਕਸਾਈਡ, ਆਰਟਰੀਓਜੈਨੇਸਿਸ।
ਇਹ ਆਰਟਰੀਓਜੈਨੇਸਿਸ ਕੀ ਹੁੰਦਾ ਹੈਗਾ, ਜਿਹੜੀ ਸਾਡੀ ਕੋਲੈਟਰਲ ਆਰਟਰੀਜ਼ ਨੇ, ਯਾਨੀ ਕਿ ਹੁਣ ਮੰਨ ਲਓ ਸਾਡੀ ਗੱਡੀ ਵਿੱਚ ਟਾਇਰ ਪੰਚਰ ਹੋ ਗਿਆ ਤੇ ਜੇ ਸਾਡੇ ਗੱਡੀ ਵਿੱਚ ਇੱਕ ਟਾਇਰ ਹੋਰ ਪਿਆ ਹੈਗਾ, ਸਟੈਪਨੀ ਪਈ ਹੈ, ਤੇ ਆਪਾਂ ਉਹਨੂੰ ਬਦਲ ਕੇ ਟਾਇਰ ਚੇਂਜ ਕਰ ਸਕਦੇ ਹਾਂ। ਲੇਕਿਨ ਅਗਰ ਸਿਰਫ ਟਾਇਰ ਪਿਆ ਹੈਗਾ, ਸਾਨੂੰ ਚੇਂਜ ਕਰਨਾ ਹੀ ਨਹੀਂ ਆਉਂਦਾ ਤੇ ਆਪਾਂ ਕਦੀ ਉਸ ਟਾਇਰ ਨੂੰ ਬਦਲ ਨਹੀਂ ਪਾਵਾਂਗੇ ਤੇ ਆਪਾਂ ਸਟਰਕ ਹੋ ਜਾਵਾਂਗੇ। ਇਸੇ ਤਰ੍ਹਾਂ ਸਾਡੀ ਬੋਡੀ ਵਿੱਚ ਇੱਕ ਹਿਡਨ ਨੈਟਵਰਕ ਹੈਗਾ, ਉਹ ਹਿਡਨ ਟਾਇਰ ਹੈਗਾ ਜਿਹੜਾ ਸਾਡੀ ਉਸ ਆਰਟਰੀ ਨੂੰ ਚਲਾ ਸਕਦਾ ਹੈਗਾ। ਲੇਕਿਨ ਉਹ ਟਾਇਰ ਚਲੇਗਾ ਕਿਵੇਂ? ਉਹ ਚਲੇਗਾ ਤਾਂ ਜਦ ਸਾਡੀ ਬੋਡੀ ਵਿੱਚ ਨਾਈਟ੍ਰਿਕ ਆਕਸਾਈਡ ਪ੍ਰੋਡਿਊਸ ਹੋਏਗੀ। तो जे ਇਹ ਨਾਈਟ੍ਰਿਕ ਆਕਸਾਈਡ ਅਸੀਂ ਕਿਸੇ ਤਰ੍ਹਾਂ ਆਪਣੀ ਬੋਡੀ ਪ੍ਰੋਡਿਊਸ ਕਰਾ ਲਈਏ ਤੇ ਹਾਰਟ ਡਿਜ਼ੀਜ਼ ਜਿਹੜੀ ਹੈਗੀ, ਹਾਰਟ ਵਿੱਚ ਜਿਹੜੀ ਬਲੋਕੇजेस ਹੈਗੀਆਂ ਉਹ ਖੁੱਲ ਜਾਂਦੀਆਂ ਨੇ ਤੇ ਅਸੀਂ ਫਿਰ ਸਵਸਥ ਹੋ ਜਾਂਦੇ ਹੈਗੇ ਆ। ਤੁਸੀਂ ਜਿਵੇਂ ਗੱਲ ਕੀਤੀ ਇੰਨੀ ਡਿਟੇਲ ਦੇ ਵਿੱਚ, ਸੋ ਇੱਕ ਥੋੜਾ ਜਿਹਾ ਇੱਥੇ ਸਵਾਲ ਜ਼ਰੂਰ ਹੈ ਕਿ ਜਿਵੇਂ ਆਪਾਂ ਕੋਈ ਆਲਰੇਡੀ ਹਾਰਟ ਪੇਸ਼ੈਂਟ ਹੈਗਾ ਆ ਤੇ ਉਹਨੂੰ ਸਰਜਰੀ ਦੀ ਸਲਾਹ ਦਿੱਤੀ ਗਈ ਆ, ਸੋ ਕੀ ਉਸ ਕੰਡੀਸ਼ਨ ਦੇ ਵਿੱਚ ਵੇਟ ਕਰਨਾ ਠੀਕ ਹੋਏਗਾ ਜਾਂ ਫਿਰ ਪਹਿਲਾਂ ਡਾਕਟਰ ਦੀ ਮੰਨ ਕੇ ਸਰਜਰੀ ਵਗੈਰਾ ਦਾ ਉਹਨੂੰ ਆਪਟ ਕਰਨਾ ਜ਼ਿਆਦਾ ਬੈਟਰ ਆਪਸ਼ਨ ਹੋਏਗਾ? ਸੋ ਇਸ ਚੈਨਲ ਦੇ ਵਿੱਚ ਮੈਂ ਕਿਸੇ ਦੀ ਪਰਸਨਲ ਮੈਡੀਕਲ ਐਡਵਾਈਸ ਤਾਂ ਨਹੀਂ ਦੇ ਸਕਦਾ ਹੈਗਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈਗਾ, ਬਟ ਐਜ਼ ਅ ਜਨਰਲ, ਐਜ਼ ਅ ਰੂਲ ਆਫ ਥੰਬ, ਜਿੰਨਾ ਮੈਂ ਆਪਣੇ ਐਕਸਪੀਰੀਅੰਸ ਵਿੱਚ ਦੇਖਿਆ, ਜਿੰਨੇ ਮੈਂ ਵੱਡੇ ਵੱਡੇ ਡਾਕਟਰਾਂ ਨੂੰ ਪੜ੍ਹਿਆ ਹੈਗਾ, ਉਹ ਇਹ ਕਹਿੰਦੇ ਹੈਗੇ ਕਿ ਜਦ ਤੁਸੀਂ ਇਹ ਪਲਾਂਟ ਬੇਸਡ ਡਾਈਟ ਤੇ ਆਉਂਦੇ ਹੋ ਜਿਹਦੇ ਵਿੱਚ 70% to 80% ਰॉ ਫਰੂਟਸ ਐਂਡ ਵੈਜੀਟੇਬਲਸ ਹੁੰਦੇ ਨੇ, ਉਸੇ ਟਾਈਮ ਤੋਂ ਤੁਹਾਡੀ ਹਾਰਟ ਡਿਜ਼ੀਜ਼ ਜਿਹੜੀ ਹੈਗੀ ਹੈ ਉਹ ਵਧਣਾ ਰੁਕ ਜਾਂਦਾ ਹੈਗਾ ਤੇ ਉਸੇ ਟਾਈਮ ਤੋਂ ਰਿਵਰਸ ਹੋਣੀ ਸ਼ੁਰੂ ਹੋ ਜਾਂਦੀ ਹੈ। ਯਾਨੀ ਕਿ ਅਗਰ 80% ਬਲੋਕੇਜ ਸੀਗੀ ਤੇ ਉਹ 80 ਤੋਂ 81 ਨਹੀਂ ਹੋਏਗੀ, ਹੁਣ ਉਹ ਘਟਣੀ ਸ਼ੁਰੂ ਹੋ ਜਾਏਗੀ। ਤੇ ਜੇ ਲਗਾਤਾਰ 3 ਤੋਂ ਲੈ ਕੇ 6 ਮਹੀਨੇ ਜਾਂ ਕਿਸੇ ਦੇ ਕੇਸ ਵਿੱਚ 9 ਮਹੀਨੇ ਤੁਸੀਂ ਲਗਾਤਾਰ ਇੱਕ ਪਲਾਂਟ ਬੇਸਡ ਡਾਈਟ ਤੇ ਆ ਜਾਓ ਜਿਹਦੇ ਵਿੱਚ ਫਰੂਟਸ ਐਂਡ ਵੈਜੀਟੇਬਲਸ ਬਹੁਤ ਅੱਛੀ ਕੁਆਂਟੀਟੀਜ਼ ਵਿੱਚ ਹੋਣਗੇ, ਤਾਂ ਤੁਹਾਡੀ ਉਹ ਬਲੋਕੇजेस ਖੁੱਲਣੀਆਂ ਸ਼ੁਰੂ ਹੋ ਜਾਣਗੀਆਂ ਐਂਡ ਤੁਹਾਨੂੰ ਉਹ ਸਰਜਰੀ ਦੀ ਲੋੜ ਹੀ ਨਹੀਂ ਪਵੇਗੀ। ਬਿਲਕੁਲ। ਤੇ ਡਾਈਟ ਦੇ ਬਾਰੇ ਵੀ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿਵੇਂ ਦੀ ਇਹ ਡਾਈਟ ਹੈਗੀ ਹੈ ਖਾਸ ਤੌਰ ਤੇ ਸਾਡੇ ਹਾਰਟ ਪੇਸ਼ੈਂਟਸ ਦੇ ਲਈ, ਪਰ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਸੋ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆ ਰਹੇ ਹਾਂ ਤੇ ਗੱਲਬਾਤ ਕਰਾਂਗੇ ਉਸ ਡਾਈਟ ਦੇ ਬਾਰੇ ਵਿੱਚ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਹੈਲਥ ਟਾਕ ਵਿੱਚ, ਤੇ ਅੱਜ ਅਸੀਂ ਦਿਲ ਦੀਆਂ ਬਿਮਾਰੀਆਂ ਬਾਰੇ ਗੱਲਬਾਤ ਕਰ ਰਹੇ ਹਾਂ। ਤੁਹਾਡੀ ਸਿਹਤ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੇ ਹਾਂ। ਤੁਹਾਡਾ ਕੋਈ ਸਵਾਲ ਹੈਗਾ ਦਿਲ ਨੂੰ ਲੈ ਕੇ ਜਾਂ ਤੁਹਾਡੀ ਸਿਹਤ ਨੂੰ ਲੈ ਕੇ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ ਤੇ ਕਮਲ ਜੀ ਕੋਸ਼ਿਸ਼ ਕਰਨਗੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ। ਸੋ ਅੱਜ ਅਸੀਂ ਡਾਈਟ ਦੀ ਗੱਲ ਕਰਾਂਗੇ। ਹੁਣ ਦਿਲ ਨੂੰ ਠੀਕ ਰੱਖਣ ਲਈ ਅਸੀਂ ਡਾਈਟ ਕਿਸ ਤਰੀਕੇ ਦੀ ਲੈ ਸਕਦੇ ਹਾਂ? ਹਾਂਜੀ, ਸੋ ਹਾਰਟ ਡਿਜ਼ੀਜ਼ ਜਿਹੜੀ ਹੈਗੀ ਹੈ ਇੱਕ ਬਹੁਤ ਇੰਪੋਰਟੈਂਟ ਕੰਡੀਸ਼ਨ ਹੈਗੀ, ਕਾਫੀ ਸੀਰੀਅਸ ਵੀ ਹੁੰਦੀ ਕਈ ਕੇਸਿਸ ਵਿੱਚ। ਸੋ ਇਹਦੇ ਵਾਸਤੇ ਇੱਕ ਇੰਡੀਵਿਜੂਅਲਾਈਜ਼ਡ ਡਾਈਟ ਬਣਦੀ ਹੈਗੀ ਤੁਹਾਡੀ ਬੋਡੀ ਦੀ ਰਿਕੁਆਇਰਮੈਂਟਸ ਨੂੰ ਦੇਖ ਕੇ ਕਿ ਤੁਹਾਨੂੰ ਕਿਹੜੇ ਫੂਡਸ, ਕਿਹੜੇ ਵੈਜੀਟੇਬਲਸ, ਕਿਹੜੇ ਫਰੂਟਸ ਕਿੰਨੀ ਕੁਆਂਟੀਟੀ ਵਿੱਚ ਖਾਣ ਦੀ ਲੋੜ ਹੈਗੀ, ਕਿਸ ਵੇਲੇ ਖਾਣ ਦੀ ਲੋੜ ਹੈਗੀ, ਜੂਸਸ ਪੀ ਸਕਦੇ ਹੋ ਕਿ ਨਹੀਂ ਪੀ ਸਕਦੇ, ਤੁਹਾਨੂੰ ਹੋਰ ਕੋਈ ਮੈਡੀਕਲ ਕੰਡੀਸ਼ਨ ਹੈ ਕਿ ਨਹੀਂ। ਸੋ ਇਹਨਾਂ ਚੀਜ਼ਾਂ 'ਤੇ ਡਿਪੈਂਡ ਕਰਦੀ ਹੈਗੀ। ਸੋ ਅੱਜ ਦੇ ਸ਼ੋਅ ਵਿੱਚ ਆਪਾਂ ਤੁਹਾਨੂੰ ਇੱਕ ਇਸ ਤਰ੍ਹਾਂ ਦੀ ਡਾਈਟ ਪਲਾਨ ਦੱਸ ਸਕਦੇ ਹਾਂ ਜਿਹੜਾ ਜਨਰਲ ਡਾਈਟ ਪਲਾਨ ਹੈਗਾ। ਇਹ ਤੁਸੀਂ ਤਾਂ ਫੋਲੋ ਕਰ ਸਕਦੇ ਹੋ ਇਫ ਯੂਰ ਏਜ ਇਜ਼ 45 ਬਿਲੋ, ਯਾਨੀ 45 ਤੋਂ ਤੁਹਾਡੀ ਏਜ ਘੱਟ ਹੈਗੀ ਹੈ। ਇਸ ਤੋਂ ਇਲਾਵਾ ਤੁਹਾਨੂੰ ਮਲਟੀਪਲ ਡਿਜ਼ੀਜ਼ਸ ਨਹੀਂ ਹੈਗੀਆਂ। ਫੋਰ ਐਗਜ਼ਾਮਪਲ ਅਗਰ ਤੁਹਾਨੂੰ ਡਾਇਬੀਟੀਜ਼ ਹੈਗੀ ਜਾਂ ਹੋਰ ਵੀ ਕਿਡਨੀ ਦੀ ਪ੍ਰੋਬਲਮ ਹੈਗੀ, ਤਾਂ ਇਹ ਡਾਈਟ ਜਿਹੜੀ ਮੈਂ ਦੱਸਣ ਲੱਗਿਆ ਇਹ ਤੁਸੀਂ ਨਹੀਂ ਫੋਲੋ ਕਰਨੀ ਹੈਗੀ ਹੈ। ਮਤਲਬ ਕਿ ਕਿਸੇ ਦੀ ਐਡਵਾਈਸ ਵਿੱਚ ਫੋਲੋ ਕਰੋਗੇ ਤਾਂ ਤੁਹਾਨੂੰ ਫਾਇਦਾ ਮਿਲੇਗਾ। ਸੋ ਇਹ ਜਿਹੜੀ ਡਾਈਟ ਹੈਗੀ ਹੈ ਇਟ ਇਜ਼ ਬੇਸਡ ਔਨ ਦਾ ਮੈਜਿਕ ਮੋਲੀਕਿਊਲ ਨੋਬਲ ਪ੍ਰਾਈਜ਼ ਵਿਨਿੰਗ ਸਾਇੰਸ ਆਫ ਨਾਈਟ੍ਰਿਕ ਆਕਸਾਈਡ, ਯਾਨੀ ਕਿ ਜਦ ਸਾਡੀ ਬੋਡੀ ਵਿੱਚ ਅਸੀਂ ਇੱਕ ਐਂਪਲ ਮਾਤਰਾ ਵਿੱਚ ਨਾਈਟ੍ਰਿਕ ਆਕਸਾਈਡ ਦਾ ਪ੍ਰੋਡਕਸ਼ਨ ਕਰਵਾ ਦਿੰਦੇ ਆ ਤਾਂ ਸਾਡੀ ਬਲੱਡ ਵੈਜ਼ਲਸ ਦੀ ਐਂਡੋਥੀਲੀਅਲ ਲੇਅਰ ਦੀ ਹੈਲਥ ਇੰਪਰੂਵ ਹੋ ਜਾਂਦੀ ਹੈਗੀ ਤੇ ਹਾਰਟ ਡਿਜ਼ੀਜ਼ ਐਂਡ ਬਲੋਕੇजेस ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜੀ, ਇਹਦੇ ਬਾਰੇ ਗੱਲ ਕਰਾਂਗੇ। ਸਾਡਾ ਇੱਕ ਕਾਲਰ ਜੁੜ ਗਏ ਨੇ, ਅਸੀਂ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਰੀਨਾ ਬੋਲਦੀ ਹਾਂ ਬਰੈਂਪਟਨ ਤੋਂ। ਹਾਂਜੀ ਹਾਂਜੀ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਿਹੜਾ ਹਾਰਟ ਬਰਨ ਹੁੰਦਾ ਕਈ ਪੇਸ਼ੈਂਟਸ ਦੇ, ਉਹ ਡਾਈਜੈਸਟਿਵ ਪ੍ਰੋਬਲਮ ਹੈ ਜਾਂ ਫਿਰ ਹਾਰਟ ਨਾਲ ਰਿਲੇਟਡ ਹੈ? ਜੀ, ਆਪਾਂ ਕੁਝ ਪੁੱਛਣਾ ਹੈ, ਆਂਸਰ ਦੇਈਏ। ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਆ। ਹਾਂਜੀ, ਸੋ ਜਿਹੜਾ ਹਾਰਟ ਬਰਨ ਹੈਗਾ, ਇੰਡਾਈਜੈਸ਼ਨ ਦਾ ਪੇਨ ਹੈਗਾ, ਸੋ ਜਿਵੇਂ ਆਪਾਂ ਸ਼ੋਅ ਵਿੱਚ ਪਹਿਲਾਂ ਵੀ ਹੁਣੇ ਗੱਲ ਕੀਤੀ ਸੀਗੀ ਕਿ ਕਈ ਵਾਰੀ ਕੀ ਹੁੰਦਾ ਹੈ ਕਿਸੇ ਦਾ ਡਾਈਜੈਸਟਿਵ ਸਿਸਟਮ ਥੋੜਾ ਜਿਹਾ ਵੀਕ ਹੁੰਦਾ ਹੈ। ਐਜ਼ ਅ ਰਿਜ਼ਲਟ ਉਹਦੇ ਐਸਿਡ ਰਿਫਲਕਸ ਦੀ ਪ੍ਰੋਬਲਮ ਹੁੰਦੀ ਹੈ ਜਾਂ GERD ਹੈ ਨਾ, ਗੈਸਟ੍ਰੋਇਸੋਫੈਗਲ ਰਿਫਲਕਸ ਡਿਜ਼ੀਜ਼, ਜਾਂ ਫਿਰ ਗੈਸ ਬਣਨੀ ਹੋ ਜਾਂਦੀ ਹੈ। ਤੇ ਐਜ਼ ਅ ਰਿਜ਼ਲਟ ਉਹ ਜਿਹੜਾ ਗੈਸ ਹੈਗਾ ਜਦ ਉੱਤੇ ਨੂੰ ਆਉਂਦਾ ਹੈਗਾ, ਉਹ ਪੇਨ ਉੱਤੇ ਵਾਲੀ ਸਾਈਡ ਨੂੰ ਆਉਂਦਾ ਹੈਗਾ ਤੇ ਚੈਸਟ ਏਰੀਆ ਵਿੱਚ ਫੀਲ ਹੁੰਦਾ ਹੈਗਾ। ਉਸ ਏਰੀਆ ਵਿੱਚ ਫੀਲ ਹੋਣ ਕਰਕੇ ਕਈ ਵਾਰ ਸਾਨੂੰ ਲੱਗਦਾ ਹੈਗਾ ਕਿ ਉਹ ਹਾਰਟ ਅਟੈਕ ਹੈਗਾ ਜਾਂ ਚੈਸਟ ਜਿਹੜੀ ਹਾਰਟ ਡਿਜ਼ੀਜ਼ ਹੈਗੀ ਹੈ, ਪਰ ਮੋਸਟ ਆਫ ਦਾ ਟਾਈਮਸ ਦੈਟ ਇਜ਼ ਇੰਡਾਈਜੈਸ਼ਨ। ਲੇਕਿਨ ਕਈ ਕੇਸਿਸ ਵਿੱਚ ਦੈਟ ਕੈਨ ਬੀ ਹਾਰਟ ਅਟੈਕ ਜਾਂ ਫਿਰ ਹਾਰਟ ਦਾ ਪੇਨ, ਐਂਜਾਈਨਾ ਦਾ ਪੇਨ ਵੀ ਹੋ ਸਕਦਾ ਹੈਗਾ। ਸੋ ਇਹਦੇ ਵਾਸਤੇ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਉਸ ਤੋਂ ਪੁੱਛਣਾ ਚਾਹੀਦਾ ਹੈ, ਡਾਇਗਨੋਸਿਸ ਕਰਵਾਉਣਾ ਚਾਹੀਦਾ ਹੈਗਾ ਕਿ ਇਹ ਹਾਰਟ ਦੀ ਪ੍ਰੋਬਲਮ ਹੈਗੀ ਜਾਂ ਇੰਡਾਈਜੈਸ਼ਨ ਦੀ ਪ੍ਰੋਬਲਮ ਹੈਗੀ ਹੈ। ਬਟ ਤੁਸੀਂ ਇਸ ਤਰ੍ਹਾਂ ਕੀ ਕਰ ਸਕਦੇ ਹੋ, ਸਾਡੇ ਇਸ ਸ਼ੋਅ ਨੂੰ ਦੇਖਦੇ ਰਹੋ, ਇਹਦੇ ਵਿੱਚ ਆਪਾਂ ਹੋਰ ਵੀ ਗਾਈਡਲਾਈਨਸ ਦੱਸਾਂਗੇ। ਪਲੱਸ ਇੰਡਾਈਜੈਸ਼ਨ ਵਾਸਤੇ ਤੁਸੀਂ 2 ਚੀਜ਼ਾਂ ਕਰਿਆ ਕਰੋ। ਇੱਕ ਤਾਂ ਪਾਣੀ ਕਦੇ ਵੀ ਆਪਣੇ ਫੂਡ ਦੇ ਨਾਲ ਨਹੀਂ ਖਾਇਆ ਕਰੋ ਤੇ ਹਮੇਸ਼ਾ ਆਪਣੇ ਲੈਫਟ ਸਾਈਡ ਤੇ ਸੋਇਆ ਕਰੋ। ਤੁਸੀਂ 2-3 ਚੀਜ਼ਾਂ ਇਸ ਤਰ੍ਹਾਂ ਦੀ ਕਰੋਗੇ, ਜਿਵੇਂ ਲੈਫਟ ਸਾਈਡ ਤੇ ਸੋਣਾ ਹੋ ਗਿਆ, ਖਾਣੇ ਦੇ ਨਾਲ ਪਾਣੀ ਨਾ ਪੀਣਾ, ਪਲੱਸ ਖਾਣਾ ਜੋ ਵੀ ਖਾਂਦੇ ਹੋ ਉਹਨੂੰ ਚੰਗੀ ਤਰ੍ਹਾਂ ਚਬਾ ਕੇ ਖਾਣਾ,
ਤੇ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਮਾਰਕੀਟ ਦਾ ਪੈਕੇਜ ਤੇ ਸਪਾਈਸੀ ਤੇ ਇਹ ਚੀਜ਼ਾਂ ਨਾ ਖਾਣੀਆਂ। ਇਹ ਤੁਸੀਂ ਕਰੋਗੇ ਤੇ ਅਗਰ ਤੁਹਾਡਾ ਪੇਟ ਦਾ ਗੈਸ ਤੇ ਐਸਿਡ ਦੀ ਪ੍ਰੋਬਲਮ ਘਟ ਗਈ ਤੇ ਤੁਹਾਨੂੰ ਇੱਥੇ ਪੇਨ ਹੋਣਾ ਘੱਟ ਹੋ ਗਿਆ, ਦੈਟ ਮੀਨਸ ਕਿ ਉਹ ਇੰਡਾਈਜੈਸ਼ਨ ਤੋਂ ਰਿਲੇਟਡ ਸੀਗਾ। ਲੇਕਿਨ ਅਗਰ ਉਹ ਤੁਸੀਂ ਆਪਣਾ ਡਾਈਜੈਸਟਿਵ ਸਿਸਟਮ ਵੀ ਥੋੜਾ ਠੀਕ ਕਰ ਲਿਆ ਪਰ ਫਿਰ ਵੀ ਇੱਥੇ ਪੇਨ ਹੋ ਰਿਹਾ, ਦੈਟ ਮੀਨਸ ਕਿ ਤੁਹਾਨੂੰ ਚੈੱਕਅਪ ਕਰਾ ਲੈਣਾ ਚਾਹੀਦਾ ਹੈਗਾ। ਆਮ ਤੌਰ ਤੇ ਨਾ ਕਈ ਬਜ਼ੁਰਗਾਂ ਤੋਂ ਵੀ ਅਸੀਂ ਸੁਣਦੇ ਹਾਂ ਦਿਲ ਭਰਿਆ ਭਰਿਆ ਪਿਆ ਸਾਡਾ, ਉਹ ਵੀ ਕੀ ਡਾਈਜੈਸ਼ਨ ਨਾਲ ਸੰਬੰਧਿਤ ਹੀ ਹੈ? ਕਈ ਵਾਰ ਹੁੰਦਾ ਹੈਗਾ ਡਾਈਜੈਸ਼ਨ ਨਾਲ ਸੰਬੰਧਿਤ ਹੁੰਦਾ ਹੈਗਾ, ਪਲੱਸ ਚਾਹ ਨਾਲ ਸੰਬੰਧਿਤ ਹੁੰਦਾ ਹੈਗਾ। ਆਪਾਂ ਸਵੇਰੇ ਸਵੇਰੇ ਤੇ ਚਾਹ ਪੀ ਲੈਂਦੇ ਹੈਗੇ ਆ ਤੇ ਉਹ ਕਈ ਵਾਰ ਸਾੜ ਪੈਣ ਲੱਗ ਪੈਂਦੀ ਹੈਗੀ, ਹਾਰਟ ਬਰਨ ਹੋਣ ਲੱਗ ਪੈਂਦਾ ਜਦ ਖਾਲੀ ਪੇਟ ਹੀ ਲੈ ਲੈਂਦੇ ਹੈਗੇ ਬਿਨਾਂ ਪਾਣੀ ਪੀਤੇ। ਤਾਂ ਹੁੰਦਾ ਕੀ ਹੈਗਾ, ਸਵੇਰੇ ਸਵੇਰੇ ਸਾਡੀ ਬੋਡੀ ਬੈਸਟ ਨਿਊਟ੍ਰੀਸ਼ਨ ਨੂੰ ਅਬਜ਼ੌਰਬ ਕਰਨ ਵਾਸਤੇ ਰੈਡੀ ਹੁੰਦੀ ਹੈ, ਲੇਕਿਨ ਉਹਦੇ ਵਿੱਚ ਆਪਾਂ ਚਾਹ ਪਾ ਦਿੰਦੇ ਹੈਗੇ ਆ। ਤੇ ਚਾਹ ਵਿੱਚ ਪਲੱਸ ਪਹਿਲੀ ਗੱਲ ਡੇਅਰੀ ਪ੍ਰੋਡਕਟ ਹੈਗਾ, ਫਿਰ ਉਹਦੇ ਵਿੱਚ ਸ਼ੂਗਰ ਹੈਗੀ, ਪਲੱਸ ਉਹਦੇ ਵਿੱਚ ਜਿਹੜੀ ਚਾਹ ਪੱਤੀ ਪੈਂਦੀ ਹੈਗੀ ਦੈਟ ਇਜ਼ ਆਲਸੋ ਫਿਲਡ ਅਪ ਵਿਦ ਕੈਮੀਕਲਸ ਜਿਹੜੇ ਸਾਡੀ ਬੋਡੀ ਨੂੰ ਕਿਤੇ ਨਾ ਕਿਤੇ ਅੰਦਰ ਜਾ ਕੇ ਐਸਿਡਿਕ ਬਣਾਉਂਦੇ ਹੈਗੇ ਆ ਤੇ ਐਜ਼ ਅ ਰਿਜ਼ਲਟ ਉਹ ਹਾਰਟ ਬਰਨ ਕਰ ਦਿੰਦਾ ਹੈਗਾ। ਤੇ ਉਹ ਵੀ ਵੱਡਿਆਂ ਦੇ ਕੇਸ ਵਿੱਚ ਯੂਜ਼ਲੀ ਇਹੀ ਹੁੰਦਾ ਕਿਉਂਕਿ ਉਹਨਾਂ ਨੂੰ ਚਾਹ ਪੀਣ ਦੀ ਬਹੁਤ ਆਦਤ ਹੁੰਦੀ ਹੈ। ਐਂਡ ਕਈਆਂ ਦੇ ਤਾਂ ਮੈਂ ਇਹ ਵੀ ਸੁਣਿਆ ਕਿ ਕਈ ਮਤਲਬ ਕਿ ਸਵੇਰੇ ਉੱਠਣ ਸਾਰ ਸਭ ਤੋਂ ਪਹਿਲੀ ਚੀਜ਼ ਕਰਦੇ ਆ ਐਸਿਡ ਦੀ ਗੋਲੀ ਖਾਂਦੇ ਆ ਕਿ ਸਾਨੂੰ ਐਸਿਡਿਟੀ ਹੋ ਰਹੀ ਆ ਉਹਦੀ ਗੋਲੀ ਖਾ ਰਹੇ ਆ। ਉਹ ਚੀਜ਼ਾਂ ਵੀ ਕਿ ਮਾੜੀਆਂ ਹੀ ਨੇ ਆਫ ਕੋਰਸ ਕਿ ਤੁਸੀਂ ਸਵੇਰੇ ਉੱਠਣ ਸਾਰ ਜਦੋਂ ਕੋਈ ਐਵੇਂ ਦੀ ਗੋਲੀ ਖਾ ਰਹੇ ਹੋ ਤੁਹਾਡਾ ਡਾਈਜੈਸ਼ਨ ਸਿਸਟਮ ਠੀਕ ਨਹੀਂ, ਅੱਗੇ ਜਾ ਕੇ ਹੋਰ ਬਿਮਾਰੀਆਂ ਵਧਾ ਸਕਦਾ ਹੈ। ਜੀ ਬਿਲਕੁਲ, ਕਿਉਂਕਿ ਉਹ ਐਸਿਡਿਟੀ ਦੀ ਗੋਲੀਆਂ ਹੈਗੀਆਂ ਨਾ ਉਹ ਸਪਰੈਸ ਕਰ ਰਹੀਆਂ ਨੇ ਕਿਤੇ ਨਾ ਕਿਤੇ ਤੁਹਾਡਾ ਡਾਈਜੈਸਟਿਵ ਸਿਸਟਮ, ਉਹਨੂੰ ਠੀਕ ਨਹੀਂ ਕਰ ਰਹੀਆਂ ਹੈਗੀਆਂ। ਤਾਂ ਉਸ ਤੋਂ ਬੈਟਰ ਇਹ ਹੈਗਾ ਕਿ ਤੁਸੀਂ ਸਵੇਰੇ ਸਵੇਰੇ ਉੱਠ ਕੇ ਸਫੇਦ ਪੇਠੇ ਦਾ ਜੂਸ ਪੀਓ, ਕਿਸੇ ਸਬਜ਼ੀ ਦਾ ਰਸ ਪੀਓ, ਉਹਦੇ ਨਾਲ ਤੁਹਾਡਾ ਡਾਈਜੈਸ਼ਨ ਵੈਸੇ ਹੀ ਇੰਪਰੂਵ ਹੋਣਾ ਸ਼ੁਰੂ ਹੋ ਜਾਏਗਾ, ਤੁਹਾਨੂੰ ਗੋਲੀ ਖਾਣ ਦੀ ਲੋੜ ਹੀ ਨਹੀਂ ਪਏਗੀ। ਬਿਲਕੁਲ। ਆਪਾਂ ਡਾਈਟ ਦੀ ਗੱਲ ਕਰ ਰਹੇ ਸੀਗੇ, ਸੋ ਕਿਵੇਂ ਦੀ ਡਾਈਟ ਹੋ ਸਕਦੀ ਆ ਇੱਕ ਹਾਰਟ ਲਈ, ਇੱਕ ਹੈਲਦੀ ਹਾਰਟ ਲਈ ਜਾਂ ਫਿਰ ਹਾਰਟ ਪੇਸ਼ੈਂਟਸ ਦੇ ਲਈ? ਹਾਂ, ਸੋ ਜਿਵੇਂ ਆਪਾਂ ਸਾਇੰਸ ਦੀ ਗੱਲ ਕੀਤੀ ਸੀ ਨਾਈਟ੍ਰਿਕ ਆਕਸਾਈਡ ਦੀ, ਹੁਣ ਨਾਈਟ੍ਰਿਕ ਆਕਸਾਈਡ ਸਾਡੀ ਬੋਡੀ ਵਿੱਚ ਕਿਵੇਂ ਪ੍ਰੋਡਿਊਸ ਹੋਏਗੀ? ਉਹ ਤਾਂ ਹੋਏਗੀ ਜਦ ਅਸੀਂ ਆਪਣੀ ਡਾਈਟ ਵਿੱਚੋਂ ਉਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨਾਈਟ੍ਰਿਕ ਆਕਸਾਈਡ ਦੇ ਪ੍ਰੋਡਕਸ਼ਨ ਨੂੰ ਘਟਾਉਂਦੀਆਂ ਨੇ ਉਹਨਾਂ ਨੂੰ ਬਾਹਰ ਕੱਢ ਦਈਏ ਤੇ ਉਹ ਚੀਜ਼ਾਂ ਜਿਹੜੀ ਨਾਈਟ੍ਰਿਕ ਆਕਸਾਈਡ ਦੀ ਪ੍ਰੋਡਕਸ਼ਨ ਨੂੰ ਵਧਾਉਂਦੀਆਂ ਨੇ ਉਹਨੂੰ ਇਨਕਲੂਡ ਕਰ ਲਈਏ। ਹੁਣ ਨਾਈਟ੍ਰਿਕ ਆਕਸਾਈਡ ਦੀ ਪ੍ਰੋਡਕਸ਼ਨ ਨੂੰ ਕਿਹੜੀ ਚੀਜ਼ ਵਧਾਉਂਦੀ ਹੈ? ਉਹ ਹੈਗਾ ਲਿਵਿੰਗ ਪਲਾਂਟ ਬੇਸਡ ਫੂਡ। ਲਿਵਿੰਗ ਫੂਡ ਯਾਨੀ ਕਿ ਜੋ ਫੂਡ ਸਿੱਧਾ ਸਾਡੇ ਫਾਰਮਸ ਤੋਂ ਸਾਡੇ ਘਰ ਆਉਂਦਾ ਹੈ, ਆਪਾਂ ਉਹਨੂੰ ਡਾਇਰੈਕਟਲੀ ਕੰਜ਼ਿਊਮ ਕਰ ਲੈਂਦੇ ਆ ਵਿਦਆਊਟ ਪ੍ਰੋਸੈਸਿੰਗ, ਵਿਦਆਊਟ ਰਿਫਾਈਨਿੰਗ। ਉਹਦੇ ਵਿੱਚ ਕੀ ਕੀ ਹੁੰਦਾ? ਫਰੂਟਸ ਹੁੰਦੇ ਨੇ, ਵੈਜੀਟੇਬਲਸ ਹੁੰਦੇ ਨੇ, ਨਟਸ ਹੁੰਦੇ ਨੇ, ਇਸ ਤਰ੍ਹਾਂ ਲੈਂਟਿਲਸ, ਪਲਸਿਸ, ਇਹ ਸਾਰੀ ਚੀਜ਼ਾਂ ਹੁੰਦੀਆਂ ਨੇ। ਤੇ ਇਹਨਾਂ ਨੂੰ ਕਿਸ ਫਾਰਮ ਵਿੱਚ ਲੈਣਾ ਹੈਗਾ? ਲਿਵਿੰਗ ਫਾਰਮ ਵਿੱਚ, ਇਹਨੂੰ ਰॉ ਫਾਰਮ ਵਿੱਚ ਕੰਜ਼ਿਊਮ ਕਰਨਾ ਹੈ ਵਿਦਆਊਟ ਕੁਕਿੰਗ ਇਟ। ਸੋ ਲਾਈਕ ਫॉर ਐਗਜ਼ਾਮਪਲ ਤੁਸੀਂ ਮੈਂਗੋ ਖਾ ਰਹੇ ਹੋ, ਟ੍ਰੋਪਿਕਾਨਾ ਨਹੀਂ ਪੀ ਰਹੇ। ਇਸੇ ਤਰ੍ਹਾਂ ਫਰੂਟ ਦਾ ਤੁਸੀਂ, ਵੈਜੀਟੇਬਲ ਦਾ ਤੁਸੀਂ ਜੂਸ ਪੀ ਰਹੇ ਹੋ, ਪੈਕੇਜਡ ਵਾਲਾ ਜੂਸ ਨਹੀਂ ਪੀ ਰਹੇ ਹੋ, ਤਾਂ ਉਹ ਤੁਹਾਡੀ ਬੋਡੀ ਨੂੰ ਅੰਦਰੋਂ ਹੀਲ ਕਰੇਗਾ। तो ਜੇ ਆਪਾਂ ਸਵੇਰੇ ਸਵੇਰੇ ਕੋਈ ਚੀਜ਼ ਲੈਣਾ ਚਾਹੀਏ ਐਜ਼ ਅ ਡੀਟੌਕਸ ਡਰਿੰਕ ਜਿਹੜੀ ਤੁਹਾਡੀ ਹਾਰਟ ਨੂੰ ਹੈਲਪ ਕਰੇ, ਉਹਦੇ ਵਿੱਚ ਸਭ ਤੋਂ ਵਧੀਆ ਜੋ ਅਸੀਂ ਚੀਜ਼ ਦੇਖੀ ਹੈਗੀ ਹੈ ਉਹ ਹੈਗੀ ਇੱਕ ਤਾਂ ਸਫੇਦ ਪੇਠੇ ਦਾ ਜੂਸ ਤੇ ਇੱਕ ਹੈਗਾ ਲੌਕੀ ਦਾ ਜੂਸ। ਤਾਂ ਜਾਂ ਤਾਂ ਤੁਸੀਂ ਫਿਰ ਸਵੇਰੇ 8 ਵਜੇ 8:30 ਵਜੇ ਸਵੇਰੇ ਉੱਠ ਕੇ ਇੱਕ ਸਫੇਦ ਪੇਠੇ ਦਾ ਜੂਸ ਪੀ ਸਕਦੇ ਹੋ ਜਾਂ ਫਿਰ ਲੌਕੀ ਦਾ ਜੂਸ। ਲੇਕਿਨ ਧਿਆਨ ਰੱਖਣਾ ਉਹਨੂੰ ਚੰਗੀ ਤਰ੍ਹਾਂ ਧੋ ਲੈਣਾ। ਲੌਕੀ ਦੇ ਜੂਸ ਵਿੱਚ ਉਹਦੇ ਛਿਲਕੇ ਬਾਹਰ ਨਹੀਂ ਕੱਢਣੇ ਹੈਗੇ ਹੈ, ਔਰ ਸਫੇਦ ਪੇਠੇ ਦੇ ਕੇਸ ਵਿੱਚ ਛਿਲਕੇ ਜਿਹੜੇ ਹੈਗੇ ਉਹ ਤੁਸੀਂ ਪੀਲ ਕਰ ਸਕਦੇ ਹੋ ਅੰਦਰੋਂ, ਫਿਰ ਚੌਪ ਕਰਕੇ ਉਹਦੇ ਬੀਜ ਜਿਹੜੇ ਹੈਗੇ ਨੇ ਉਹ ਬੀਜ ਕੱਢ ਲੈਣੇ ਹੈਗੇ। ਅਗਰ ਬੀਜ ਨਹੀਂ ਕੱਢੋਗੇ ਤਾਂ ਤੁਹਾਡਾ ਜੂਸ ਕੌੜਾ ਬਣ ਜਾਏਗਾ। ਤਾਂ ਬੀਜ ਕੱਢ ਕੇ ਸਫੇਦ ਪੇਠੇ ਦਾ ਅੰਦਰ ਵਾਲੇ ਪਾਰਟ ਦਾ ਜੂਸ ਬਣਾ ਕੇ ਪੀਓ, ਬਹੁਤ ਵਧੀਆ ਤੁਹਾਡੀ ਬੋਡੀ ਨੂੰ ਅੰਦਰੋਂ ਡੀਟੌਕਸ ਕਰਦਾ ਹੈਗਾ, ਜਿਹੜੀ ਜਮੀ ਹੋਈ ਮੈਲ ਹੈਗੀ, ਪਲੈਕ ਹੈਗੀ, ਉਹਨੂੰ ਬਾਹਰ ਕੱਢਦਾ ਹੈਗਾ। ਸੋ ਇਹ ਤਾਂ ਹੋ ਗਿਆ ਮਾਰਨਿੰਗ ਦਾ ਸਾਡਾ ਡਰਿੰਕ ਹੋ ਗਿਆ, ਤੇ ਉਸ ਤੋਂ ਬਾਅਦ ਖਾਣਾ ਕਿਸ ਟਾਈਮ ਹੈਗਾ, ਕਿੰਨੇ ਚਿਰ ਦਾ ਗੈਪ ਹੋਣਾ ਚਾਹੀਦਾ ਆ? ਇਸ ਤੋਂ ਬਾਅਦ ਫਿਰ ਸਾਡੇ ਫੇਵਰੇਟ ਜਿਹੜੇ ਫਰੂਟਸ ਹੈਗੇ, ਫਰੂਟਸ ਖਾਣੇ ਹੈਗੇ ਆ। ਗੈਪ ਕਿੰਨਾ ਦੇਣਾ ਹੈਗਾ? ਜਿਹੜਾ ਸਾਡਾ ਜੂਸ ਹੋਏਗਾ ਉਹਨੂੰ ਸਫਾਈ ਕਰਨ ਵਿੱਚ 2 ਘੰਟੇ ਦਾ ਟਾਈਮ ਚਾਹੀਦਾ ਹੈਗਾ। ਤੇ ਜੇ ਆਪਾਂ 8 8:30 ਵਜੇ ਜੂਸ ਪੀਤਾ ਹੈਗਾ ਤੇ ਹੁਣ ਅਸੀਂ 10 10:30 ਵਜੇ ਫਰੂਟਸ ਖਾਣੇ ਹੈਗੇ। ਹੁਣ ਫਰੂਟਸ ਕਿਹੜੇ ਹੋਣਗੇ? ਜਿੰਨੇ ਵਾਟਰੀ ਫਰੂਟਸ ਖਾਵਾਂਗੇ, ਜਿੰਨੇ ਜੂਸੀ ਫਰੂਟਸ ਖਾਵਾਂਗੇ, ਉਹਨਾਂ ਵਿੱਚ ਉਨੀ ਜ਼ਿਆਦਾ ਕੈਪੈਸਿਟੀ ਹੁੰਦੀ ਹੈ, ਉਨਾ ਜ਼ਿਆਦਾ ਉਹਨਾਂ ਵਿੱਚ ਕੈਲੀਬਰ ਹੁੰਦਾ ਹੈਗਾ ਤੁਹਾਡੇ ਅੰਦਰੋਂ ਉਹ ਜਿਹੜੀ ਮੈਲ ਹੈਗੀ ਉਹਨੂੰ ਬਾਹਰ ਕੱਢਣ ਦੀ। ਸਿਟਰਸ ਫਰੂਟਸ ਹੋ ਗਏ, ਬੈਰੀਜ਼ ਹੋ ਗਈਆਂ, ਇਹ ਸਾਰੀ ਚੀਜ਼ਾਂ ਖਾ ਸਕਦੇ ਹਾਂ। ਸੋ ਉਹਦੇ ਵਿੱਚ 3-4 ਤਰ੍ਹਾਂ ਦੇ ਕੋਈ ਵੀ ਫਲ ਆਪਾਂ ਜਿਹੜੇ ਸਾਨੂੰ ਪਸੰਦ ਨੇ ਉਹ ਆਪਾਂ ਇੱਕ ਬੋਲ ਬਣਾ ਕੇ ਲਗਭਗ 700 to 800 ਗ੍ਰਾਮਸ ਖਾ ਲੈਣੇ ਹੈਗੇ। ਤੇ ਜੇ ਮੰਨ ਲਓ ਮੈਨੂੰ ਪਸੰਦ ਹੈਗੇ ਸਟ੍ਰਾਬੇਰੀਜ਼ ਪਸੰਦ ਨੇ, ਬਲੂਬੇਰੀਜ਼ ਪਸੰਦ ਨੇ, ਐਪਲ ਪਸੰਦ ਹੈਗਾ, ਇਸ ਤੋਂ ਇਲਾਵਾ ਪੋਮੀਗ੍ਰੇਨੇਟ ਪਸੰਦ ਹੈਗਾ ਜਾਂ ਹੋਰ ਵੀ ਕੋਈ ਸੰਤਰਾ ਪਸੰਦ ਹੈਗਾ, ਇਹਨੂੰ ਆਪਾਂ ਇੱਕ ਬੋਲ ਬਣਾ ਕੇ ਚੰਗੀ ਤਰ੍ਹਾਂ ਖਾਣਾ ਹੈਗਾ। ਲੇਕਿਨ 12 ਵਜੇ ਤੋਂ ਪਹਿਲਾਂ ਫਰੂਟਸ ਤੋਂ ਇਲਾਵਾ ਕੁਝ ਨਹੀਂ ਖਾਣਾ। ਜੀ ਠੀਕ ਹੈ। ਇਹ ਸਾਡਾ ਹੋ ਗਿਆ ਬ੍ਰੇਕਫਾਸਟ ਦਾ ਮੀਲ। ਇਸ ਤੋਂ ਬਾਅਦ ਆ ਜਾਂਦਾ ਹੈ ਸਾਡਾ ਲੰਚ। ਲੰਚ ਕਿਵੇਂ ਕਰਨਾ ਹੈਗਾ? 2 ਪਲੇਟਾਂ ਵਿੱਚ ਕਰਨਾ ਹੈ, ਪਲੇਟ 1 ਐਂਡ ਪਲੇਟ 2। ਪਲੇਟ 1 ਵਿੱਚ ਹੋਣਗੀਆਂ 3-4 ਤਰ੍ਹਾਂ ਦੀਆਂ ਕੱਚੀ ਸਬਜ਼ੀਆਂ, ਜਿਵੇਂ ਕਿ ਖੀਰਾ, ਟਮਾਟਰ, ਗਾਜਰ, ਮੂਲੀ, ਜਿਹੜੇ ਵੀ ਤੁਸੀਂ ਸਬਜ਼ੀਆਂ ਲਾਈਕ ਕਰਦੇ ਹੋ, ਪੱਤਾ ਗੋਭੀ, ਬੰਦ ਗੋਭੀ, ਉਹਨੂੰ ਸਟੀਮ ਕਰਕੇ ਜਾਂ ਕੱਚੇ ਸਟੇਟ ਵਿੱਚ ਖਾਣਾ ਹੈਗਾ। ਜਦ ਇਹ ਕੱਚੇ ਤਰੀਕੇ ਨਾਲ ਬਾਡੀ ਵਿੱਚ ਜਾਂਦਾ ਹੈਗਾ ਤੇ ਅੰਦਰ ਨਾਈਟ੍ਰਿਕ ਆਕਸਾਈਡ ਦਾ ਪ੍ਰੋਡਕਸ਼ਨ ਕਰਦਾ ਹੈਗਾ ਤੇ ਸਾਡੀ ਬਲੱਡ ਵੈਸਲਸ ਨੂੰ ਕਲੀਨ ਕਰਦਾ ਹੈਗਾ। ਜਦ ਤੁਸੀਂ 3-4 ਤਰ੍ਹਾਂ ਦੀਆਂ ਕੱਚੀ ਸਬਜ਼ੀਆਂ ਖਾ ਲਈਆਂ, ਲਗਭਗ 300-400 ਗ੍ਰਾਮ, ਉਸ ਤੋਂ ਬਾਅਦ 10-15 ਮਿੰਟ ਵੇਟ ਕਰੋ। ਅਗਰ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਹੈ, ਅਜੇ ਵੀ ਭੁੱਖ ਲੱਗ ਰਹੀ ਹੈ, ਪੇਟ ਨਹੀਂ ਭਰਿਆ ਹੈਗਾ, ਤੇ ਤੁਸੀਂ 1 ਜਾਂ 2 ਰੋਟੀ ਵੀ
ਖਾ ਸਕਦੇ ਹੋ। ਠੀਕ ਹੈ। ਲੇਕਿਨ ਅਗਰ ਪੂਰੀ ਤਰ੍ਹਾਂ ਭਰ ਗਿਆ ਹੈਗਾ ਤਾਂ ਤੁਸੀਂ ਆਪਣੇ ਆਪ ਨੂੰ ਸੈਟੀਸਫਾਈ ਕਰ ਲਓ, ਸੈਕੰਡ ਪਲੇਟ ਅਵੋਇਡ ਕਰ ਦਿਓ, ਲੇਕਿਨ ਫਸਟ ਪਲੇਟ ਜ਼ਰੂਰ ਖਾਣਾ ਹੈਗਾ। ਇੱਥੇ ਮੈਂ ਗੱਲ ਕਰਨੀ ਚਾਹੁੰਦਾ ਹੈਗਾ, ਜਿਹੜੀ ਤੁਸੀਂ ਸੈਕੰਡ ਪਲੇਟ ਵਿੱਚ ਖਾਣਾ ਬਣਾਓਗੇ, ਜਿਵੇਂ ਰੋਟੀ ਸਬਜ਼ੀ ਬਣਾਈ, ਤੇ ਉਹਦੇ ਵਿੱਚ ਤੇਲ ਨਹੀਂ ਪਾਣਾ ਹੈਗਾ, ਕਿਉਂਕਿ ਜਿਹੜਾ ਤੇਲ ਹੁੰਦਾ ਹੈਗਾ, ਸਪੈਸ਼ਲੀ ਅੱਜਕੱਲ ਜਿਹੜਾ ਤੇਲ ਮਾਰਕੀਟ ਵਿੱਚ ਮਿਲਦਾ ਹੈਗਾ, ਮੈਜੋਰਿਟੀ ਆਫ ਇਟ ਵਿਲ ਇਨਕਰੀਜ਼ ਯੋਰ ਹਾਰਟ ਡਿਜ਼ੀਜ਼, ਉਹ ਤੁਹਾਡੀ ਹਾਰਟ ਡਿਜ਼ੀਜ਼ ਨੂੰ ਵਧਾਏਗਾ, ਘਟਾਏਗਾ ਬਿਲਕੁਲ ਵੀ ਨਹੀਂ। तो उस ऑयल ਨੂੰ ਬਿਲਕੁਲ ਹੀ ਹਟਾ ਦੇਣਾ ਹੈਗਾ। ਜੇ ਆਪਾਂ ਗੱਲ ਕਰੀਏ ਅਮਰੀਕਾ ਦੇ ਡਾਕਟਰਸ ਜਿਵੇਂ ਕਿ ਡਾਕਟਰ ਕੈਡਵਿਲ ਐਸੈਲਸਟੀਨ, ਉਹਨਾਂ ਨੇ ਬਹੁਤ ਹੀ ਜ਼ਿਆਦਾ ਇਹ ਸਟਰੋਂਗਲੀ ਕਿਹਾ ਹੈ ਕਿ ਜਿਹਨੂੰ ਵੀ ਹਾਰਟ ਡਿਜ਼ੀਜ਼ ਹੈਗੀ, ਆਇਲ ਉਹਨਾਂ ਨੂੰ ਇੱਕ ਬੂੰਦ ਵੀ ਆਇਲ ਨਹੀਂ ਲੈਣਾ ਚਾਹੀਦਾ ਹੈਗਾ। ਸੋ ਅਸੀਂ ਵੀ ਉਸ ਪ੍ਰਿੰਸੀਪਲ ਨੂੰ ਆਪਣੀ ਡਾਈਟ ਵਿੱਚ ਇੰਕਲੂਡ ਕੀਤਾ ਹੈਗਾ ਕਿ ਆਇਲ ਨੂੰ ਅਗਰ ਤੁਸੀਂ ਥੋੜਾ ਜਿਹਾ ਲੈਣਾ ਚਾਹੁੰਦੇ ਹੋ, ਮਤਲਬ ਬਿਲਕੁਲ ਹੀ ਅੱਧਾ ਚਮਚ ਇੱਕ ਚਮਚ ਤਾਂ ਲੈ ਸਕਦੇ ਹੋ, ਬਟ ਜ਼ਿਆਦਾ ਬਿਲਕੁਲ ਵੀ ਨਹੀਂ ਪਾਣਾ। ਡੀਪ ਫਰਾਈ ਔਰ ਇਹ ਸਭ ਚੀਜ਼ਾਂ ਨਹੀਂ ਕਰਨੀਆਂ ਹੈਗੀਆਂ। ਜਿੰਨੀ ਥੋੜੀ ਜਿਹੀ ਲੋੜ ਹੈਗੀ ਸਬਜ਼ੀ ਬਣਾਉਣ ਵਾਸਤੇ, ਉਹਨਾਂ ਬਣਾ ਕੇ ਤੁਸੀਂ ਆਪਣੀ ਸਬਜ਼ੀ ਬਣਾ ਸਕਦੇ ਹੋ। ਐਂਡ ਸਿਮਿਲਰਲੀ ਤੁਸੀਂ ਆਪਣਾ ਸ਼ਾਮ ਦਾ ਜਿਹੜਾ ਹੈਗਾ ਡਿਨਰ ਹੈਗਾ, ਰਾਤ ਨੂੰ 8 ਵਜੇ 7 ਵਜੇ ਤੋਂ ਪਹਿਲਾਂ ਫਿਨਿਸ਼ ਕਰ ਲਓ। ਉਹਦੇ ਵਿੱਚ ਵੀ ਸੇਮ ਇੱਕ ਪਲੇਟ ਸਲਾਦ ਖਾਣਾ ਹੈਗਾ ਚੰਗੀ ਤਰ੍ਹਾਂ 300-400 ਗ੍ਰਾਮ, ਫਿਰ ਰੋਟੀ ਸਬਜ਼ੀ ਖਾਣੀ ਹੈਗੀ ਹੈ। ਤੇ ਸ਼ਾਮ ਨੂੰ ਅਗਰ ਥੋੜੀ ਬਹੁਤ ਸਨੈਕਸ ਖਾਣ ਦਾ ਜੀ ਕਰੇ ਤਾਂ ਤੁਸੀਂ ਫਰੈਸ਼ ਨਾਰੀਅਲ ਪਾਣੀ ਪੀ ਸਕਦੇ ਹੋ। ਜੀ, ਜਿਵੇਂ ਤੁਸੀਂ ਗੱਲ ਕੀਤੀ ਆ, ਇਹ ਸਾਰਿਆਂ ਲਈ ਹੈ ਜਿਨ੍ਹਾਂ ਦਾ ਆਲਰੇਡੀ ਜਿਵੇਂ ਕਿਸੇ ਦੀ ਸਰਜਰੀ ਹੋ ਗਈ ਆ, ਕੋਈ ਬਾਈਪਾਸ ਸਰਜਰੀ ਹੋ ਗਈ ਆ, ਉਹ ਵੀ ਸਾਰੇ ਇਸ ਚੀਜ਼ ਨੂੰ ਫੋਲੋ ਕਰ ਸਕਦੇ ਨੇ? ਹਾਂ, ਸੋ ਇਹ ਜਿਹੜੀ ਡਾਈਟ ਪਲਾਨ ਹੈਗੀ, ਇਹ ਇੱਕ ਜਨਰਲ ਡਾਈਟ ਪਲਾਨ ਹੈਗੀ ਜਿਹੜੇ ਮੋਸਟ ਆਫ ਦਾ ਪੀਪਲ ਨੂੰ ਫਾਇਦਾ ਕਰੋਗੇ। ਲੇਕਿਨ ਅਗਰ ਤੁਹਾਡੀ ਕੰਡੀਸ਼ਨ ਐਕਸਟ੍ਰੀਮ ਹੈਗੀ, ਲਾਈਕ ਤੁਸੀਂ ਆਲਰੇਡੀ ਅੰਡਰਵੈਂਟ ਸਰਜਰੀ ਹੋ, ਤੁਹਾਡੇ ਅੰਦਰ ਸਟੰਟ ਪਿਆ ਹੋਇਆ ਹੈਗਾ, ਜਾਂ ਫਿਰ ਤੁਹਾਨੂੰ ਹੋਰ ਵੀ ਬਿਮਾਰੀਆਂ ਨਾਲ ਹੈਗੀਆਂ, ਤਾਂ ਇਟਸ ਬੈਸਟ ਕਿ ਤੁਸੀਂ ਚੰਗੇ ਡਾਈਟੀਸ਼ੀਅਨ ਜਾਂ ਨਿਊਟ੍ਰੀਸ਼ਨਿਸਟ ਦੀ ਸਲਾਹ ਲੈ ਕੇ ਜਾਂ ਸਾਨੂੰ ਕੰਟੈਕਟ ਕਰਕੇ ਉਹਦੇ ਗਾਈਡੈਂਸ ਵਿੱਚ ਫੋਲੋ ਕਰੋ, ਤਾਂ ਤੁਹਾਨੂੰ ਮੋਸਟ ਬੈਨੀਫਿਟ ਕਰੇਗਾ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਤੁਹਾਨੂੰ ਕੁਐਸਚਨਸ ਆਉਣਗੇ ਕਿ ਭਾਈ ਇਹ ਚੀਜ਼ ਮੈਨੂੰ ਸੂਟ ਕਰੇਗੀ ਕਿ ਨਹੀਂ ਕਰੇਗੀ, ਇੰਨੀ ਕੁਆਂਟੀਟੀ ਵਿੱਚ ਖਾ ਸਕਦਾ ਕਿ ਨਹੀਂ ਖਾ ਸਕਦਾ। ਉਹਦੇ ਵਾਸਤੇ ਅਗਰ ਤੁਸੀਂ ਕਿਸੇ ਦੀ ਸਲਾਹ ਲੈ ਕੇ ਚੱਲੋਗੇ ਤਾਂ ਤੁਹਾਨੂੰ ਫਾਇਦਾ ਕਰੂਗਾ। ਇਹਨਾਂ ਦੇ ਲਈ ਜਿਵੇਂ ਅੱਜ ਅਸੀਂ ਖਾਸ ਤੌਰ ਤੇ ਹਾਰਟ ਡਿਸੀਜ਼ ਦੀ ਗੱਲ ਕਰਦੇ ਪਏ ਹਾਂ ਜਾਂ ਹਾਰਟ ਦੀ ਹੈਲਥ ਦੀ ਗੱਲ ਕਰਦੇ ਪਏ ਹਾਂ, ਇਹਦੇ ਵਿੱਚ ਕੋਈ ਇਹ ਤਾਂ ਨਹੀਂ ਹੈ ਕਿ ਫਲਾਨਾ ਫਰੂਟ ਤੁਸੀਂ ਖਾ ਸਕਦੇ ਹੋ ਜਾਂ ਇਹ ਨਹੀਂ ਖਾ ਸਕਦੇ, ਜਾਂ ਖਾਣੇ ਵਿੱਚ ਤੁਸੀਂ ਕੀ ਲੈ ਸਕਦੇ ਹੋ ਜਾਂ ਕੀ ਨਹੀਂ ਲੈ ਸਕਦੇ ਹੈਗੇ? ਹਾਂਜੀ, ਫਰੂਟਸ ਵਿੱਚ ਅਗਰ ਗੱਲ ਕਰੀਏ ਤਾਂ ਆਲ ਆਫ ਦਾ ਫਰੂਟਸ ਇਫ ਕੰਜ਼ਿਊਮਡ ਇਨ ਰॉ ਸਟੇਟ ਤਾਂ ਤੁਹਾਨੂੰ ਬੈਨੀਫਿਟਸ ਕਰਨਗੇ, ਕਿਉਂਕਿ ਉਹਦੇ ਵਿੱਚ ਫਾਈਬਰ ਹੁੰਦਾ ਹੈਗਾ, ਉਹਦੇ ਵਿੱਚ ਲਿਵਿੰਗ ਐਂਜ਼ਾਈਮਸ ਹੁੰਦੇ ਨੇ, ਉਹਦੇ ਵਿੱਚ ਜਿਹੜੇ ਨਿਊਟ੍ਰੀਐਂਟਸ ਹੈਗੇ ਉਹ ਉਹਦੇ ਕੰਪਲੀਟ ਲਿਵਿੰਗ ਫਾਰਮ ਵਿੱਚ ਹੈਗੇ, ਤੇ ਅੰਦਰ ਜਾ ਕੇ ਉਹ ਸਫਾਈ ਹੀ ਕਰਦੇ ਨੇ। ਈਵਨ ਜਿਹੜੇ ਸਾਇੰਟੀਫਿਕ ਆਪਾਂ ਮੋਲੀਕੂਲਰ ਲੈਵਲ ਤੇ ਦੇਖੀਏ ਤੇ ਜਿਹੜੇ ਕਾਰਬੋਹਾਈਡਰੇਟਸ ਫਰੂਟਸ ਵਿੱਚ ਹੈਗੇ, ਉਹ ਕੀ ਹੁੰਦਾ, ਉਹਨਾਂ ਦਾ ਜਿਹੜਾ ਮੋਲੀਕੂਲਰ ਸਟਰਕਚਰ ਹੁੰਦਾ ਨਾ, ਉਹ ਥੋੜਾ ਮਤਲਬ ਕਿ ਇਰੈਗੂਲਰ ਸ਼ੇਪ ਦਾ ਹੁੰਦਾ ਹੈਗਾ, तो अंदर जाके वो स्टिक नहीं करता हैगा, बल्कि ਜਿਹੜੀ ਚੀਜ਼ ਸਟਿਕ ਹੋ ਰਹੀ ਹੈ ਉਹਨੂੰ ਸਾਫ਼ ਕਰਦੇ ਹੋਏ ਬਰੂਮ ਵਾਂਗ ਨਿਕਲਦਾ ਹੈਗਾ। ਲੇਕਿਨ ਜਿਹੜੇ ਰਿਫਾਈਨਡ ਪ੍ਰੋਡਕਟਸ ਹੈਗੇ, ਰਿਫਾਈਨਡ ਜਿਵੇਂ ਟ੍ਰੋਪਿਕਾਨਾ ਦੀ ਆਪਾਂ ਗੱਲ ਕੀਤੀ ਸੀਗੀ, ਉਹਦੇ ਵਿੱਚ ਜਿਹੜੇ ਕਾਰਬੋਹਾਈਡਰੇਟਸ ਹੈਗੇ ਉਹਨਾਂ ਦਾ ਮੋਲੀਕੂਲਰ ਸਟਰਕਚਰ ਬਿਲਕੁਲ ਸਿੱਧਾ ਹੈਗਾ। तो ਜਿਹੜੀ ਚੀਜ਼ ਸਿੱਧੀ ਹੁੰਦੀ ਹੈ ਉਹ ਜੰਮ ਜਾਂਦੀ ਹੈਗੀ, ਸਟੈਕ ਹੋ ਜਾਂਦੀ ਹੈਗੀ। ਜਿਹੜੀ ਟੇਢੀ ਮੇਢੀ ਹੁੰਦੀ ਹੈ ਉਹ ਇਕੱਠੀ ਨਹੀਂ ਹੁੰਦੀ ਹੈਗੀ। ਸੋ ਅਗਰ ਤੁਸੀਂ ਟ੍ਰੋਪਿਕਾਨਾ ਲੋਗੇ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਲੋਗੇ, ਰਿਫਾਈਨਡ ਚੀਜ਼ਾਂ, ਉਹ ਅੰਦਰ ਜਾ ਕੇ ਚਿਪਕਣਗੀਆਂ, ਅੰਦਰ ਜਾ ਕੇ ਬਿਮਾਰੀ ਨੂੰ ਵਧਾਏਗੀ। ਬਿਲਕੁਲ ਜੀ, ਸਾਡੇ ਨਾਲ ਨੈਕਸਟ ਕਾਲਰ ਜੁੜ ਗਏ ਨੇ, ਅਸੀਂ ਉਹਨਾਂ ਦੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰੀ ਹਾਰਟ ਬੀਟ ਬਹੁਤ ਤੇਜ਼ ਹੋ ਜਾਂਦੀ, ਕਿਤੇ ਕੋਈ ਇਹਦਾ ਕੀ ਕਾਰਨ ਹੋ ਸਕਦਾ ਪਤਾ? ਹਾਰਟ ਬੀਟ ਵਧਣ ਦਾ? ਹਾਂ, ਤੁਸੀਂ ਕੁਝ ਪੁੱਛਣਾ ਹੈ, ਆਨਸਰ ਦਈਏ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ ਜੀ। ਹਾਂਜੀ, ਹਾਰਟ ਬੀਟ ਤੇਜ਼ ਹੋਣ ਦੇ ਕਾਫੀ ਸਾਰੇ ਕਾਰਨ ਹੋ ਸਕਦੇ ਹੈਗੇ। ਸੋ ਲਾਈਕ ਇਟਸ ਮਲਟੀਪਲ ਆਫ ਕਾਜ਼ਸ ਐਂਡ ਫੈਕਟਰਸ ਹੈਗੇ। तो ਇਹ ਚੀਜ਼ ਆਪਾਂ ਫੋਨ ਤੇ ਆਪਾਂ ਕਾਲ ਕਰਦੇ ਹੋਏ ਡਿਸਕਸ ਨਹੀਂ ਕਰ ਪਾਵਾਂਗੇ, ਕਿਉਂਕਿ ਆਪਾਂ ਸਵਾਲ ਪੁੱਛੀ ਇੱਕ ਦੋ ਨਹੀਂ, ਘੱਟੋ ਘੱਟ 10 15 20 ਤਰ੍ਹਾਂ ਦੇ ਸਵਾਲ ਪੁੱਛਣੇ ਪੈਣਗੇ, ਤਾਂ ਸਮਝ ਆਏਗਾ ਕਿ ਵਾਈ ਐਗਜ਼ੈਕਟਲੀ ਤੁਹਾਡੀ ਹਾਰਟ ਬੀਟ ਅਚਾਨਕ ਤੋਂ ਤੇਜ਼ ਹੋ ਰਹੀ ਹੈਗੀ ਹੈ। ਜਦ ਤੱਕ ਆਪਾਂ ਸਹੀ ਜੜ ਤੱਕ ਨਹੀਂ ਪਹੁੰਚਾਂਗੇ ਕਾਰਨ ਦੇ, ਆਪਾਂ ਉਹਦਾ ਸਹੀ ਸਟੀਕ ਇਲਾਜ ਨਹੀਂ ਦੱਸ ਸਕਦੇ ਹੈਗੇ ਆ। ਤਾਂ ਫॉर ਦਾ ਟਾਈਮ ਬੀਇੰਗ ਤੁਸੀਂ ਕੀ ਕਰੋ ਕਿ ਇਹ ਦੋ ਜਿਹੜੀ ਚੀਜ਼ਾਂ ਹੈਗੀਆਂ, ਜਿਹੜੀ ਬ੍ਰੇਕਫਾਸਟ ਐਂਡ ਡੀਟੌਕਸ ਡਰਿੰਕ ਦੀ, ਇਹ ਐਟਲੀਸਟ ਸ਼ੁਰੂ ਕਰੋ। ਸਵੇਰੇ ਉੱਠ ਕੇ ਚਾਹ ਬਿਲਕੁਲ ਨਹੀਂ ਪੀਣੀ, ਬਿਸਕਿਟ ਰਸ ਬਿਲਕੁਲ ਨਹੀਂ ਖਾਣੇ ਹੈਗੇ। ਸਵੇਰੇ ਤੁਸੀਂ ਕੋਈ ਵੀ ਸਬਜ਼ੀ ਦਾ ਜੂਸ ਬਣਾ ਕੇ ਪੀਓ, ਜਿਵੇਂ ਲੌਕੀ ਦਾ ਜੂਸ ਹੋ ਗਿਆ, ਖੀਰੇ ਦਾ ਜੂਸ ਹੋ ਗਿਆ, ਕਿਸੇ ਵੀ ਸਬਜ਼ੀ ਦਾ ਜਿਹੜਾ ਤੁਸੀਂ ਲਾਈਕ ਕਰਦੇ ਹੋ ਉਹਦਾ ਜੂਸ ਬਣਾ ਕੇ ਪੀਓ। 2 ਘੰਟੇ ਵੇਟ ਕਰੋ, ਉਸ ਤੋਂ ਬਾਅਦ ਘੱਟੋ ਘੱਟ 700 ਤੋਂ 800 ਗ੍ਰਾਮ ਜਿਹੜੇ ਹੈਗੇ ਫਰੂਟਸ ਖਾਓ। ਇਹ ਤੁਹਾਡਾ ਬ੍ਰੇਕਫਾਸਟ ਤੇ ਇਸ ਤੋਂ ਪਹਿਲਾਂ ਡੀਟੌਕਸ ਡਰਿੰਕ ਹੋ ਗਈ। ਤੁਸੀਂ ਇਹ 1-2 ਹਫ਼ਤੇ ਕਰਕੇ ਦੇਖੋ, ਅਗਰ ਤੁਹਾਨੂੰ ਫਰਕ ਲੱਗ ਰਿਹਾ ਹੈਗਾ, ਦੈਟ ਮੀਨਸ ਕਿ ਇਹ ਤੁਹਾਨੂੰ ਫਾਇਦਾ ਕਰ ਰਹੀ ਹੈ ਡਾਈਟ, ਐਂਡ ਤੁਸੀਂ ਕੰਪਲੀਟ ਡਾਈਟ ਪਲਾਨ ਜਿਹੜਾ ਅੱਜ ਆਪਾਂ ਸ਼ੇਅਰ ਕੀਤਾ ਹੈ ਉਹ ਵੀ ਸ਼ੁਰੂ ਕਰ ਸਕਦੇ ਹੋ। ਅਗਰ ਤੁਹਾਨੂੰ ਲੱਗ ਰਿਹਾ ਕਿ ਇਹ ਤੁਹਾਨੂੰ ਇੰਨਾ ਬੈਨੀਫਿਟ ਨਹੀਂ ਕਰ ਰਿਹਾ, ਦੈਨ ਯੂ ਕੈਨ ਕਾਲ ਅਸ ਐਂਡ ਆਪਾਂ ਤੁਹਾਨੂੰ ਗਾਈਡ ਕਰ ਸਕਦੇ ਹਾਂ। ਬਿਲਕੁਲ ਸਰ, ਤੇ ਆਪਾਂ ਥੋੜਾ ਜਿਹਾ ਮੈਂ ਹੋਰ ਥੋੜੇ ਜਿਹੇ ਜਿਵੇਂ ਡਰਿੰਕਸ ਦੀ ਗੱਲ ਕਰਨਾ ਚਾਹੂੰਗੀ। ਡੈਰੀ ਪ੍ਰੋਡਕਟਸ ਵੀ ਕੀ ਇਸ ਦੌਰਾਨ ਮਨਾ ਕੀਤੇ ਜਾਂਦੇ ਨੇ ਕਿ ਜਿਹੜਾ ਹਾਰਟ ਪੇਸ਼ੈਂਟ ਹੁੰਦਾ ਕਿ ਡੈਰੀ ਦੇ ਪ੍ਰੋਡਕਟਸ ਲੈ ਸਕਦਾ ਜਾਂ ਨਹੀਂ ਲੈ ਸਕਦਾ? ਆਮ ਤੌਰ ਤੇ ਇਹ ਧਾਰਨਾ ਬਣੀ ਹੁੰਦੀ ਹੈ ਕਿ ਉਹ ਡਰਾਈ ਪ੍ਰੋਡਕਟਸ ਛੱਡਣੇ ਪੈਂਦੇ ਆ, ਤੇ ਗੂਗਲ ਗੁਰੂ ਅੱਜ ਕੱਲ੍ਹ ਕਾਫੀ ਜ਼ਿਆਦਾ ਫੇਮਸ ਹੋਇਆ। ਹਾਂਜੀ, ਸੋ ਜੇ ਆਪਾਂ ਡੇਰੀ ਪ੍ਰੋਡਕਟਸ ਤੇ ਪਹਿਲੇ ਗੱਲ ਕਰੀਏ, ਡੇਰੀ ਪ੍ਰੋਡਕਟਸ ਬਾਰੇ ਕੀ ਹੈਗਾ ਕਿ ਆਮ ਕਰਕੇ ਇਹ ਧਾਰਨਾ ਹੈਗੀ ਕਿ ਇਹ ਨਹੀਂ ਲਾਂਗੇ ਤਾਂ ਸਾਨੂੰ ਕੈਲਸ਼ੀਅਮ ਨਹੀਂ ਮਿਲੇਗਾ ਜਾਂ ਫਿਰ ਅਸੀਂ ਸਟਰੋਂਗ ਕਿਵੇਂ ਬਣਾਂਗੇ। ਬਟ ਜਿਹੜੀ ਲੇਟੈਸਟ ਸਾਇੰਟੀਫਿਕ ਰਿਸਰਚਸ ਐਂਡ ਸਟੱਡੀਜ਼ ਹੋਈਆਂ ਨੇ, ਖਾਸ ਕਰ ਸਭ ਤੋਂ ਵੱਡੀ ਜਿਹੜੀ ਸਟੱਡੀ ਹੋਈ ਸੀ ਦਾ ਚਾਈਨਾ ਸਟੱਡੀ ਕੀਤੀ ਗਈ ਸੀ, ਇਹ ਡਾਕਟਰ ਟਿਮ ਕੋਲਿਨ ਕੈਂਪਬੈਲ ਨੇ ਕੀਤੀ ਸੀ।
ਇਸ ਤੋਂ ਇਲਾਵਾ ਜੇ ਡਾਕਟਰ ਐਸੈਲਸਟੀਨ ਦਾ ਮੈਂ ਨਾਮ ਬਾਰ-ਬਾਰ ਲੈ ਰਿਹਾ ਹੈਗਾ, ਉਹਨਾਂ ਨੇ ਵੀ ਰਿਵਰਸਿੰਗ ਹਾਰਟ ਡਿਜ਼ੀਜ਼ ਦੇ ਉੱਤੇ ਪੂਰੀ ਕਿਤਾਬਾਂ ਲਿਖੀਆਂ ਨੇ, ਕੋਰਸਸ ਕਰਾਏ ਨੇ ਔਰ ਵੱਡੀ ਸਟੱਡੀਜ਼ ਵੀ ਕੀਤੀਆਂ ਨੇ ਲੋਕਾਂ ਦੇ ਉੱਤੇ, ਰੀਅਲ ਲਾਈਫ ਪੇਸ਼ੈਂਟਸ ਦੇ ਉੱਤੇ। ਤਾਂ ਉਹਨਾਂ ਨੇ ਇਹ ਦੇਖਿਆ ਹੈਗਾ ਕਿ ਜਦ ਵੀ ਡੇਅਰੀ ਫੂਡ ਡਾਈਟ ਵਿੱਚ ਇਨਕਲੂਡ ਕਰ ਦਿੱਤਾ ਜਾਂਦਾ ਹੈਗਾ ਤੇ ਹਾਰਟ ਡਿਜ਼ੀਜ਼ ਦਾ ਰਿਵਰਸਲ ਜਿਹੜਾ ਹੈਗਾ ਸਲੋ ਹੋ ਜਾਂਦਾ ਹੈਗਾ ਜਾਂ ਨਹੀਂ ਹੁੰਦਾ ਹੈਗਾ। ਬਟ ਜਦ ਡੇਅਰੀ ਪ੍ਰੋਡਕਟਸ, ਐਨੀਮਲ ਫੂਡ ਕੱਢ ਦਿੱਤਾ ਜਾਂਦਾ ਹੈਗਾ ਤਾਂ ਹਾਰਟ ਡਿਜ਼ੀਜ਼ ਦਾ ਰਿਵਰਸਲ ਬਹੁਤ ਫਾਸਟ ਹੋ ਜਾਂਦਾ ਹੈਗਾ। ਪਲੱਸ ਜਦ ਫਰੂਟਸ ਐਂਡ ਵੈਜੀਟੇਬਲਸ ਆਪਾਂ ਖਾਂਦੇ ਹੈਗੇ। ਇਸੇ ਤਰ੍ਹਾਂ ਡਾਕਟਰ ਟਿਮ ਕੋਲਿਨ ਕੈਂਪਬੈਲ ਨੇ ਜੋ ਰਿਸਰਚ ਕੀਤਾ ਸੀ ਦਾ ਚਾਈਨਾ ਸਟੱਡੀ, ਉਹਦੇ ਵਿੱਚ ਇਹ ਚੀਜ਼ ਉਹਨਾਂ ਨੇ ਸਾਫ਼ ਲਿਖੀ ਹੈਗੀ ਹੈ ਕਿ ਐਨੀਮਲ ਪ੍ਰੋਟੀਨ ਜਿਹੜਾ ਹੈਗਾ ਇਨਕਲੂਡਿੰਗ ਡੇਅਰੀ ਪ੍ਰੋਡਕਟਸ, ਜਿਵੇਂ ਹੀ ਅਸੀਂ ਉਹਦਾ ਸਵਿਚ ਆਫ ਕਰ ਦਿੰਦੇ ਹੈਗੇ ਆ ਤੇ ਸਾਡਾ ਜਿਹੜਾ ਹਾਰਟ ਡਿਜ਼ੀਜ਼ ਹੈ, ਕੈਂਸਰ ਹੈ, ਉਹ ਰਿਵਰਸ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਜਿਵੇਂ ਹੀ ਆਪਾਂ ਡਾਈਟ ਵਿੱਚ ਇਨਕਲੂਡ ਕਰ ਦਿੰਦੇ ਹਾਂ ਉਸੇ ਤਰ੍ਹਾਂ ਸਾਡਾ ਕੈਂਸਰ, ਹਾਰਟ ਡਿਜ਼ੀਜ਼ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਦੈਟ ਮੀਨਸ ਸਾਇੰਟੀਫਿਕਲੀ ਐਂਡ ਐਵੀਡੈਂਟਲੀ ਮੇਰੀ ਮਿਲਕ ਪ੍ਰੋਡਕਟਸ, ਡੇਅਰੀ ਪ੍ਰੋਡਕਟਸ ਐਂਡ ਐਨੀਮਲ ਫੂਡ ਇਜ਼ ਇੰਕਰੀਜ਼ਿੰਗ ਆਵਰ ਹਾਰਟ ਡਿਜ਼ੀਜ਼ ਐਂਡ ਕੈਂਸਰ। ਸੋ ਜੇ ਆਪਾਂ ਇਹਨਾਂ ਤੋਂ ਬਚ ਕੇ ਰਵਾਂਗੇ, ਪਲਾਂਟ ਬੇਸਡ ਡਾਈਟ ਤੇ ਰਵਾਂਗੇ, ਰॉ ਫੂਡ ਖਾਵਾਂਗੇ ਤੇ ਸਾਨੂੰ ਇਹ ਪ੍ਰੋਬਲਮ ਘੱਟ ਆਵੇਗੀ। ਫਿਰ ਸੈਕੰਡ ਕੁਐਸਚਨ ਜਿਹੜਾ ਸੀਗਾ ਵਾਈਨ ਦੇ ਬਾਰੇ, ਹੁਣ ਇਹ ਤਾਂ ਗੂਗਲ ਤੇ ਲਿਖਿਆ ਆ ਜਾਂਦਾ ਹੈ ਕਿ ਵਾਈਨ ਤੁਹਾਨੂੰ ਹੈਲਪ ਕਰੇਗੀ। ਮੈਂ ਇਹਦੇ ਬਾਰੇ ਇਹ ਕਹਿਣਾ ਚਾਹੁੰਦਾ ਕਿ ਜਦੋਂ ਮੈਂ ਛੋਟਾ ਸੀਗਾ, ਮੈਂ ਐਥਲੈਟਿਕਸ ਵਿੱਚ ਸੀਗਾ, ਆਈ ਯੂਜ਼ਡ ਟੂ ਰਨ 5000 ਮੀਟਰਸ, 5 ਕਿਲੋਮੀਟਰ ਦਾ ਮੇਰਾ ਰੇਸ ਰਨਿੰਗ ਹੁੰਦੀ ਸੀਗੀ। तो ਉਹਦੇ ਵਿੱਚ ਮੈਂ ਦੇਖਦਾ ਸੀ ਕਿ એનર્ਜੀ ਵਾਸਤੇ ਕਿਹੜੇ ਫਰੂਟਸ ਵਧੀਆ ਨੇ। ਕੋਚ ਤਾਂ ਤੁਹਾਨੂੰ ਦੱਸਦੇ ਸੀਗੇ ਨਾ, ਸਵੇਰੇ ਉੱਠ ਕੇ ਭਿਗੋਏ ਹੋਏ ਛੋਲੇ ਖਾਓ, ਬਦਾਮ ਖਾਓ, ਹੈ ਨਾ, ਸਾਰੀ ਚੀਜ਼ਾਂ। ਉਹ ਮੈਂ ਕੋਚ ਦੀ ਤਾਂ ਸੁਣਦਾ ਸੀਗਾ, ਨਾਲ ਮੈਂ ਸੋਚਦਾ ਗੂਗਲ ਤੋਂ ਹੀ ਤਾਂ ਪੁੱਛਿਆ, ਗੂਗਲ ਵੀ ਬੜਾ ਸਮਾਰਟ ਹੁੰਦਾ ਹੈਗਾ। ਤੇ ਮੈਂ ਗੂਗਲ ਤੋਂ ਪੁੱਛਿਆ ਤੇ ਗੂਗਲ ਨੰਬਰ 1 ਤੇ ਕਹਿੰਦੀ ਪਾਸਤਾ ਖਾਓ, ਹੈ ਨਾ। तो पास्ता खाओ, मैं उस चक्कर में पास्ता खाने लग गया, बट मेरी हेल्थ उसके नाल कोई खराब होने लग पई, कोई फायदा होया नहीं उस तरह ना मेरा। मैं कहा की चक्कर हैगा। फिर जिवें जिवें मैं वड्डा होकर न्यूट्रिशन की स्टडीज की तां पता लग गया कि जिन्ना भी रिफाइंड प्रोडक्ट्स हैगा, पास्ता हो गए, नूडल्स हो गए, ये सारी चीज़ां जिहड़ियां हैगियां अंदर जाके साडे हार्ट नूं, साडी ओवरऑल बॉडी दे स्ट्रक्चर नूं कमज़ोर ही करदियां ने, कोई फायदा नहीं करदियां। जी बिल्कुल। ते कमल जी, हुण समा भी इजाजत लैण दा हो गया, आपां काफ़ी समा ਉੱਪਰ तक जा चुके हैं। ਸੋ ਜਿਹੜੇ ਮੇਰੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਕਿਵੇਂ ਤੁਹਾਨੂੰ ਨਾਲ ਕੰਟੈਕਟ ਕਰ ਸਕਦੇ ਨੇ ਤੇ ਉਹਨਾਂ ਨੂੰ ਕੁਝ ਤੁਸੀਂ ਕਹਿਣਾ ਚਾਹੋਗੇ? ਹਾਂਜੀ, ਸੋ ਜਿਹੜੇ ਦਰਸ਼ਕ ਅੱਜ ਦਾ ਸ਼ੋਅ ਦੇਖ ਰਹੇ ਨੇ, ਮੈਂ ਆਪ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਹੈਗਾ ਕਿ ਜੇ ਤੁਸੀਂ ਆਪਣਾ ਡਾਈਟ ਐਂਡ ਲਾਈਫਸਟਾਈਲ ਸੁਧਾਰ ਲਵੋ, ਸੋ देयर कैन बी रिवर्सल ऑफ हार्ट डिजीज़ एंड अदर क्रॉनिक ਲਾਈਫਸਟਾਈਲ ਇਲਨੈਸਿਸ। तो ਇਹਦੇ ਵਾਸਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋਗੇ। ਸੰਪਰਕ ਕਰਨ ਵਾਸਤੇ ਤੁਸੀਂ WhatsApp ਤੇ ਸਾਨੂੰ ਮੈਸੇਜ ਕਰ ਸਕਦੇ ਹੋ। ਸਾਡਾ ਨੰਬਰ ਹੈਗਾ +91 971842 22691। ਇਹਦੇ ਉੱਤੇ ਤੁਸੀਂ ਲਿਖੋਗੇ ਆਈ ਨੀਡ ਕੰਸਲਟੇਸ਼ਨ, ਤਾਂ ਤੁਹਾਨੂੰ ਇੱਕ ਕੰਸਲਟੇਸ਼ਨ ਵਾਸਤੇ ਪ੍ਰੋਸੀਜਰ ਸਮਝਾ ਦਿੱਤਾ ਜਾਵੇਗਾ ਐਂਡ ਵੀ ਕੈਨ ਟਾਕ ਅਬਾਊਟ ਇਟ। ਇਸ ਤੋਂ ਇਲਾਵਾ ਅਸੀਂ ਜਿਸ ਤਰ੍ਹਾਂ ਅੱਜ ਦੇ ਸ਼ੋਅ ਵਿੱਚ ਆਪ ਸਾਰਿਆਂ ਨੂੰ ਫ੍ਰੀ ਵਿੱਚ ਨੌਲੇਜ ਦੇ ਰਹੇ ਹਾਂ ਕਿ ਕਿਸ ਪ੍ਰਕਾਰ ਤੁਸੀਂ ਆਪਣੇ ਹੀ ਘਰ ਵਿੱਚ ਰਹਿ ਕੇ ਆਪਣੀ ਡਾਈਟ ਐਂਡ ਲਾਈਫਸਟਾਈਲ ਨੂੰ ਮੋਡੀਫਾਈ ਕਰਕੇ ਆਪਣੀ ਹੈਲਥ ਨੂੰ ਰਿਵਰਸ ਕਰ ਸਕਦੇ ਹੋ, ਇਸੇ ਤਰ੍ਹਾਂ ਅਸੀਂ ਇੱਕ ਪ੍ਰੋਪਰ ਕੋਰਸ ਸ਼ੇਅਰ ਕਰਦੇ ਹਾਂ ਲੋਕਾਂ ਦੇ ਨਾਲ, ਜਿਹਦੇ ਵਿੱਚ ਉਹਨਾਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕਿਸ ਪ੍ਰਕਾਰ ਘਰ ਵਿੱਚ ਡਾਇਬੀਟੀਜ਼, BP, ਥਾਈਰੋਇਡ ਤੇ ਹੋਰ ਬਿਮਾਰੀਆਂ ਨੂੰ ਠੀਕ ਕਰਨਾ ਹੈਗਾ। ਤੇ ਉਹਦੇ ਵਾਸਤੇ ਤੁਸੀਂ ਕੋਰਸ ਜੁਆਇਨ ਕਰਨ ਵਾਸਤੇ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ। ਸਾਡੀ ਵੈਬਸਾਈਟ ਹੈਗੀ gosatvik.ca, gosatvik.ca। ਇਸ ਵੈਬਸਾਈਟ ਤੇ ਜਾਓਗੇ, ਸਾਡੀ ਕੋਰਸ ਤੇ ਕਲਿੱਕ ਕਰੋਗੇ, ਕੋਰਸ ਮਟੀਰੀਅਲ ਆ ਜਾਏਗਾ, ਜਾਂ ਫਿਰ ਤੁਸੀਂ ਬੁੱਕਸ ਤੇ ਕਲਿੱਕ ਕਰੋਗੇ ਤੇ ਬੁੱਕਸ ਜਿਹੜੀਆਂ ਹੈਗੀਆਂ ਉਹ ਫ੍ਰੀਲੀ ਡਾਊਨਲੋਡੇਬਲ ਹੈਗੀਆਂ, ਤੁਸੀਂ ਉਹਨੂੰ ਡਾਊਨਲੋਡ ਕਰਕੇ ਫ੍ਰੀ ਵਿੱਚ ਪੜ੍ਹ ਸਕਦੇ ਹੋ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਪ੍ਰੋਗਰਾਮ ਸ਼ਾਮਿਲ ਹੋਣ ਲਈ ਤੇ ਜਾਣਕਾਰੀ ਦੇਣ ਲਈ। ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ। ਸੋ ਦੋਸਤੋ, ਅਸੀਂ ਸਾਡਾ ਪ੍ਰੋਗਰਾਮ ਹੈਲਥ ਟਾਕ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਬਾਕੀ ਆਪਣੀ ਤੁਸੀਂ ਡਾਈਟ ਸ਼ੇਅਰ ਕਰਨਾ ਚਾਹੁੰਦੇ ਹੋ, ਤੁਸੀਂ ਕਮਲ ਜੀ ਨਾਲ ਗੱਲ ਕਰਨਾ ਚਾਹੁੰਦੇ ਹੋ ਤੇ ਉਸ ਅਕੋਰਡਿੰਗ ਪ੍ਰੋਪਰ ਆਪਦੀ ਡਾਈਟ ਬਣਾਉਣਾ ਚਾਹੁੰਦੇ ਹੋ, ਜਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਪਰ ਸਿਰਫ ਇੱਕ ਸਿੰਪਲ ਤਰੀਕੇ ਦੇ ਨਾਲ, ਬਿਨਾਂ ਕਿਸੇ ਗੋਲੀਆਂ ਦੇ, ਸੋ ਕਮਲ ਜੀ ਨਾਲ ਸੰਪਰਕ ਕਰ ਸਕਦੇ ਹੋ। ਡਿਟੇਲ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਗਈ ਹੈ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।